मीनाक्षी चौधरी ਦੀ ਲਿਖੀ ਤੇ ਅਰੁਣ ਬਾਲਾ ਦੀ ਅਨੁਵਾਦਿਤ ਪੁਸਤਕ ਹੈ ਕੈਂਸਰ ਨਾਲ ਮੇਰੀ ਜੰਗ। 6ਵਾਂ ਅੰਗ ਸ਼ੁਰੂਆਤੀ ਝਟਕਾ। ਸੋਲਨ ਤੱਕ ਦਾ ਸਫ਼ਰ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਸਫ਼ਰ ਸੀ। ਮੈਂ ਤੁਰਦੇ ਫਿਰਦੇ ਗੱਲਾਂ ਕਰਦੇ ਲੋਕਾਂ, ਬੱਸਾਂ, ਕਾਰਾਂ ਕੋਲੋਂ ਲੰਘ ਰਹੀ ਸੀ। ਮੇਰੇ ਅੰਦਰ ਬਹੁਤ ਹਲਚਲ ਮਚੀ ਹੋਈ ਸੀ ਕਿ ਮੈਂ ਉਹਨਾਂ ਨੂੰ ਦੁਬਾਰਾ ਨਹੀਂ ਦੇਖ ਸਕਾਂਗੀ। ਉਹਨਾਂ ਨੂੰ ਪਤਾ ਹੀ ਨਹੀਂ ਕਿ ਜਿਉਂਦੇ ਰਹਿਣਾ ਕਿੰਨੀ ਖਾਸ ਚੀਜ਼ ਹੈ। ਉਸ 3 ਘੰਟੇ ਦੇ ਸਫ਼ਰ ਦੌਰਾਨ ਅਸੀਂ ਚੁੱਪ ਹੀ ਰਹੇ, ਆਪਣੇ ਆਪਣੇ ਖਿਆਲਾਂ 'ਚ ਗੁੰਮ। ਮੈਂ ਸੜਕ ਤੋਂ ਲੰਘਦੇ ਦਰਖਤਾਂ, ਇਮਾਰਤਾਂ ਨੂੰ ਦੇਖ ਕੇ ਸੋਚ ਰਹੀ ਸੀ ਕਿ ਮੇਰਾ ਆਖਰੀ ਸਮਾਂ ਆ ਗਿਆ। ਹੁਣ ਮੈਂ ਕਦੀ ਇਹਨਾਂ ਨੂੰ ਨਹੀਂ ਦੇਖਾਂਗੀ। ਕੀ 39 ਸਾਲਾਂ ਦੀ ਉਮਰ ਤੇ ਮੇਰੀ ਹੋਂਦ ਦਾ ਅੰਤ ਹੋ ਜਾਏਗਾ? ਸਮਝ ਨਹੀਂ ਆ ਰਿਹਾ ਸੀ ਕਿ ਇਹ ਜ਼ਿੰਦਗੀ ਬਹੁਤ ਲੰਮੀ ਹੈ ਜਾਂ ਬਹੁਤ ਛੋਟੀ। ਰਾਕੇਸ਼ ਨੇ ਕਈ ਵਾਰੀ ਤਸੱਲੀ ਦੇਣ ਲਈ ਆਪਣੇ ਹੱਥ ਮੇਰੇ ਹੱਥ, ਲੱਤ ਜਾਂ ਪਿੱਠ ਤੇ ਰੱਖਿਆ, ਪਰ ਮੈਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਸੀ। ਮੈਂ ਇੰਨੀ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੀ ਸੀ ਕਿ ਉਹਨਾਂ ਦਾ ਹੱਥ ਮੈਨੂੰ ਕੋਈ ਉਮੀਦ ਨਹੀਂ ਦੇ ਰਿਹਾ ਸੀ। ਮੈਨੂੰ ਹਲਕਾ ਜਿਹਾ ਯਾਦ ਹੈ ਉਹਨਾਂ ਦਾ ਫੋਨ ਕਈ ਵਾਰ ਵੱਜਿਆ, ਪਰ ਉਹਨਾਂ ਨੇ ਸਿਰਫ ਇੱਕ ਵਾਰੀ ਚੁੱਕਿਆ ਜਦੋਂ ਮੇਰਾ ਭਰਾ ਬਹੁਤ ਫਿਕਰਮੰਦ ਹੋ ਕੇ ਸਾਡੇ ਬਾਰੇ ਪੁੱਛ ਰਿਹਾ ਸੀ। ਜਿਵੇਂ ਦੂਰੋਂ ਆਉਂਦੀ ਆਵਾਜ਼ ਵਿੱਚ ਰਾਕੇਸ਼ ਕਹਿ ਰਿਹਾ ਸੀ ਕਿ ਅਸੀਂ ਜਲਦੀ ਸੋਲਨ ਪਹੁੰਚ ਜਾਵਾਂਗੇ, ਪਰ ਮੈਨੂੰ ਕੀ ਫਰਕ ਪੈਂਦਾ ਸੀ? ਛੇਤੀ ਪਹੁੰਚੋ ਭਾਵੇਂ ਲੇਟ, ਕੋਈ ਫਰਕ ਨਹੀਂ ਪੈਣਾ ਸੀ। ਹਮੇਸ਼ਾ ਦੀ ਤਰ੍ਹਾਂ ਮੈਂ ਡਰਾਈਵਰ ਦੇ ਸਾਹਮਣੇ ਨਾ ਰੋ ਸਕੀ ਤੇ ਨਾ ਕੋਈ ਗੱਲ ਕਰ ਸਕੀ। ਮੇਰਾ ਇੱਕ ਮਨ ਕਹਿ ਵੀ ਰਿਹਾ ਸੀ ਕਿ ਤੂੰ ਮੂਰਖ ਹੈ, ਮਰਤਾ ਜਾਣਾ ਹੀ ਹੈ। ਫਿਰ ਕਿਉਂ ਸੋਚਦੀ ਹੈ ਕਿ ਮੇਰੇ ਉੱਚੀ ਰੋਣ ਤੇ ਡਰਾਈਵਰ ਕੀ ਸੋਚੇਗਾ? ਫਿਰ ਵੀ ਮੈਂ ਰੋਈ ਨਹੀਂ ਤੇ ਗੱਡੀ 'ਚ ਅਜੀਬ ਜਿਹੀ ਚੁੱਪੀ ਛਾਈ ਰਹੀ। ਜਦੋਂ ਅਸੀਂ ਧਰਮਪੁਰ ਪਹੁੰਚੇ ਤਾਂ ਮੈਂ ਆਪਣੇ ਮਾਤਾ ਪਿਤਾ ਬਾਰੇ ਸੋਚਣਾ ਸ਼ੁਰੂ ਕੀਤਾ। ਉਹਨਾਂ ਨੂੰ ਮੈਂ ਕਿਵੇਂ ਕਹਾਂਗੀ ਕਿ ਮੈਨੂੰ ਕੈਂਸਰ ਹੈ? ਉਹ ਇਹਨੂੰ ਕਿਵੇਂ ਬਰਦਾਸ਼ਤ ਕਰਨਗੇ? ਉਹਨਾਂ ਦਾ ਕੀ ਬਣੇਗਾ? ਮੇਰੇ ਪਿਤਾ ਜੀ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਬਾਰ-ਬਾਰ ਆ ਰਿਹਾ ਸੀ। ਮੇਰੇ ਸਹੁਰਾ ਘਰ ਵਾਲੇ ਉਹ ਕੀ ਸੋਚਣਗੇ? ਫਿਰ ਬਾਕੀ ਪਰਿਵਾਰ, ਦੋਸਤ ਮਿੱਤਰ ਤੇ ਵਿਲੀਜ਼ ਪਾਰਕ ਦੇ ਗੁਆਂਢੀ ਤੇ ਫਿਰ ਸਰ। ਮੈਂ ਉਹਨਾਂ ਨੂੰ ਹੋਣ ਵਾਲੇ ਸਦਮੇ ਦੀ ਕਲਪਨਾ ਕਰ ਰਹੀ ਸੀ। ਅਸੀਂ ਜਿਵੇਂ-ਜਿਵੇਂ ਸੋਲਨ ਦੇ ਨਜ਼ਦੀਕ ਪਹੁੰਚਦੇ ਗਏ, ਬਾਕੀ ਲੋਕਾਂ ਨਾਲ ਮੇਰੀ ਪਹਿਲੀ ਮੁਲਾਕਾਤ ਅੱਖਾਂ ਅੱਗੇ ਆਉਂਦੀ ਰਹੀ। ਮੇਰੇ ਸਿਰ 'ਚ ਜਿਵੇਂ ਹਲਚਲ ਸੀ ਤੇ ਮੈਂ ਬਰਫ਼ ਦੀ ਤਰ੍ਹਾਂ ਠੰਡੀ ਮਹਿਸੂਸ ਕਰ ਰਹੀ ਸੀ। ਜਦੋਂ ਅਸੀਂ ਆਖਿਰਕਾਰ ਸੋਲਨ ਪਹੁੰਚੇ ਤਾਂ ਜਿਵੇਂ ਮੇਰੇ ਸਰੀਰ ਦਾ ਇੱਕ-ਇੱਕ ਕਣ ਚੀਕਾਂ ਮਾਰਨ ਨੂੰ ਬੇਚੈਨ ਸੀ। ਅਸੀਂ ਹੁਣ ਕੈਂਸਰ ਵਾਲੇ ਹਾਂ ਤੇ ਇਹ ਸਰੀਰ ਸਾਡਾ ਘਰ ਹੈ। ਮੈਂ ਤਾਂ ਲਗਭਗ ਕੰਬ ਰਹੀ ਸੀ। ਮੈਂ ਗੱਡੀ ਤੋਂ ਉਤਰ ਕੇ ਬੜੀ ਔਖੀ ਹੋ ਕੇ ਘਰ ਦੀਆਂ ਪੌੜੀਆਂ ਚੜ੍ਹੀ। ਸਭ ਤੋਂ ਪਹਿਲਾਂ ਵੀਰ ਜੀ ਸਾਨੂੰ ਮਿਲੇ ਤੇ ਮੁਸਕਰਾ ਕੇ ਕਹਿਣ ਲੱਗੇ, ਤੁਸੀਂ ਦੇਰ ਕਰ ਦਿੱਤੀ, ਅਸੀਂ ਤਾਂ ਕਈ ਘੰਟਿਆਂ ਤੋਂ ਤੁਹਾਡੀ ਉਡੀਕ ਕਰ ਰਹੇ ਹਾਂ। ਫਿਰ ਮੇਰੇ ਵੱਲ ਧਿਆਨ ਨਾਲ ਦੇਖ ਕੇ ਕਿਹਾ, ਕੀ ਗੱਲ, ਤੂੰ ਠੀਕ ਨਹੀਂ? ਮਾਈਗ੍ਰੇਨ ਹੋ ਗਿਆ? ਮੈਂ ਸਿਰ ਹਿਲਾ ਕੇ ਕਿਹਾ, ਮੈਨੂੰ ਕੈਂਸਰ ਹੋ ਗਿਆ। ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਮੈਨੂੰ ਠੀਕ ਤਰ੍ਹਾਂ ਸੁਣਿਆ ਜਾਂ ਨਹੀਂ, ਪਰ ਉਹ ਸਾਰੇ ਮੇਰੇ ਪਿੱਛੇ ਆ ਗਏ। ਮੈਂ ਤਾਂ ਬਸ ਕੈਂਸਰ ਸ਼ਬਦ ਬੋਲ ਦਿੱਤਾ ਸੀ। ਹੁਣ ਮੈਨੂੰ ਕੋਈ ਪਰਵਾਹ ਨਹੀਂ ਸੀ। ਹੁਣ ਮੈਂ ਆਪਣੇ ਆਪ ਨੂੰ ਪ੍ਰਤੀਕਿਰਿਆ ਦੇਣ ਜਾਂ ਸਾਹ ਘੁੱਟ ਕੇ ਚੁੱਪ ਰਹਿਣ ਨੂੰ ਤਿਆਰ ਨਹੀਂ ਸੀ। ਹੁਣ ਤਾਂ ਮੈਂ ਸਾਰੇ ਬੰਧਨ ਤੋੜ ਕੇ ਡੈਡੀ ਨੂੰ ਮਿਲਣਾ ਚਾਹੁੰਦੀ ਸੀ। ਬੰਨ ਟੁੱਟ ਗਿਆ ਸੀ। ਮੈਂ ਡਾਈਨਿੰਗ ਰੂਮ ਦੇ ਦੀਵਾਨ ਤੇ ਡਿੱਗ ਕੇ ਡੈਡੀ ਨੂੰ ਫੜ ਕੇ ਦੱਬ ਕੇ ਰੋਈ। ਡੈਡੀ, ਮੈਨੂੰ ਮਾਫ਼ ਕਰ ਦਿਓ, ਮੈਨੂੰ ਮਾਫ਼ ਕਰ ਦਿਓ। ਮੈਨੂੰ ਅਫਸੋਸ ਸੀ ਕਿ ਮੈਂ ਉਹਨਾਂ ਦੇ ਦੁੱਖ ਦਾ ਪਹਾੜ ਸੁੱਟ ਰਹੀ ਹਾਂ, ਜਾਂ ਪਤਾ ਨਹੀਂ ਮੈਂ ਉਹਨਾਂ ਵੇਲਿਆਂ ਲਈ ਮਾਫ਼ੀ ਮੰਗ ਰਹੀ ਸੀ ਜਦੋਂ ਮੈਂ ਛੋਟੀ ਹੁੰਦੀ ਜਾਂ ਥੋੜ੍ਹੀ ਵੱਡੀ ਹੋ ਕੇ ਉਹਨਾਂ ਨੂੰ ਤੰਗ ਕੀਤਾ ਹੋਏਗਾ, ਤੇ ਹੁਣ ਮੇਰੀ ਮੌਤ ਤੋਂ ਬਾਅਦ ਉਹਨਾਂ ਨੂੰ ਮੇਰੀ ਮੌਤ ਦੇ ਦੁੱਖ ਦਾ ਬੋਝ ਢੋਣਾ ਪਏਗਾ। ਮੈਂ ਉਹਨਾਂ ਨੂੰ ਫੜ ਕੇ ਬਸ ਰੋਈ ਜਾ ਰਹੀ ਸੀ ਤੇ ਸੁਬਕਦੇ ਹੋਏ ਇਹੀ ਕਹਿ ਰਹੀ ਸੀ, ਡੈਡੀ ਮੈਨੂੰ ਮਾਫ਼ ਕਰ ਦਿਓ। ਮੇਰੇ ਲਈ ਹੁਣ ਕੁਝ ਘੰਟੇ ਨਹੀਂ ਗੁਜ਼ਰੇ ਸਨ, ਹੁੰਦਾ ਜਿਵੇਂ ਇੱਕ ਯੁੱਗ ਗੁਜ਼ਰ ਗਿਆ ਸੀ। ਕੈਂਸਰ ਤੋਂ ਪਹਿਲਾਂ ਹੀ ਜ਼ਿੰਦਗੀ ਮੈਨੂੰ ਪਿਛਲੇ ਯੁੱਗ ਦੀ ਗੱਲ ਲੱਗ ਰਹੀ ਸੀ। ਮੈਂ ਤਾਂ ਇੱਕ ਅਜਿਹੀ ਜ਼ਿੰਦਗੀ ਦਾ ਗੁਬਾਰ ਰੋ ਕੇ ਕੱਢ ਰਹੀ ਸੀ ਜੋ ਮੇਰੀ ਨਹੀਂ ਰਹੀ। ਮੈਂ ਹਲਕਾ ਜਿਹਾ ਸੁਣਿਆ ਕਿ ਰਾਕੇਸ਼ ਹੱਕੇ ਬੱਕੇ ਹੋਏ ਮੇਰੇ ਮਾਤਾ ਤੇ ਪਿਤਾ ਤੇ ਭਰਾ ਨੂੰ ਕੁਝ ਦੱਸ ਰਹੇ ਸਨ, ਪਰ ਉਹਨਾਂ ਵਿੱਚੋਂ ਉਸ ਵੇਲੇ ਕੋਈ ਨਹੀਂ ਰੋਇਆ। ਉਹ ਤਾਂ ਸਾਰੇ ਮੈਨੂੰ ਦਿਲਾਸਾ ਦੇ ਰਹੇ ਸਨ ਕਿ ਸਭ ਕੁਝ ਠੀਕ ਹੋ ਜਾਏਗਾ, ਤੂੰ ਮੇਰੇ ਨਾਲ ਹਨ। ਮੈਨੂੰ ਇਹ ਵੀ ਯਾਦ ਨਹੀਂ ਕਿ ਵੀਰ ਜੀ ਨੇ ਜਾਣ ਲੱਗਿਆ ਮੈਨੂੰ ਕੁਝ ਕਿਹਾ ਜਾਂ ਨਹੀਂ, ਪਰ ਮੈਨੂੰ ਯਾਦ ਹੈ ਕਿ ਅਗਲੇ ਦਿਨ ਜਾਣ ਦੀ ਥਾਂ ਉਸੇ ਦਿਨ ਚਲੇ ਗਏ। ਕਿ ਉਹਨਾਂ ਨੂੰ ਰੋਕਣ ਲਈ ਇਹ ਹਾਦਸਾ ਛੋਟਾ ਸੀ? ਅਖੀਰ ਉਹਨਾਂ ਨੂੰ ਮੇਰੇ ਨਾਲ ਇੰਨਾ ਪਿਆਰ ਸੀ ਤੇ ਅਗਲੇ 1.5 ਸਾਲ 'ਚ ਉਹਨਾਂ ਨੇ ਇਹ ਸਾਬਤ ਵੀ ਕੀਤਾ। ਸ਼ਾਇਦ ਉਹਨਾਂ ਲਈ ਇਹ ਇੰਨਾ ਵੱਡਾ ਸਦਮਾ ਸੀ ਕਿ ਰੁਕਣਾ ਅਸੰਭਵ ਸੀ। ਮੇਰੇ ਰੋਣ ਸਮੇਂ ਸਾਰੇ ਬਿਲਕੁਲ ਚੁੱਪ ਸਨ। ਅਖੀਰ 'ਚ ਪਤਾ ਨਹੀਂ ਕਿੰਨੀ ਦੇਰ ਬਾਅਦ ਮੈਨੂੰ ਨੀਂਦ ਆ ਗਈ।
ਅੰਗ 7ਵਾਂ। ਇਹ ਚੰਗਾ ਹੋਇਆ। ਡੈਡੀ ਨੂੰ ਹੁਣ ਪ੍ਰਿਆਵਰਤ ਅੰਕਲ ਤੇ ਉਹਨਾਂ ਦੀ ਖੂਬਸੂਰਤ ਬੇਟੀ ਵੀਨਾ ਦੀਦੀ ਦੀ ਯਾਦ ਆ ਗਈ। ਉਹਨਾਂ ਦੇ ਬੜੇ ਲੰਮੇ ਰੇਸ਼ਮੀ ਵਾਲ ਸਨ। ਜਦੋਂ 1 ਸਾਲ ਪਹਿਲਾਂ ਮਾਂ ਨੇ ਦੱਸਿਆ ਸੀ ਕਿ ਵੀਨਾ ਦੀਦੀ ਨੂੰ ਕੈਂਸਰ ਹੋ ਗਿਆ ਹੈ ਤਾਂ ਮੈਂ ਸੁੰਨ ਜਿਹੀ ਰਹਿ ਗਈ ਸੀ, ਪਰ ਹੁਣ ਮੈਨੂੰ ਖਿੱਚ ਚੜ ਰਹੀ ਸੀ ਕਿ ਉਹਨਾਂ ਨੂੰ ਫੋਨ ਕਰਕੇ ਗੱਲ ਕਰਨ ਦਾ ਕੀ ਫਾਇਦਾ। ਐਵੇਂ ਸਮਾਂ ਖਰਾਬ ਕਰ ਰਹੇ ਹਨ। ਉਹ ਸੋਚਦੇ ਹੀ ਕਿਉਂ ਹਨ ਕਿ ਮੇਰੀ ਬਿਮਾਰੀ ਬਾਰੇ ਕੁਝ ਚੰਗੀ ਗੱਲ ਲੱਭ ਜਾਏਗੀ। ਹੁਣ ਤਾਂ ਸਭ ਕੁਝ ਖਤਮ ਹੋ ਹੀ ਗਿਆ ਹੈ। ਫਿਰ ਮੈਂ ਡੈਡੀ ਨੂੰ ਕਹਿੰਦੇ ਸੁਣਿਆ ਕਿ ਮੀਨਾਕਸ਼ੀ ਨੂੰ ਵੀ ਵੀਨਾ ਵਾਲੀ ਬਿਮਾਰੀ ਹੋ ਗਈ ਹੈ। ਸ਼ਾਇਦ ਉਹਨਾਂ ਦਾ ਕੈਂਸਰ ਸ਼ਬਦ ਕਹਿਣ ਦੀ ਹਿੰਮਤ ਨਹੀਂ ਹੋਈ। ਫਿਰ ਰਾਕੇਸ਼ ਨੇ ਫੋਨ ਲੈ ਲਿਆ ਤੇ ਦੀਦੀ ਨਾਲ ਗੱਲ ਕਰਨੀ ਸ਼ੁਰੂ ਕੀਤੀ। ਉਹ ਸਿਰਫ ਹਾਂਜੀ ਹਾਂਜੀ ਕਰੀ ਜਾ ਰਹੇ ਸਨ। ਮੈਨੂੰ ਮਹਿਸੂਸ ਹੋਇਆ ਕਿ ਰਾਕੇਸ਼ ਦੀ ਆਵਾਜ਼ ਬਹੁਤ ਬੋਝਲ ਤੇ ਫਿਕਰ ਵਿੱਚ ਡੁੱਬੀ ਹੋਈ ਸੀ। ਇਸ ਗੱਲ ਨੇ ਮੈਨੂੰ ਇੱਕਦਮ ਆਪਣੇ ਖਿਆਲਾਂ ਤੋਂ ਰਾਕੇਸ਼ ਬਾਰੇ ਸੋਚਣ ਲਗਾ ਦਿੱਤਾ। ਆਪਣੀ ਪਰੇਸ਼ਾਨੀ 'ਚ ਮੈਂ ਰਾਕੇਸ਼ ਨੂੰ ਤਾਂ ਭੁੱਲ ਹੀ ਗਈ ਸੀ। ਮੈਂ ਤਾਂ ਸਿਰਫ ਆਪਣੇ ਕੈਂਸਰ ਵਾਲੇ ਵਜੂਦ ਬਾਰੇ, ਮਾਤਾ ਪਿਤਾ ਤੇ ਸਹੁਰਿਆਂ ਬਾਰੇ ਹੀ ਸੋਚਦੀ ਰਹੀ। ਮੈਂ ਆਪਣੇ ਪਤੀ ਰਾਕੇਸ਼ ਨੂੰ ਕਿਵੇਂ ਭੁੱਲ ਗਈ? ਉਹਦਾ ਕੀ ਹੋਏਗਾ? ਜਦੋਂ ਮੈਂ ਉਸ ਵੱਲ ਵੇਖਿਆ ਤਾਂ ਮਨ ਭਰ ਆਇਆ। ਰਾਕੇਸ਼ ਕੀ ਕਰਨਗੇ? ਫਿਰ ਉਹ ਮੇਰੇ ਕੋਲ ਆਏ ਤੇ ਮੇਰਾ ਹੱਥ ਫੜ ਕੇ ਕਹਿਣ ਲੱਗੇ, ਮੈਂ ਹੁਣੇ ਵੀਨਾ ਦੀਦੀ ਨਾਲ ਗੱਲ ਕੀਤੀ ਹੈ, ਸਭ ਠੀਕ ਹੋ ਜਾਏਗਾ। ਇਸੇ ਹਾਲਾਤ 'ਚੋਂ ਨਿਕਲੀ ਹੈ। ਉਹ ਸਾਨੂੰ ਕੁਝ ਟੈਲੀਫੋਨ ਨੰਬਰ ਦੇ ਦੇਣਗੇ, ਪਰ ਮੈਨੂੰ ਇਹ ਸਭ ਫੋਕੀਆਂ ਗੱਲਾਂ ਹੀ ਲੱਗੀਆਂ ਜਿਨ੍ਹਾਂ ਨਾਲ ਕੁਝ ਨਹੀਂ ਬਦਲੇਗਾ। ਉਸ ਦਿਨ ਘਰ 'ਚ ਕਿਸੇ ਨੇ ਖਾਣਾ ਨਹੀਂ ਖਾਧਾ ਕਿਉਂਕਿ ਕਿਸੇ ਨੂੰ ਭੁੱਖ ਹੀ ਨਹੀਂ ਸੀ। ਮੰਮੀ ਦਲੇਰ ਬਣਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਕਹਿ ਰਹੇ ਸਨ ਜੇਕਰ ਰੱਬ ਨਾਲ ਵੀ ਲੜਨਾ ਪਿਆ ਤਾਂ ਲੜਾਂਗੇ। ਜੇ ਰੱਬ ਕਹਿੰਦਾ ਹੈ ਕਿ ਮੁਕਾਬਲਾ ਕਰੋ ਤੇ ਅਸੀਂ ਕਰਾਂਗੇ। ਪਰ ਇਹਨਾਂ ਗੱਲਾਂ ਨਾਲ ਮੇਰੀ ਮਾਨਸਿਕ ਅਵਸਥਾ ਤੇ ਕੋਈ ਅਸਰ ਨਹੀਂ ਪਿਆ। ਹਾਂ, ਪਰ ਰੱਬ ਨਾਲ ਲੜਨ ਦੀ ਗੱਲ ਹੋਈ ਸੀ। ਹੁਣ ਤੱਕ ਰੱਬ ਦਾ ਖਿਆਲ ਤਾਂ ਮੇਰੇ ਮਨ 'ਚ ਆਇਆ ਹੀ ਨਹੀਂ ਸੀ ਕਿ ਇਹ ਸਾਰਾ ਕੁਝ ਰੱਬ ਕਰ ਰਿਹਾ ਹੈ, ਕਿ ਉਹ ਮੈਨੂੰ ਸਜ਼ਾ ਦੇ ਰਿਹਾ ਹੈ। ਪਰ ਰੱਬ ਤਾਂ ਮਾੜੇ ਲੋਕਾਂ ਨੂੰ ਸਜ਼ਾ ਦਿੰਦਾ ਹੈ। ਕੀ ਮੈਂ ਮਾੜੀ ਹਾਂ? ਫਿਰ ਮੈਨੂੰ ਧਿਆਨ ਆਇਆ ਕਿ ਭਾਵੇਂ ਮੈਂ ਬਚਪਨ ਤੋਂ ਨਾਸਤਿਕ ਰਹੀ ਹਾਂ, ਪਰ ਪਿਛਲੇ 2-3 ਵਰ੍ਹਿਆਂ ਤੋਂ ਮੈਂ ਹੌਲੀ-ਹੌਲੀ ਰੱਬ 'ਚ ਵਿਸ਼ਵਾਸ ਕਰਨ ਲੱਗ ਪਈ ਸੀ। ਛੋਟੀਆਂ-ਛੋਟੀਆਂ ਗੱਲਾਂ, ਜਿਵੇਂ ਕਿਸੇ ਟੂਰ ਤੇ ਜਾਣ ਲੱਗਿਆਂ ਪ੍ਰਾਰਥਨਾ ਕਰਨੀ ਤੇ ਵਾਪਸ ਆ ਕੇ ਸਹੀ ਸਲਾਮਤ ਪਹੁੰਚਣ ਤੇ ਰੱਬ ਦਾ ਧੰਨਵਾਦ ਕਰਨਾ। ਪਿਛਲੇ 2-3 ਸਾਲਾਂ ਤੋਂ ਮੇਰੇ 'ਚ ਬਹੁਤ ਤਬਦੀਲੀ ਆ ਰਹੀ ਸੀ। ਕਈ ਵਾਰੀ ਪ੍ਰਾਰਥਨਾ ਕਰਦੇ-ਕਰਦੇ ਮੈਨੂੰ ਲੱਗਦਾ ਕਿ ਮੇਰੇ 'ਚ ਰੱਬ ਸਾਈਂ ਬਾਬਾ ਦੇ ਰੂਪ 'ਚ ਪ੍ਰਵੇਸ਼ ਕਰ ਰਿਹਾ ਹੈ। ਸ਼ਾਇਦ ਕਾਰਨ ਇਹ ਸੀ ਕਿ ਮੇਰਾ ਸਹੁਰਾ ਪਰਿਵਾਰ ਸਾਈਂ ਬਾਬਾ ਦਾ ਪੱਕਾ ਭਗਤ ਸੀ। ਸਾਰੇ ਘਰ 'ਚ ਉਹਨਾਂ ਦੀਆਂ ਫੋਟੋਆਂ ਲੱਗੀਆਂ ਸਨ, ਇਸ ਲਈ ਉਹ ਮੇਰੇ ਵੀ ਰੱਬ ਬਣ ਗਏ। ਪਰ ਉਹ ਰੱਬ ਹੁਣ ਕਿੱਥੇ ਸੀ? ਮੈਂ ਅਜਿਹਾ ਕੀ ਗਲਤ ਕੀਤਾ ਕਿ ਮੈਨੂੰ ਸਜ਼ਾ ਦਿੱਤੀ ਜਾਵੇ? ਮੇਰਾ, ਰਾਕੇਸ਼ ਦਾ, ਮੇਰੇ ਮਾਤਾ ਪਿਤਾ ਦਾ ਜਾਂ ਮੇਰੇ ਸਹੁਰਿਆਂ ਦਾ ਕਸੂਰ ਕੀ ਸੀ? ਉਹ ਸਾਰੇ ਚੰਗੇ ਲੋਕ ਸਨ ਤੇ ਸਾਰੇ ਉਸ ਤੇ ਵਿਸ਼ਵਾਸ ਕਰਦੇ ਸਨ, ਤਾਂ ਫਿਰ ਇਹ ਸਜ਼ਾ ਕਿਉਂ? ਮੈਂ ਉਹਨਾਂ ਲਈ ਮਹੱਤਵਪੂਰਨ ਸੀ। ਮੇਰੀ ਤਕਲੀਫ ਉਹਨਾਂ ਦੀ ਤਕਲੀਫ ਸੀ, ਤਾਂ ਫਿਰ ਉਹਨਾਂ ਦਾ ਰੱਬ ਕਿੱਥੇ ਸੀ? ਰਾਕੇਸ਼ ਨੇ ਕਿਹਾ ਕਿ ਵੀਨਾ ਦੀਦੀ ਮੇਰੇ ਨਾਲ ਫੋਨ ਤੇ ਗੱਲ ਕਰਨਾ ਚਾਹੁੰਦੇ ਹਨ। ਮੈਂ ਸਿਰ ਹਿਲਾ ਕੇ ਨਾ ਕੀਤੀ ਤੇ ਆਪਣੇ ਆਪ ਨੂੰ ਕੰਬਲ ਨਾਲ ਢੱਕ ਲਿਆ। ਰਾਕੇਸ਼ ਨੇ ਕਿਹਾ, ਆਓ ਅਸੀਂ ਸੌਂਦੇ ਹਾਂ। ਮੈਂ ਵੀ ਚਾਹੁੰਦੀ ਸੀ ਕਿ ਰਾਕੇਸ਼ ਦੂਰ ਨਾ ਜਾਣ, ਕਿਉਂਕਿ ਜੇਕਰ ਮੈਂ ਹੁਣੇ ਮਰ ਗਈ ਤਾਂ ਸ਼ਾਇਦ ਉਹ ਵੀ ਮੇਰੇ ਨੇੜੇ ਹੋਣਾ ਚਾਹੁੰਦੇ ਸੀ। ਉਹਨਾਂ ਨੇ ਮੰਮੀ ਨੂੰ ਵੀ ਤਸੱਲੀ ਦੇ ਦਿੱਤੀ ਕਿ ਸਾਨੂੰ ਇੱਕ ਇਕੱਲੇ ਵਿਅਕਤੀ ਵਾਲੇ ਬੈੱਡ ਤੇ ਲੇਟਣ 'ਚ ਕੋਈ ਤਕਲੀਫ ਨਹੀਂ ਹੋਏਗੀ। ਹਾਲਾਤ ਕਿੰਨੇ ਅਜੀਬ ਹੋ ਗਏ ਸਨ। ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਮੈਂ ਆਪਣੇ ਮਾਤਾ ਪਿਤਾ ਸਾਹਮਣੇ ਇਕੱਲੇ ਬੈੱਡ ਤੇ ਰਾਕੇਸ਼ ਨਾਲ ਇਸ ਤਰੀਕੇ ਨਾਲ ਸੌਵਾਂ। ਪਰ ਹੁਣ ਮੈਂ ਚਾਹੁੰਦੀ ਸੀ ਕਿ ਰਾਕੇਸ਼ ਮੈਨੂੰ ਸਾਰੀ ਰਾਤ ਘੁੱਟ ਕੇ ਫੜੀ ਰੱਖਣ। ਰਾਕੇਸ਼ ਨੇ ਵੀ ਇਹੀ ਕੀਤਾ। ਉਹ ਵੀ ਸਾਰੀ ਰਾਤ ਸੁੱਤੇ ਨਹੀਂ। ਉਹ ਕੁਝ ਨਾ ਕੁਝ ਬੋਲਦੇ ਰਹੇ, ਪਰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮੇਰੇ ਨਾਲੋਂ ਜ਼ਿਆਦਾ ਖੁਦ ਨੂੰ ਹੌਸਲਾ ਦੇ ਰਹੇ ਹਨ। ਸਵੇਰ ਹੋਣ ਤੱਕ ਮੇਰੇ ਸਿਰ 'ਚ ਬੁਰੀ ਤਰ੍ਹਾਂ ਦਰਦ ਸੀ, ਮਾਈਗ੍ਰੇਨ ਦਾ ਦਰਦ। ਮੇਰਾ ਧਿਆਨ ਉਸ ਦਰਦ ਵੱਲ ਚਲਾ ਗਿਆ ਤੇ ਇਸ ਲਈ ਮੈਂ ਸ਼ੁਕਰਗੁਜ਼ਾਰ ਹੀ ਸੀ। ਮੈਨੂੰ ਯਾਦ ਹੈ ਕਿ ਅਗਲੇ ਦਿਨ ਰਾਕੇਸ਼ ਆਪਣੇ ਬੌਸ ਨੂੰ ਫੋਨ ਤੇ ਦੱਸ ਰਹੇ ਸਨ, ਮੇਰੀ ਪਤਨੀ ਨੂੰ ਛਾਤੀ ਦਾ ਕੈਂਸਰ ਦੱਸਿਆ ਗਿਆ। ਛਾਤੀ ਦਾ ਕੈਂਸਰ ਕਹਿੰਦੇ ਆ ਵੀ ਉਹਨਾਂ ਦੀ ਆਵਾਜ਼ ਭਾਰੀ ਹੋ ਗਈ। ਮੈਨੂੰ ਪਤਾ ਸੀ ਕਿ ਹੁਣ ਸਭ ਨੂੰ ਦੱਸਣ ਦਾ ਸਮਾਂ ਆ ਗਿਆ ਹੈ। ਹੁਣ ਇਸ ਤੋਂ ਬਾਅਦ ਉਹਨਾਂ ਨੇ ਆਪਣੇ ਮਾਤਾ ਪਿਤਾ ਤੇ ਸਰ ਨੂੰ ਵੀ ਇਹਦੇ ਬਾਰੇ ਦੱਸਣਾ ਹੈ। ਹੁਣ ਉਹਨਾਂ ਦੀ ਆਵਾਜ਼ ਮੇਰੀ ਤਰ੍ਹਾਂ ਹੀ ਹੌਲੀ ਤੇ ਬੇਜਾਨ ਹੋ ਗਈ ਸੀ। ਸੱਚਮੁੱਚ ਉਹਨਾਂ ਲਈ ਕੈਂਸਰ ਸ਼ਬਦ ਬੋਲਣਾ ਬਹੁਤ ਔਖਾ ਹੋ ਰਿਹਾ ਸੀ। ਮੈਂ ਖੁਦ ਵੀ ਇਹਨੂੰ ਉੱਚੀ ਬੋਲ ਕੇ ਨਹੀਂ ਦੱਸ ਸਕਦੀ ਸੀ। ਇਹ ਸ਼ਬਦ ਮੇਰੇ ਦਿਮਾਗ 'ਚ ਘੁੰਮਣ ਘੇਰੀਆਂ ਪਾਉਂਦਾ ਰਿਹਾ ਸੀ। ਮਾਈਗ੍ਰੇਨ ਦਾ ਦਰਦ ਹੁਣ ਤੇਜ਼ ਹੋ ਗਿਆ ਤੇ ਮੈਂ ਖੁਦ ਨੂੰ ਇਹਦੇ ਹਵਾਲੇ ਕਰ ਦਿੱਤਾ। ਸ਼ਾਮ ਸਮੇਂ ਡਾਕਟਰ ਹਰਦਿਆਲ ਸੇਬਾਂ ਦਾ ਡੱਬਾ ਲੈ ਕੇ ਆਏ ਤੇ ਆਪਣੇ ਸੁਭਾਅ ਅਨੁਸਾਰ ਮਜ਼ਾਕ ਕਰਦੇ ਰਹੇ। ਪੰਗੀ ਕੁੜੀ ਬਹੁਤ ਬਹਾਦਰ ਹੈ, ਕਿਉਂਕਿ ਅਸੀਂ 2 ਸਾਲ ਪੰਗੀ ਇਲਾਕੇ 'ਚ ਗੁਜ਼ਾਰੇ ਸੀ।
ਇੱਕ ਛੋਟੇ ਜਿਹੇ ਆਪਰੇਸ਼ਨ ਦੀ ਗੱਲ ਹੈ ਤੇ ਠੀਕ ਹੋ ਜਾਏਗੀ। ਇੱਕ ਤਰ੍ਹਾਂ ਨਾਲ ਡਾਕਟਰ ਹਰਦਿਆਲ ਦੇ ਆਉਣ ਨਾਲ ਹੀ ਮੈਂ ਮੰਜੇ ਤੋਂ ਉੱਠੀ। ਮੈਨੂੰ ਉਹਨਾਂ ਦੇ ਕੋਲ ਬੈਠਣਾ ਪਿਆ, ਉਹਨਾਂ ਵੱਲ ਦੇਖਦੇ ਹੋਏ ਸਿਰ ਹਿਲਾਉਣਾ ਤੇ ਇੱਥੇ ਤੱਕ ਕਿ ਜ਼ਬਰਦਸਤੀ ਮੁਸਕਰਾਉਣਾ ਵੀ ਪਿਆ। ਉਹ ਕਹਿਣ ਲੱਗੇ, ਇਲਾਜ ਤੋਂ ਬਾਅਦ ਤੂੰ ਔਰਤਾਂ ਦੀ ਸਿਹਤ ਬਾਰੇ ਸਾਡੇ ਕਿਸੇ ਪ੍ਰੋਗਰਾਮ ਦੀ ਬ੍ਰਾਂਡ ਅੰਬੈਸਡਰ ਵੀ ਬਣਨਾ ਹੈ। ਪਰ ਮੇਰੇ 'ਚ ਇਹਨਾਂ ਗੱਲਾਂ ਨਾਲ ਕੋਈ ਉਮੀਦ ਨਹੀਂ ਜਾਗੀ। ਉਹਨਾਂ ਨੇ ਰਾਕੇਸ਼ ਨੂੰ ਕੁਝ ਫੋਨ ਨੰਬਰ ਦਿੱਤੇ ਤੇ ਇੰਦਰਾ ਗਾਂਧੀ ਮੈਡੀਕਲ ਕਾਲਜ ਦੇ ਇੱਕ ਡਾਕਟਰ ਬਾਰੇ ਵੀ ਦੱਸਿਆ ਜਿਹਨੂੰ ਕੈਂਸਰ ਦੱਸਿਆ ਗਿਆ ਸੀ। ਫਿਰ ਜਾਂਦੇ ਹੋਏ ਹਲੂਣ ਕੇ ਮੁਸਕਰਾਉਣ ਲਈ ਕਹਿ ਕੇ ਗਏ। ਮੇਰੀ ਬਿਮਾਰੀ ਦਾ ਪਤਾ ਲੱਗਣ ਮਗਰੋਂ ਪਹਿਲੇ ਵਿਅਕਤੀ ਸੀ ਜਿਹਨੇ ਮੈਨੂੰ ਨਿਰਾਸ਼ਾ ਦੀ ਮਾਨਸਿਕਤਾ ਵਿੱਚੋਂ ਨਿਕਲ ਕੇ ਜ਼ਿੰਦਗੀ ਦੇ ਨਾਲ ਤੁਰਨ ਲਈ ਕਿਹਾ। ਮੇਰੀਆਂ 2 ਸਹੇਲੀਆਂ ਆਈਆਂ ਤੇ ਮੈਂ ਮੰਮੀ ਨੂੰ ਕਹਿੰਦੇ ਸੁਣਿਆ ਕਿ ਮੇਰੇ ਸਿਰ 'ਚ ਦਰਦ ਹੈ। ਮੈਨੂੰ ਅਚਾਨਕ ਗੁੱਸਾ ਆ ਗਿਆ। ਉਹਨਾਂ ਨੂੰ ਕੈਂਸਰ ਕਹਿੰਦੇ ਹੋਏ ਸ਼ਰਮ ਕਿਉਂ ਆ ਰਹੀ ਹੈ? ਮੈਂ ਹਿੰਮਤ ਕਰਕੇ ਉੱਠੀ ਤੇ ਆਪਣੀਆਂ ਸਹੇਲੀਆਂ ਦੇ ਸਾਹਮਣੇ ਜਾ ਕੇ ਕਿਹਾ, ਮੈਨੂੰ ਕੈਂਸਰ ਹੈ। ਮੈਂ ਪਹਿਲੀ ਵਾਰੀ ਪਰਿਵਾਰ ਦੇ ਮੈਂਬਰਾਂ ਤੋਂ ਬਿਨਾਂ ਕਿਸੇ ਹੋਰ ਅੱਗੇ ਇਹ ਸ਼ਬਦ ਉੱਚੀ ਆਵਾਜ਼ 'ਚ ਬੋਲਿਆ ਸੀ। ਕਾਫੀ ਸ਼ਾਮ ਨੂੰ ਡਾਕਟਰ ਰੇਨੂ ਮਲਨ ਘਰ ਆਏ। ਉਹਨਾਂ ਨੇ ਮੈਨੂੰ ਝਿੜਕਿਆ ਕਿ ਮੇਰਾ ਵਿਹਾਰ ਸਹੀ ਨਹੀਂ ਹੈ। ਫਿਰ ਮੈਂ ਉੱਠ ਕੇ ਬੈਠ ਗਈ। ਉਹ ਬੋਲਦੇ ਰਹੇ, ਮੈਂ ਸਿਰ ਹਿਲਾਉਂਦੀ ਰਹੀ। ਰਾਕੇਸ਼ ਨੇ ਉਹਨਾਂ ਨੂੰ ਰਿਪੋਰਟਾਂ ਦਿਖਾਈਆਂ। ਉਹਨਾਂ ਨੇ ਉਹੀ ਗੱਲ ਕਹੀ ਕਿ ਫਿਕਰ ਦੀ ਕੋਈ ਗੱਲ ਨਹੀਂ, ਪਰ ਹਰ ਕੋਈ ਇਹੀ ਗੱਲ ਕਿਉਂ ਕਹੀ ਜਾ ਰਿਹਾ ਕਿ ਫਿਕਰ ਦੀ ਕੋਈ ਗੱਲ ਨਹੀਂ? ਕਿ ਸੱਚਮੁੱਚ ਹੀ ਕੁਝ ਹੋ ਸਕਦਾ? ਪਰ ਇਹ ਕੁਝ ਹੋ ਸਕਣ ਦਾ ਵਿਚਾਰ ਆਉਂਦਾ ਹੈ ਗਾਇਬ ਹੋ ਗਿਆ। ਕਿਉਂ ਫਜ਼ੂਲ ਦੀ ਆਸ ਪਾਲੀ ਜਾਵੇ? ਉਹਨਾਂ ਨੇ ਮੇਰੇ ਇਲਾਜ ਦੀ ਯੋਜਨਾ ਬਾਰੇ ਗੱਲਬਾਤ ਕੀਤੀ ਤੇ ਇਹ ਫੈਸਲਾ ਕੀਤਾ ਕਿ ਚੰਡੀਗੜ੍ਹ PGI 'ਚ ਹੀ ਇਲਾਜ ਕਰਵਾਉਣਾ ਸਹੀ ਰਹੇਗਾ। ਡਾਕਟਰ ਮਲਨ ਨੇ ਰਾਕੇਸ਼ ਨੂੰ ਇੱਕ ਆਦਮੀ ਦਾ ਫੋਨ ਨੰਬਰ ਵੀ ਦਿੱਤਾ ਜੋ PGI 'ਚ ਸਾਡਾ ਕਾਰਡ ਬਣਾਉਣ ਮਗਰੋਂ ਸਾਨੂੰ ਬਾਕੀ ਥਾਵਾਂ ਤੇ ਵੀ ਲੈ ਜਾਏਗਾ। ਉਹਨਾਂ ਦਾ ਖਿਆਲ ਸੀ ਕਿ PGI ਦਾ ਇਹ ਪੁਰਾਣਾ ਮੁਲਾਜ਼ਮ ਸਾਡੇ ਲਈ ਕਾਫੀ ਸਹਾਈ ਹੋਏਗਾ। ਮੈਂ ਦੇਖਿਆ ਕਿ ਮੰਮੀ, ਡੈਡੀ, ਰਾਕੇਸ਼ ਤਿੰਨਾਂ ਨੇ ਜਿਵੇਂ ਡਾਕਟਰ ਮਲਨ ਦੀ ਗੱਲ ਵਿੱਚ ਜਾਨ ਪਾ ਰੱਖੀ ਸੀ। ਮੈਨੂੰ ਉਹਨਾਂ ਤੇ ਤਰਸ ਵੀ ਆਇਆ, ਪਰ ਹਾਲਾਤ ਅਸੰਭਵ ਹੁੰਦੇ ਹੋਏ ਵੀ ਇਹ ਕਿਉਂ ਕੋਈ ਉਮੀਦ ਲਾਈ ਬੈਠੇ ਹੈ? ਇਹ ਸਾਰੀ ਮੰਨ ਕਿਉਂ ਨਹੀਂ ਲੈਂਦੇ ਕਿ ਮੇਰਾ ਅੰਤ ਆ ਗਿਆ ਹੈ? ਇਹ ਸਾਰੇ ਮੰਨ ਕਿਉਂ ਨਹੀਂ ਲੈਂਦੇ ਕਿ ਮੇਰਾ ਅੰਤ ਆ ਗਿਆ? ਫਿਰ ਡਾਕਟਰ ਮਲਨ ਨੇ ਅਜਿਹੀ ਗੱਲ ਕਹੀ ਜਿਹਨੇ ਮੈਨੂੰ ਕੁਝ ਸਕਿੰਟਾਂ ਲਈ ਨਿਰਾਸ਼ਾ ਦੀ ਡੂੰਘੀ ਸੁਰੰਗ 'ਚੋਂ ਬਾਹਰ ਲੈ ਆਂਦਾ। ਉਹ ਕਹਿ ਰਹੇ ਸਨ, ਪੂਰੀ ਛਾਤੀ ਕਢਾਉਣ ਲਈ ਹਾਂ ਨਾ ਕਹੋ। ਅੱਜ ਕੱਲ੍ਹ ਇਹ ਸਹੀ ਨਹੀਂ ਮੰਨਿਆ ਜਾਂਦਾ। ਤੁਸੀਂ ਇਹਨੂੰ ਬਚਾਉਣ ਲਈ ਕਹਿਣਾ ਹੈ, ਨਹੀਂ ਤਾਂ ਔਰਤ ਮਾਨਸਿਕ ਤਣਾਅ 'ਚ ਪੈ ਸਕਦੀ ਹੈ। ਤੁਸੀਂ ਲੰਪੈਕਟਮੀ ਦੀ ਕੋਸ਼ਿਸ਼ ਕਰਨੀ ਹੈ। ਕੀ ਸੱਚਮੁੱਚ ਮੈਂ ਜਿਉਂਦੀ ਰਹਿ ਸਕਦੀ ਹਾਂ? ਹੁਣ ਮੈਂ ਧਿਆਨ ਨਾਲ ਉਹਨਾਂ ਦੀ ਗੱਲ ਸੁਣਨੀ ਸ਼ੁਰੂ ਕੀਤੀ ਤੇ ਆਪਣਾ ਪਹਿਲਾ ਸਵਾਲ ਪੁੱਛਿਆ, ਕਿੰਨਾ ਕੁ ਦਰਦ ਹੋਏਗਾ? ਮੇਰਾ ਮਤਲਬ ਮਰਦੇ ਸਮੇਂ ਦੇ ਦਰਦ ਤੋਂ ਸੀ, ਪਰ ਉਹਨਾਂ ਨੇ ਸਮਝਿਆ ਕਿ ਮੈਂ ਆਪਰੇਸ਼ਨ ਵੇਲੇ ਦੀ ਗੱਲ ਕਰ ਰਹੀ ਹਾਂ। ਉਹ ਕਹਿਣ ਲੱਗੇ, ਕੋਈ ਜ਼ਿਆਦਾ ਨਹੀਂ, ਸਿਰਫ ਬਾਂਹ 'ਚ ਅਕੜਾ ਜਿਹਾ ਲੱਗੇਗਾ ਤੇ ਹੌਲੀ ਹੌਲੀ ਇਹ ਵੀ ਚਲਾ ਜਾਏਗਾ। ਇਹ ਕਹਿ ਕੇ ਡਾਕਟਰ ਮਲਨ ਚਲੇ ਗਏ, ਪਰ ਜਾਂਦੇ ਹੋਏ ਸਾਡੇ ਸਾਰਿਆਂ ਦੇ ਮਨ 'ਚ ਉਮੀਦ ਤੇ ਜੋਸ਼ ਪੈਦਾ ਕਰ ਗਏ। ਮੈਂ ਫੇਰ ਲੇਟ ਗਈ। ਰਾਕੇਸ਼ ਆਏ। ਅਸੀਂ ਪਹਿਲਾਂ ਦੀ ਤਰ੍ਹਾਂ ਹੀ ਇਕੱਠੇ ਸੀ। ਉਹਨਾਂ ਨੇ ਮੈਨੂੰ ਜੱਫੀ 'ਚ ਲੈ ਕੇ ਰੋਣਾ ਸ਼ੁਰੂ ਕਰ ਦਿੱਤਾ। ਪਹਿਲੀ ਵਾਰੀ ਜਦੋਂ ਮੈਂ ਰਾਕੇਸ਼ ਨੂੰ ਰੋਂਦੇ ਵੇਖਿਆ ਤਾਂ ਮਨ ਬਹੁਤ ਦੁਖੀ ਹੋਇਆ। ਮੇਰੇ ਤੋਂ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ, ਪਰ ਕਰਾਂ ਕੀ? ਅਚਾਨਕ ਮੈਨੂੰ ਪਤਾ ਵੀ ਨਹੀਂ ਲੱਗਿਆ ਕਦੋਂ ਰੋਂਦੇ ਹੋਏ ਰਾਕੇਸ਼ ਨੂੰ ਮੈਂ ਇਹ ਕਹਿ ਕੇ ਹੌਸਲਾ ਦੇ ਰਹੀ ਸੀ ਕਿ ਫਿਕਰ ਦੀ ਕੋਈ ਗੱਲ ਨਹੀਂ, ਸਭ ਕੁਝ ਠੀਕ ਹੋ ਜਾਏਗਾ। ਅਸੀਂ ਦੋਵੇਂ ਇੱਕ ਦੂਜੇ ਨੂੰ ਚੰਬੜ ਕੇ ਇਸ ਤਰ੍ਹਾਂ ਰੋ ਰਹੇ ਸੀ ਜਿਵੇਂ ਕੱਲ ਮੁੜ ਕੇ ਨਹੀਂ ਆਉਣੀ। ਮੈਂ ਉਸੇ ਤਰ੍ਹਾਂ ਸੌਂ ਗਈ ਤੇ ਜਦੋਂ ਮੇਰੀ ਅੱਖ ਖੁੱਲ੍ਹਦੀ ਰਾਕੇਸ਼ ਜਾਗ ਰਹੇ ਹੁੰਦੇ। ਉਹ ਮੈਨੂੰ ਪਲੋਸ ਕੇ ਫਿਰ ਸੌਂ ਜਾਣ ਲਈ ਕਹਿ ਦਿੰਦੇ। ਮੈਂ ਵੀ ਉਹਨਾਂ ਨੂੰ ਇਸ ਤਰ੍ਹਾਂ ਫੜਿਆ ਸੀ ਜਿਵੇਂ ਇਹ ਮੇਰੇ ਅੰਤਿਮ ਦਿਨ ਹੋਣ। ਫਿਰ ਸੋਮਵਾਰ ਦਾ ਦਿਨ ਚੜ੍ਹ ਆਇਆ। ਮੈਂ ਆਪਣੀਆਂ ਅੱਖਾਂ ਖੋਲ੍ਹੀਆਂ। ਬਾਹਰ ਧੁੱਪ ਨਿਕਲੀ ਹੋਈ ਸੀ। ਰਾਕੇਸ਼ ਪਹਿਲਾਂ ਹੀ ਉੱਠੇ ਹੋਏ ਸਨ ਤੇ ਫੋਨ ਤੇ ਕਿਸੇ ਨਾਲ ਗੱਲ ਕਰ ਰਹੇ ਸਨ। ਹਾਲੇ ਮੈਂ ਉੱਠਣ ਦੇ ਬਾਰੇ ਸੋਚ ਹੀ ਰਹੀ ਸੀ ਕਿ ਮੰਮੀ ਆ ਗਏ। ਉਹ ਮੇਰਾ ਸਿਰ ਪਲੋਸ ਕੇ ਕਹਿਣ ਲੱਗੇ, ਮੀਨਾਕਸ਼ੀ ਉੱਠ ਜਾ ਬੇਟਾ, ਅਬ ਕੁਝ ਖਾ ਲੈ, ਐਸੇ ਕਬ ਤੱਕ ਚਲੇਗਾ? ਮੇਰਾ ਸਰੀਰ ਤੇ ਦਿਲ ਬੁਰੀ ਤਰ੍ਹਾਂ ਭਾਰੀ ਸਨ। ਪਤਾ ਨਹੀਂ ਕਿਉਂ ਮੇਰੀਆਂ ਬੰਦ ਅੱਖਾਂ ਵਿੱਚੋਂ ਵੀ ਗਰਮ ਹੰਝੂ ਇਸ ਤਰ੍ਹਾਂ ਵਗਣ ਲੱਗੇ ਜਿਵੇਂ ਮੇਰਾ ਉਹਨਾਂ ਤੇ ਕੋਈ ਕੰਟਰੋਲ ਹੀ ਨਹੀਂ ਸੀ। ਰਾਕੇਸ਼ ਨੇ ਕਿਹਾ ਕਿ ਵੀਨਾ ਦੀਦੀ ਮੇਰੇ ਨਾਲ ਗੱਲ ਕਰਨੀ ਚਾਹੁੰਦੀ ਹੈ, ਪਰ ਮੈਂ ਤਾਂ ਕਿਸੇ ਨਾਲ ਵੀ ਗੱਲ ਕਰਨ ਨੂੰ ਤਿਆਰ ਨਹੀਂ ਸੀ। ਮੈਂ ਉਹਨਾਂ ਨੂੰ ਬਚਪਨ 'ਚ ਬਹੁਤ ਪਹਿਲਾਂ ਮਿਲੀ ਸੀ। ਉਹ ਮੇਰੇ ਤੋਂ 6-7 ਸਾਲ ਵੱਡੀ ਸੀ। ਮੇਰੀ ਵੱਡੀ ਭੈਣ ਦੀ ਸਹੇਲੀ ਸੀ। ਉਹਨਾਂ ਦੇ ਸੁਲਝੇ ਹੋਏ ਤੇ ਨਫਾਸਤ ਵਾਲੇ ਵਿਅਕਤੀਤਵ ਤੇ ਨਰਮ ਬੋਲਣ ਵਾਲੇ ਅੰਦਾਜ਼ ਕਾਰਨ ਅਸੀਂ ਬੱਚੇ ਉਹਨਾਂ ਵੱਲ ਦੇਖਦੇ ਹੀ ਰਹਿ ਜਾਂਦੇ। ਉਹ ਤਾਂ ਜਿਵੇਂ ਸਾਡੇ ਪੱਧਰ ਤੋਂ ਬਹੁਤ ਉੱਚੀ ਸੀ, ਜਿਹਨੂੰ ਮੁਸਕਰਾਉਂਦੀ ਨੂੰ ਦੇਖ ਕੇ ਅਸੀਂ ਪ੍ਰਭਾਵਿਤ ਹੁੰਦੇ ਰਹਿੰਦੇ। ਮੈਂ ਉਸ ਵੀਨਾ ਦੀਦੀ ਨਾਲ ਅਜਿਹੇ ਸਮੇਂ ਕੀ ਗੱਲ ਕਰਦੀ? ਰਾਕੇਸ਼ ਨੇ ਕਿਹਾ, ਸਿਰਫ ਸੁਣ ਤਾਂ ਲੈ,
ਮੈਨੂੰ ਗੁੱਸਾ ਆ ਰਿਹਾ ਸੀ ਕਿ ਉਹ ਮੈਨੂੰ ਲੋਕਾਂ ਨਾਲ ਗੱਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ, ਪਰ ਉਹਨਾਂ ਨੇ ਫੋਨ ਦਾ ਰਿਸੀਵਰ ਮੇਰੇ ਕੰਨ ਨੂੰ ਲਗਾ ਦਿੱਤਾ। ਦੂਜੇ ਪਾਸਿਓਂ ਵੀਨਾ ਦੀਦੀ ਦੀ ਨਰਮ ਆਵਾਜ਼ ਆ ਰਹੀ ਸੀ, ਮੀਨਾਕਸ਼ੀ ਬੇਟਾ, ਇਸ ਤਰ੍ਹਾਂ ਕਿਉਂ ਕਰ ਰਹੀ ਹੈ? ਤੂੰ ਠੀਕ ਹੋ ਜਾਣਾ, ਬਸ ਥੋੜਾ ਹੌਸਲਾ ਰੱਖ। ਮੈਂ ਹਾਂਜੀ ਦੀਦੀ ਕਹੀ ਜਾ ਰਹੀ ਸੀ। ਰਾਕੇਸ਼ ਨੇ ਮੈਨੂੰ ਦੱਸਿਆ ਕਿ ਉਹਨੇ ਲਲਿਤ ਤੇ ਸਰ ਨੂੰ ਬੁਲਾਇਆ। ਲਲਿਤ ਕੱਪੜੇ ਵਗੈਰਾ ਲੈ ਕੇ ਆ ਰਿਹਾ ਹੈ ਤੇ ਉਹ 1 ਵਜੇ ਤੱਕ ਪਹੁੰਚ ਜਾਣਗੇ। ਰਾਕੇਸ਼ ਨੇ ਮਾਂ ਤੇ ਪਿਤਾ ਜੀ ਨੂੰ ਫੋਨ ਕਰ ਦਿੱਤਾ ਸੀ। ਨੀਰਜ ਨੇ ਦੀਪ ਤੇ ਸੀਮਾ ਦੀਦੀ ਨੂੰ ਦੱਸ ਦਿੱਤਾ ਸੀ। ਪਤਾ ਨਹੀਂ ਮੈਨੂੰ ਉਸ ਸਮੇਂ ਕੀ ਹੋ ਗਿਆ ਸੀ ਕਿ ਸਭ ਨੂੰ ਆਪਣੀ ਬਿਮਾਰੀ ਬਾਰੇ ਦੱਸਣਾ ਚਾਹੁੰਦੀ ਸੀ। ਮੈਂ ਇਸ ਸੱਚਾਈ ਨੂੰ ਛਿਪਾਉਣਾ ਜਾਂ ਝੂਠ ਨਾਲ ਢਕਣਾ ਨਹੀਂ ਚਾਹੁੰਦੀ ਸੀ। ਸ਼ਾਲਿਨੀ, ਅਸ਼ਵਨੀ ਸ਼ਰਮਾ ਆਦਿ ਨੂੰ ਵੀ ਦੱਸ ਦਿੱਤਾ, ਪਰ ਉਹਨਾਂ ਦੇ ਸਾਹਮਣੇ ਆਉਣ ਤੇ ਕਹਾਂਗੀ ਕੀ, ਪਰ ਨਹੀਂ, ਆ ਤਾਂ ਜਾਣ ਦਿਓ। 11 ਵਜੇ ਸ਼ਾਲਿਨੀ ਪਹੁੰਚ ਗਈ। ਅਸੀਂ ਦੋਵਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਕਹਿਣ ਸੁਣਨ ਲਈ ਤਾਂ ਕੁਝ ਰਹਿ ਹੀ ਨਹੀਂ ਗਿਆ ਸੀ। ਉਹ 1 ਘੰਟਾ ਉੱਥੇ ਰਹੀ, ਪਰ ਅਸੀਂ ਗੱਲ ਕੋਈ ਨਹੀਂ ਕੀਤੀ। ਫਿਰ ਉਹ ਮੰਮੀ ਦੇ ਕਮਰੇ 'ਚ ਚਲੇ ਗਈ ਤੇ ਉਹ ਦੋਵੇਂ ਉੱਥੇ ਰੋਂਦੀਆਂ ਰਹੀਆਂ। ਮੇਰੀ ਮਾਂ ਹਾਲੇ ਤੱਕ ਮੇਰੇ ਸਾਹਮਣੇ ਨਹੀਂ ਰੋਈ ਸੀ, ਪਰ ਹੁਣ ਮੈਨੂੰ ਉਹਦੇ ਸੁਬਕਣ ਦੀ ਆਵਾਜ਼ ਆ ਰਹੀ ਸੀ। ਸ਼ਾਲਿਨੀ ਫਿਰ ਕੁਝ ਅਸਪਸ਼ਟ ਪਰ ਉਮੀਦ ਭਰੀਆਂ ਗੱਲਾਂ ਕਹਿ ਕੇ ਚਲੀ ਗਈ, ਜਿਨ੍ਹਾਂ ਤੇ ਮੈਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ। ਹੁਣ ਕੀ ਕੀਤਾ ਜਾਏ? ਤਕਰੀਬਨ 1 ਘੰਟੇ ਬਾਅਦ ਉਹ ਤਿੰਨੇ, ਸਰ, ਲਲਿਤ ਤੇ ਦੀਪਸ਼ਿਖਾ ਆ ਗਏ। ਮੈਂ ਫਿਰ ਰੋਣਾ ਸ਼ੁਰੂ ਕਰ ਦਿੱਤਾ। ਲਲਿਤ ਨੇ ਮੇਰਾ ਸਿਰ ਪਲੋਸ ਕੇ ਕਿਹਾ, ਠੀਕ ਹੋ ਜਾਏਗਾ, ਫਿਕਰ ਨਾ ਕਰ। ਦੀਪਸ਼ਿਖਾ ਨੇ ਤਾਂ ਚੁੱਪਚਾਪ ਬਸ ਮੇਰਾ ਹੱਥ ਫੜਿਆ ਸੀ। ਉਹ ਸ਼ਿਮਲਾ ਤੋਂ ਮੇਰੇ ਕੁਝ ਕੱਪੜੇ ਲੈ ਕੇ ਆਏ ਸਨ। ਸਰ ਬਾਹਰ ਬੈਠੇ ਸਨ। ਆਪਣੇ ਦੁੱਖ 'ਚ ਗਲਤਾਨ ਹੁੰਦਿਆਂ ਵੀ ਮੈਨੂੰ ਦਿਸ ਰਿਹਾ ਸੀ ਕਿ ਰਾਕੇਸ਼ ਨਾਲ ਗੱਲ ਕਰਦੇ ਹੋਏ ਉਹ ਬਹੁਤ ਪਰੇਸ਼ਾਨ ਸੀ। ਫਿਰ ਸਰ ਨੇ ਮੈਨੂੰ ਬਾਹਰ ਬੁਲਾਇਆ। ਕੈਂਸਰ ਦੇ ਬਾਰੇ ਸੁਣਨ ਤੋਂ ਬਾਅਦ ਮੈਂ ਪਹਿਲੀ ਵਾਰੀ ਘਰ ਦੀ 4 ਦੀਵਾਰੀ ਤੋਂ ਬਾਹਰ ਨਿਕਲੀ ਸੀ। ਅੰਦਰ ਬਹੁਤ ਬੇਚੈਨੀ ਹੁੰਦੇ ਹੋਏ ਵੀ ਮੈਂ ਚੁੱਪਚਾਪ ਜਾ ਕੇ ਬੈਠ ਗਈ। ਸਰ ਤੋਂ ਵੀ ਕੁਝ ਦੇਰ ਜ਼ਿਆਦਾ ਗੱਲ ਨਾ ਕੀਤੀ ਗਈ। ਫਿਰ ਉਹਨਾਂ ਨੇ ਬਾਹਰ ਸੈਰ ਤੇ ਚੱਲਣ ਲਈ ਕਿਹਾ। ਮੈਂ ਕਿਧਰੇ ਵੀ ਜਾਣ ਨੂੰ ਤਿਆਰ ਨਹੀਂ ਸੀ। ਜਦੋਂ ਰਾਕੇਸ਼ ਵੀ ਮੇਰੇ ਹੱਕ 'ਚ ਨਾ ਬੋਲ ਕੇ ਚੁੱਪ ਰਹੇ ਤਾਂ ਮੈਂ ਸਰ ਨਾਲ ਜ਼ਿਆਦਾ ਬਹਿਸ ਨਾ ਕਰ ਸਕੀ। ਜ਼ਿਆਦਾ ਬੋਲਣ ਦੀ ਹਿੰਮਤ ਨਾ ਹੋਣ ਕਾਰਨ ਮੈਂ ਸਿਰਫ ਹਾਂਜੀ, ਠੀਕ ਹੈ, ਨਹੀਂ ਵਰਗੇ ਸ਼ਬਦ ਹੀ ਬੋਲ ਰਹੀ ਸੀ। ਸ਼ਬਦ ਇੱਕ ਕੰਨ 'ਚ ਪੈ ਕੇ ਦੂਜੇ 'ਚੋਂ ਨਿਕਲਦੇ ਜਾ ਰਹੇ ਸੀ। ਕਿਸੇ ਗੱਲ ਦਾ ਕੋਈ ਅਸਰ ਹੀ ਨਹੀਂ। ਮੰਮੀ ਨੇ ਮੈਨੂੰ ਵਾਲ ਵਗੈਰਾ ਵਾਹੁਣ ਲਈ ਕਿਹਾ। ਹੁਣ ਜਦੋਂ ਮੈਂ ਆਪਣੇ ਵੱਲ ਨਿਗਾਹ ਮਾਰੀ ਤਾਂ ਵੇਖਿਆ ਮੈਂ ਨੀਲੇ ਰੰਗ ਦੀ ਬਾਥਰੂਮ ਚੱਪਲ ਹੀ ਪਾਈ ਸੀ, ਜਿਹੜੀ ਕਿ ਆਰਾਮਦਾਇਕ ਹੋਣ ਕਾਰਨ ਅਗਲੇ 1.5 ਸਾਲ ਤੱਕ ਮੇਰੀ ਖਾਸ ਪਹਿਚਾਣ ਬਣੀ ਰਹੇਗੀ। ਸਰ ਨੇ ਲਲਿਤ ਤੇ ਦੀਪਸ਼ਿਖਾ ਨੂੰ ਪਿੱਛੇ ਹੀ ਰੁਕਣ ਲਈ ਕਹਿ ਦਿੱਤਾ, ਕਿਉਂਕਿ ਮੇਰੇ ਤੇ ਰਾਕੇਸ਼ ਨਾਲ ਹੀ ਗੱਲਾਂ ਕਰਨੀਆਂ ਚਾਹੁੰਦੇ ਸੀ। ਮੈਨੂੰ ਉਹਨਾਂ ਨੂੰ ਇਸ ਤਰ੍ਹਾਂ ਪਿੱਛੇ ਰੋਕਿਆ ਜਾਣਾ ਬੁਰਾ ਵੀ ਲੱਗਿਆ, ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਮੈਂ ਲਾਅਨ ਤੋਂ ਨਿਕਲ ਕੇ ਸੜਕ ਤੇ ਆ ਗਈ। ਮੇਰੀਆਂ ਲੱਤਾਂ ਕੰਬ ਰਹੀਆਂ ਸਨ। ਇੰਨਾ ਕੁਝ ਹੋਣ ਦੇ ਬਾਅਦ ਵੀ ਲੋਕਾਂ ਦੇ ਸਾਹਮਣੇ ਨਿਕਲਣਾ ਮੈਨੂੰ ਅਜੀਬ ਲੱਗ ਰਿਹਾ ਸੀ। ਭਾਵੇਂ ਦੇਖਣ ਵਾਲਿਆਂ ਨੂੰ ਸਾਡੇ 'ਚ ਕੁਝ ਵੀ ਅਜੀਬ ਨਜ਼ਰ ਨਾ ਆਉਂਦਾ ਹੋਵੇ, ਪਰ ਮੈਂ ਇਹੀ ਸੋਚੀ ਜਾ ਰਹੀ ਸੀ ਕਿ ਲੋਕਾਂ ਨੂੰ ਮੇਰੀ ਬਿਮਾਰੀ ਬਾਰੇ ਪਤਾ ਹੈ ਜਾਂ ਨਹੀਂ। ਸਰ ਨੇ ਦਾਰਸ਼ਨਿਕਾਂ ਵਾਲੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਜ਼ਿੰਦਗੀ 'ਚ ਬਹੁਤ ਕੁਝ ਹੋ ਜਾਂਦਾ ਹੈ। ਮਨੁੱਖੀ ਜੀਵਨ ਇਸੇ ਨੂੰ ਕਹਿੰਦੇ ਆ। ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ, ਹਾਲਾਤ ਨਾਲ ਲੜਨਾ ਚਾਹੀਦਾ, ਵਗੈਰਾ ਵਗੈਰਾ। ਬੋਲਦੇ ਰਹੇ। ਮੈਂ ਹਾਂਜੀ ਕਹਿੰਦੀ ਹੋਈ ਸਿਰ ਹਿਲਾਉਂਦੀ ਰਹੀ। ਮੇਰੇ ਕੋਲ ਕਹਿਣ ਲਈ ਕੁਝ ਹੋਰ ਹੈ ਹੀ ਨਹੀਂ ਸੀ, ਨਾ ਕੋਈ ਖਿਆਲ, ਨਾ ਕੋਈ ਸ਼ਬਦ। ਸਰ ਬੋਲਦੇ ਰਹੇ। ਉਹਨਾਂ ਨੇ ਆਪਣੇ ਪਰਿਵਾਰ, ਆਪਣੀਆਂ ਭੈਣਾਂ ਦੀ ਗੱਲ ਕੀਤੀ। ਉਹਨਾਂ ਦੇ ਪਰਿਵਾਰ ਤੇ ਦੋਸਤਾਂ ਮਿੱਤਰਾਂ 'ਚ 5-6 ਕੇਸ ਅਜਿਹੇ ਸੀ ਜਿਨ੍ਹਾਂ ਨੂੰ ਇਹ ਬਿਮਾਰੀ ਹੋਈ ਤੇ ਹੁਣ ਉਹ ਆਮ ਵਰਗੀ ਜ਼ਿੰਦਗੀ ਜੀ ਰਹੇ ਸਨ। ਉਹ ਗੱਲਾਂ ਕਰਦੇ ਰਹੇ ਤੇ ਅਸੀਂ ਜੰਗਲ ਵਾਲੀ ਸੜਕ ਤੱਕ ਪਹੁੰਚ ਗਏ। ਰਾਕੇਸ਼ ਨੇ ਹਾਲੇ ਤੱਕ ਕੁਝ ਵੀ ਨਹੀਂ ਕਿਹਾ ਸੀ। ਸ਼ਾਇਦ ਇਹ ਸਾਰਾ ਭਾਸ਼ਣ ਉਹਨਾਂ ਲਈ ਨਾ ਹੋ ਕੇ ਮੇਰੇ ਲਈ ਸੀ। ਸਰ ਨੇ ਕਿਹਾ, ਤੂੰ ਜਿੰਦਾ ਦਿਲ ਬਣਨਾ ਹੈ। ਜ਼ਿੰਦਗੀ ਆਖਰ ਹੈ ਵੀ ਤਾਂ ਇਹੀ ਕੁਝ। ਅਸੀਂ ਸਾਰਿਆਂ ਨੇ ਆਖਰ ਚਲੇ ਜਾਣਾ। ਫਿਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਾਫੀ ਦੇਰ ਪ੍ਰਾਰਥਨਾ ਤੇ ਮੈਡੀਟੇਸ਼ਨ ਕੀਤੀ ਹੈ, ਜਿਸ 'ਚ ਉਹਨਾਂ ਨੂੰ ਅਹਿਸਾਸ ਹੋਇਆ ਕਿ ਮੇਰੀ ਉਮਰ ਘੱਟੋ ਘੱਟ 22 ਸਾਲ ਹੋਰ ਹੈ। ਇਸ ਲਈ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਦੇਵੀ ਮਾਂ ਦਾ ਆਸ਼ੀਰਵਾਦ ਹੈ। ਉਹ ਮੇਰੇ ਲਈ ਦੇਵੀ ਮਾਂ ਦੀ ਮੂਰਤੀ ਵੀ ਲੈ ਕੇ ਆਏ ਸੀ। ਉਹਨਾਂ ਨੇ ਕਿਹਾ ਕਿ ਇਹਨੂੰ ਆਪਣੇ ਕੋਲ ਰੱਖੋ, ਦੇਵੀ ਮਈਆ ਦੇ ਵਿਸ਼ਵਾਸ ਰੱਖੋ, ਕੁਝ ਵੀ ਮਾੜਾ ਨਹੀਂ ਹੋਏਗਾ। ਇਸ ਤਰ੍ਹਾਂ ਉਹ ਜ਼ਿੰਦਗੀ, ਮੌਤ, ਦਰਸ਼ਨ ਸ਼ਾਸਤਰ, ਆਸ਼ਾਵਾਦਿਤਾ ਅਤੇ ਸਕਾਰਾਤਮਕ ਸੋਚ ਬਾਰੇ ਗੱਲਾਂ ਕਰਦੇ ਰਹੇ। ਹੌਲੀ ਹੌਲੀ ਮੇਰਾ ਮੂਡ ਬਦਲਣਾ ਸ਼ੁਰੂ ਹੋ ਗਿਆ। ਭਾਵੇਂ ਮੇਰਾ ਦਿਮਾਗ ਹਾਲੇ ਵੀ ਕਾਫੀ ਹੱਦ ਤੱਕ ਸੁੰਨ ਸੀ, ਪਰ ਮਨ ਨੇ ਥੋੜ੍ਹਾ ਜਿਹਾ ਇਹ ਸਮਝਣਾ ਸ਼ੁਰੂ ਕਰ ਦਿੱਤਾ ਕਿ ਕੋਈ ਰਾਹ ਨਿਕਲ ਵੀ ਸਕਦਾ ਹੈ। ਹੋਰ ਲੋਕਾਂ ਨੂੰ ਵੀ ਇਹ ਬਿਮਾਰੀ ਹੁੰਦੀ ਹੈ।
ਇਸ ਬਿਮਾਰੀ ਦੇ ਮਾਹਿਰ ਡਾਕਟਰ ਵੀ ਮੌਜੂਦ ਹਨ। ਇਸ ਲਈ 1 ਘੰਟੇ ਦੀ ਗੱਲਬਾਤ ਨੇ ਮੇਰੇ 'ਚ ਬਦਲਾਅ ਲਿਆਉਣਾ ਸ਼ੁਰੂ ਕਰ ਦਿੱਤਾ। ਮੈਨੂੰ ਉਹਨਾਂ ਦੇ ਸ਼ਬਦਾਂ ਤੋਂ ਤਾਕਤ ਮਿਲੀ। ਭਾਵੇਂ ਡੈਡੀ, ਮੰਮੀ ਤੇ ਰਾਕੇਸ਼ ਵੀ ਮੈਨੂੰ ਲਗਭਗ ਉਹੀ ਗੱਲਾਂ ਕਹਿ ਰਹੇ ਸਨ, ਪਰ ਉਦੋਂ ਮੇਰੇ ਤੇ ਕੋਈ ਅਸਰ ਨਹੀਂ ਸੀ। ਘਰਦਿਆਂ ਦੀਆਂ ਗੱਲਾਂ ਦਾ ਅਸਰ ਨਾ ਹੋਣ ਦੇ 2 ਕਾਰਨ ਹੋ ਸਕਦੇ। ਇੱਕ ਤਾਂ ਕਿ ਸਰ ਦੇ ਆਉਣ ਤੱਕ ਕੁਝ ਸਮਾਂ ਨਿਕਲ ਚੁੱਕਾ ਸੀ, ਤੇ ਦੂਜਾ ਮੈਂ ਸੋਚਿਆ ਹੋਏਗਾ ਕਿ ਘਰ ਵਾਲਿਆਂ ਨੇ ਤਾਂ ਕਹਿਣਾ ਹੀ ਹੈ, ਜਿਸ ਕਾਰਨ ਉਹਨਾਂ ਦੇ ਸ਼ਬਦ ਮੇਰੇ ਤੇ ਅਸਰ ਨਾ ਪਾ ਸਕੇ। ਇੱਕ ਹੋਰ ਗੱਲ ਇਹ ਕਿ ਰਾਕੇਸ਼ ਤਾਂ ਹਮੇਸ਼ਾ ਹੀ ਕਹਿੰਦੇ ਰਹੇ ਸੀ ਕਿ ਮੈਨੂੰ ਕੁਝ ਨਹੀਂ ਹੋਏਗਾ, ਤੇ ਮੈਂ ਵਿਸ਼ਵਾਸ ਕਰਦੀ ਰਹੀ ਸੀ। ਪਰ ਜਦੋਂ ਹੁਣ ਇਹ ਬਿਮਾਰੀ ਨਿਕਲ ਹੀ ਆਈ ਸੀ ਤਾਂ ਮੈਂ ਕਿਵੇਂ ਉਹਨਾਂ ਤੇ ਵਿਸ਼ਵਾਸ ਕਰਦੀ? ਇੰਨੇ ਸਾਲਾਂ ਤੋਂ ਮੈਂ ਰਾਕੇਸ਼ ਤੇ ਰੱਬ ਵਰਗਾ ਵਿਸ਼ਵਾਸ ਕਰਦੀ ਆਈ ਸੀ। ਜੇਕਰ ਉਹ ਕਹਿੰਦੇ ਕਿ ਤੈਨੂੰ ਸਿਰ ਦਰਦ ਨਹੀਂ ਤਾਂ ਮੈਂ ਮੰਨ ਲੈਂਦੀ। ਜੇਕਰ ਉਹ ਕਹਿੰਦੇ ਤੈਨੂੰ ਭੁੱਖ ਲੱਗੀ ਹੈ ਤਾਂ ਮੈਂ ਸਵੀਕਾਰ ਕਰ ਲੈਂਦੀ। ਉਹ ਤਾਂ ਮੇਰੀ ਅੰਤਰਦ੍ਰਿਸ਼ਟੀ ਬਣ ਚੁੱਕੇ ਸੀ। ਪਰ ਹੁਣ ਇਹ ਕੈਂਸਰ, ਮੈਂ ਕਿਵੇਂ ਹੁਣ ਭਰੋਸਾ ਕਰਾਂ? ਮੈਨੂੰ ਪਤਾ ਸੀ ਕਿ ਉਹਨਾਂ ਦਾ ਕੋਈ ਕਸੂਰ ਨਹੀਂ। ਉਹ ਤਾਂ ਸਿਰਫ ਹਾਂ ਪੱਖੀ ਸੋਚ ਵਾਲੇ ਵਿਅਕਤੀ ਸਨ। ਪਰ ਸਰ ਮੈਨੂੰ ਬਹਾਦਰ ਬਣਨ ਲਈ ਕਹਿੰਦੇ ਰਹੇ ਤੇ ਮੈਂ ਉਹਨਾਂ ਵੱਲ ਮੁਸਕਰਾ ਕੇ, ਸਿਰ ਹਿਲਾ ਕੇ ਬਹਾਦਰ ਬਣਨ ਦਾ ਦਿਖਾਵਾ ਕਰਦੀ ਰਹੀ। ਪਰ ਮੇਰੇ ਅੰਦਰ ਹਾਲੇ ਵੀ ਕੋਈ ਬਹਾਦਰੀ ਨਹੀਂ ਸੀ। ਅਸੀਂ ਘਰ ਪਹੁੰਚੇ ਤਾਂ ਲਲਿਤ ਤੇ ਦੀਪਸ਼ਿਖਾ ਮੰਮੀ ਨਾਲ ਗੱਲਾਂ ਕਰ ਰਹੇ ਸਨ। ਸਰ ਨੇ ਦੇਵੀ ਦੀ ਮੂਰਤੀ ਮੈਨੂੰ ਦਿੰਦੇ ਹੋਏ ਮੈਨੂੰ ਮੇਰੇ ਤੇ ਭਰੋਸਾ ਹੈ ਤੇ ਮੈਨੂੰ ਦੇਵੀ ਮਾਂ ਤੇ ਤੈਨੂੰ ਕੁਝ ਨਹੀਂ ਹੋਏਗਾ। ਫਿਰ ਉਹ 4 ਵਜੇ ਵਾਪਸ ਚਲੇ ਗਏ। ਹੁਣ ਮੇਰੇ ਵਿੱਚ ਕੁਝ ਤਬਦੀਲੀ ਆਈ। ਹੁਣ ਸੌਣ ਦੀ ਥਾਂ ਮੈਂ ਇਸ ਵੱਡੀ ਮੁਸੀਬਤ ਦਾ ਮੁਕਾਬਲਾ ਕਰਨਾ ਚਾਹੁੰਦੀ ਸੀ, ਜਾਂ ਘੱਟੋ ਘੱਟ ਗੱਲ ਕਰਨ ਲਈ ਤਿਆਰ ਸੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਰਾਕੇਸ਼ ਤੇ ਮੈਂ ਜਦੋਂ ਛੱਤ ਤੇ ਜਾਣ ਲਈ ਚੜ੍ਹਨ ਲੱਗੇ ਤਾਂ ਮੇਰੇ ਮਾਤਾ ਪਿਤਾ ਦੇ ਚਿਹਰੇ ਦਾ ਸਕੂਨ ਸਾਫ਼ ਨਜ਼ਰ ਆ ਰਿਹਾ ਸੀ। ਸਰ ਦੇ ਆਉਣ ਨਾਲ ਮੈਨੂੰ ਕਾਫੀ ਫਰਕ ਪਿਆ। ਭਾਵੇਂ ਅੰਦਰੋਂ ਮੈਂ ਹਾਲੇ ਵੀ ਪਹਿਲਾਂ ਵਰਗੀ ਨਹੀਂ ਸੀ, ਪਰ ਹੁਣ ਉਦਾਸ ਹੋ ਕੇ ਲੰਮੇ ਪੈਣ ਨਾਲੋਂ ਮੈਂ ਤੁਰ ਫਿਰ ਰਹੀ ਸੀ। ਮੈਂ ਸਰ, ਲਲਿਤ ਤੇ ਦੀਪਸ਼ਿਖਾ ਨਾਲ ਬੈਠ ਕੇ ਚਾਹ ਦਾ ਕੱਪ ਵੀ ਪੀ ਲਿਆ। ਜਿਹੜੀਆਂ ਗੱਲਾਂ ਨੂੰ ਮੈਂ ਬਿਲਕੁਲ ਸਿਰੇ ਤੋਂ ਖਾਰਜ ਕਰ ਰਹੀ ਸੀ, ਉਹਨਾਂ ਦੇ ਬਾਰੇ ਕੁਝ ਸੋਚਣਾ ਸ਼ੁਰੂ ਕਰ ਦਿੱਤਾ। ਰਾਕੇਸ਼ ਨੇ ਫੋਨ ਤੇ ਅਨੂ ਦੀਦੀ ਨਾਲ ਗੱਲ ਕੀਤੀ ਤੇ ਫੋਨ ਮੈਨੂੰ ਦੇ ਦਿੱਤਾ। ਦੋਵੇਂ ਪਾਸੇ ਅਸੀਂ ਰੋਈ ਜਾ ਰਹੀਆਂ ਸੀ। ਫਿਰ ਜੀਜਾ ਜੀ ਨੇ ਫੋਨ ਫੜ ਲਿਆ ਤਾਂ ਮੈਂ ਸਿਰਫ ਹਾਂਜੀ ਹਾਂਜੀ ਕਹਿੰਦੀ ਰਹੀ। ਹੁਣ ਮੇਰੇ ਵਿੱਚ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਪਹਿਲੀ ਵੱਡੀ ਤਬਦੀਲੀ ਸੀ। ਹੁਣ ਮੇਰੀ ਸੋਚ ਸਿਰਫ ਨਕਾਰਾਤਮਕ ਹੋ ਕੇ 2 ਪਾਸੇ ਚੱਲ ਰਹੀ ਸੀ। ਇੱਕ ਮਨ ਹਾਲੇ ਵੀ ਨਿਰਾਸ਼ ਸੀ, ਪਰ ਦੂਜਾ ਮਨ ਅੱਗੇ ਦੀ ਕਾਰਵਾਈ ਬਾਰੇ ਸੋਚ ਰਿਹਾ ਸੀ। ਸਾਰੀ ਕਾਰਵਾਈ ਦੀ ਜ਼ਿੰਮੇਵਾਰੀ ਰਾਕੇਸ਼ ਨੇ ਸੰਭਾਲ ਲਈ। ਮੇਰੇ ਆਪਣੇ ਸੰਭਾਲੇ ਕੰਮ ਤਾਂ ਬੱਚਿਆਂ ਵਾਲੇ ਹੀ ਸੀ, ਜਿਵੇਂ ਕਿ ਮਾਂ ਜੀ, ਪਿਤਾ ਜੀ, ਦੀਪੂ, ਸੀਮਾ ਦੀਦੀ ਨਾਲ ਕਦੋਂ ਗੱਲ ਕਰਨੀ ਹੈ, ਸ਼ਿਮਲੇ ਵਾਲੇ ਸਾਡੇ ਘਰ 'ਚ ਮਲਾਈ ਦੇ ਰਾਜਮਾਂਹ ਨੂੰ ਖਰਾਬ ਨਹੀਂ ਹੋਣ ਦੇਣਾ, ਸਾਡੀ ਨੌਕਰਾਣੀ ਨੇ ਮੇਰੇ ਬੂਟ ਧੋ ਦਿੱਤੇ ਜਾਂ ਹਾਲੇ ਵੀ ਪਾਣੀ 'ਚ ਭਿੱਜੇ ਹੈ, ਦੀਪਸ਼ਿਖਾ ਮੇਰੇ ਸਹੀ ਕੱਪੜੇ ਲੈ ਕੇ ਆਈ ਹੈ ਜਾਂ ਨਹੀਂ, ਰਾਕੇਸ਼ ਦੇ ਬਨਿਆਨ ਵਗੈਰਾ ਪੂਰੇ ਆ ਗਏ ਹਨ ਜਾਂ ਨਹੀਂ। ਫਿਰ ਸਾਡੇ ਗੁਆਂਢੀਆਂ ਨੂੰ ਇਸ ਗੱਲ ਦਾ ਪਤਾ ਹੀ ਨਾ ਚੱਲੇ। ਇਸ ਤੋਂ ਇਲਾਵਾ ਦੁੱਧ ਵਾਲੇ ਨੂੰ ਤੇ ਕੰਮ ਵਾਲੇ ਨੂੰ ਸੁਨੇਹਾ ਵੀ ਦੇਣਾ ਸੀ। ਮੈਨੂੰ ਥੋੜਾ ਜਿਹਾ ਅਹਿਸਾਸ ਸੀ ਕਿ ਰਾਕੇਸ਼ ਕਈ ਲੋਕਾਂ ਨਾਲ ਗੱਲਬਾਤ ਕਰਕੇ ਡਾਕਟਰਾਂ ਨਾਲ ਸੰਪਰਕ ਕਰ ਰਹੇ ਹਨ। ਹੁਣ ਮੈਨੂੰ ਆਪਣੀ ਕਿਤਾਬ ਵਿਸਪਰਿੰਗ ਦੇਵਦਾਸ ਤੇ ਦਲਾਈ ਲਾਮਾ ਬਾਰੇ ਲੇਖ ਲਿਖੇ ਦੀ ਵੀ ਯਾਦ ਆਈ, ਜਿਹਦੀ ਮੈਨੂੰ 4 ਮਹੀਨਿਆਂ ਤੋਂ ਛਪਣ ਦੀ ਇੰਤਜ਼ਾਰ ਸੀ। ਇਹ ਮੇਰੀ ਜ਼ਿੰਦਗੀ ਦੀ ਖਾਸ ਪ੍ਰਾਪਤੀ ਹੋਣੀ ਸੀ। ਪਰ ਥੋੜੀ ਦੇਰ ਬਾਅਦ ਉਹੀ ਪਰੇਸ਼ਾਨੀ ਜੀ ਆ ਕੇ ਖੜੀ ਹੋ ਗਈ। ਸਾਰੇ ਮਿਲਣ ਵਾਲਿਆਂ ਨੂੰ ਸੱਚਾਈ ਦੱਸਣੀ ਜ਼ਰੂਰੀ ਸੀ। ਮੇਰਾ ਇਰਾਦਾ ਹੁਣ ਝੂਠ ਬੋਲਣ ਜਾਂ ਜਾਣਕਾਰੀ ਦੇਣ ਵਿੱਚ ਦੇਰੀ ਕਰਨ, ਮਨ ਤੇ ਬੋਝ ਰੱਖਣ ਦਾ ਬਿਲਕੁਲ ਨਹੀਂ ਸੀ। ਰਾਕੇਸ਼ ਹਾਲੇ ਵੀ ਬੈਂਗਲੌਰ, ਲੰਡਨ, ਅਮਰੀਕਾ, ਟਾਟਾ ਮੈਮੋਰੀਅਲ, PGI ਤੇ ਏਮਸ ਦੇ ਸੰਪਰਕ ਲੱਭ ਰਹੇ ਸਨ। 2-3 ਡਾਕਟਰ ਮਲਨ, ਡਾਕਟਰ ਹਰਦਿਆਲ ਨਾਲ ਤਾਂ ਉਹਨਾਂ ਦੀ ਕਈ ਵਾਰੀ ਗੱਲਬਾਤ ਹੁੰਦੀ। ਮੈਂ ਤਾਂ ਬਸ ਛੱਤ ਉੱਤੇ ਖਾਲੀ ਗੇੜੇ ਕੱਢਦੀ ਹੋਈ ਉਹਨਾਂ ਦੀ ਗੱਲਬਾਤ ਸੁਣਦੀ ਰਹਿੰਦੀ ਸੀ। ਇਸ ਸਮੇਂ ਮੈਨੂੰ ਵੱਡੇ ਫੈਸਲੇ, ਜਿਵੇਂ ਕਿ ਡਾਕਟਰ ਆਪਰੇਸ਼ਨ, ਖਰਚ ਵਰਗੀਆਂ ਗੱਲਾਂ ਤੋਂ ਵਿਹਲੀ ਕਰ ਦਿੱਤਾ ਗਿਆ ਸੀ। ਮੇਰਾ ਕੰਮ ਸਿਰਫ ਕਿਹਨੂੰ ਕੀ ਦੱਸਣਾ ਹੈ ਤੱਕ ਹੀ ਸੀਮਤ ਸੀ। ਸਾਡੇ ਹੋਰ ਦੋਸਤ ਵੀ ਸ਼ਿਮਲਾ ਤੋਂ ਆ ਰਹੇ ਸਨ। ਮੈਨੂੰ ਦੱਸਿਆ ਗਿਆ ਕਿ ਅਸੀਂ ਸਾਰਿਆਂ ਨੇ ਚੰਡੀਗੜ੍ਹ ਜਾਣਾ ਹੈ। ਡਾਕਟਰ ਮਲਨ ਦੇ ਦੋਸਤ PGI ਤੋਂ ਰਿਟਾਇਰ ਆਦਮੀ ਨੇ ਵੀ ਸਾਡੇ ਨਾਲ ਜਾਣਾ ਸੀ। ਵੀਰ ਜੀ ਨੇ ਆਪਣੀ ਗੱਡੀ ਤੇ ਡਰਾਈਵਰ ਭੇਜਣਾ ਸੀ। ਸਾਡਾ ਪ੍ਰੋਗਰਾਮ ਸਵੇਰੇ 6 ਵਜੇ ਤੁਰਨ ਦਾ ਸੀ। ਹੁਣ ਮੈਨੂੰ ਉਹਨਾਂ ਸਾਰਿਆਂ ਦੇ ਨਾਸ਼ਤੇ ਦੀ ਫਿਕਰ ਵੀ ਹੋਈ।
ਨਜ਼ਦੀਕੀ ਦੋਸਤਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਉਹ ਵੀ ਚੰਡੀਗੜ੍ਹ ਪਹੁੰਚਣਾ ਚਾਹੁੰਦੇ ਸਨ, ਪਰ ਰਾਕੇਸ਼ ਦਾ ਇਰਾਦਾ ਸਭ ਨੂੰ ਮਨਾ ਕਰਨ ਦਾ ਸੀ। ਸਰ ਵੀ ਬਾਰ-ਬਾਰ ਫੋਨ ਕਰ ਰਹੇ ਸਨ ਤਾਂ ਕਿ ਲੋੜ ਸਮੇਂ ਕੰਮ ਆ ਸਕਣ। ਰਾਕੇਸ਼ ਨੂੰ ਚੰਡੀਗੜ੍ਹ ਵਿੱਚ ਇੱਕ HAS ਅਫਸਰ ਰੂਪਾਲੀ ਠਾਕੁਰ ਦਾ ਪਤਾ ਚੱਲਿਆ। ਇਸ ਤਰ੍ਹਾਂ ਇੱਕਦਮ ਹੀ ਪੂਰੀ ਗਹਿਮਾ-ਗਹਿਮੀ ਸ਼ੁਰੂ ਹੋ ਗਈ। ਹੁਣ ਭਾਵੇਂ ਬਾਹਰੋਂ ਹੀ ਸਹੀ, ਪਰ ਮੈਂ ਆਪਣੇ ਵਿਵਹਾਰ ਤੇ ਕਾਬੂ ਰੱਖਿਆ ਹੋਇਆ ਸੀ। ਵੀਨਾ ਦੀਦੀ ਦਾ ਮੁੜ ਫੋਨ ਆਇਆ ਤਾਂ ਮੈਨੂੰ ਸਮਝ ਨਾ ਆਵੇ ਕਿ ਮੈਂ ਕੀ ਕਹਾਂ, ਪਰ ਇੰਨਾ ਫਰਕ ਜ਼ਰੂਰ ਸੀ ਕਿ ਇਸ ਵਾਰੀ ਮੈਂ ਹਰ ਗੱਲ ਤੇ ਹਾਂਜੀ ਨਹੀਂ ਕੀਤੀ। ਫਿਰ ਡੈਡੀ ਨੇ ਫ੍ਰਿਜ 'ਚ ਮਠਿਆਈ ਦਾ ਡੱਬਾ ਕੱਢਿਆ। ਕਿਹਾ, ਅਸੀਂ ਇਹ ਖਾ ਸਕਦੇ ਹਾਂ ਕਿ ਨਹੀਂ? ਮੈਨੂੰ ਹਾਸਾ ਤੇ ਰੋਣਾ ਦੋਵੇਂ ਆ ਰਹੇ ਸਨ ਕਿ ਮਠਿਆਈ, ਤੇ ਇਸ ਵਕਤ ਮੰਮੀ ਨੂੰ ਬੁਰਾ ਲੱਗਿਆ ਤੇ ਉਹਨਾਂ ਨੇ ਡੈਡੀ ਦੇ ਹੱਥੋਂ ਡੱਬਾ ਲੈਣ ਦੀ ਕੀਤੀ, ਪਰ ਡੈਡੀ ਨੇ ਮਾਸੂਮੀਅਤ ਨਾਲ ਕਿਹਾ, ਕਿਉਂ ਨਹੀਂ ਖਾ ਸਕਦੇ? ਇਹ ਕਹਿ ਕੇ ਉਹਨਾਂ ਨੇ ਡੱਬਾ ਰਾਕੇਸ਼ ਦੇ ਅੱਗੇ ਕਰ ਦਿੱਤਾ ਤੇ ਰਾਕੇਸ਼ ਨੇ ਇੱਕ ਟੁਕੜਾ ਲੈ ਲਿਆ। ਮੇਰੇ ਅੱਗੇ ਡੱਬਾ ਆਉਣ ਤੇ ਨਾ ਮਨ ਹੁੰਦੇ ਹੋਏ ਵੀ ਮੈਂ ਇੱਕ ਟੁਕੜਾ ਲੈ ਕੇ ਖਾਣਾ ਸ਼ੁਰੂ ਕਰ ਦਿੱਤਾ। ਮੈਨੂੰ ਖੁਦ ਤੇ ਸਾਰਿਆਂ ਨੂੰ ਮਿਠਾਈ ਖਾਂਦਿਆਂ ਵੇਖ ਕੇ ਬੜਾ ਅਜੀਬ ਲੱਗ ਰਿਹਾ ਸੀ। ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ 3 ਰਾਤਾਂ ਹੀ ਨਿਕਲੀਆਂ ਸਨ, ਪਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ 3 ਸਾਲ ਗੁਜ਼ਰ ਗਏ ਹੋਣ। ਅਗਲਾ ਅੰਗ ਹੈ 8ਵਾਂ, ਔਖਾ ਸਫ਼ਰ। ਰਾਤ ਨੂੰ ਮੈਨੂੰ ਚੰਗੀ ਨੀਂਦ ਆਈ ਤੇ ਅਗਲੀ ਸਵੇਰ ਅਸੀਂ ਚੰਡੀਗੜ੍ਹ ਲਈ ਤੁਰ ਪਏ। ਕਾਰ 'ਚ ਲਗਾਤਾਰ ਚੁੱਪੀ ਦਾ ਬੋਝ ਸੀ। PGI ਪਹੁੰਚ ਕੇ ਅਸੀਂ ਨਵੀਂ OPD 'ਚ ਚਲੇ ਗਏ। ਉੱਥੇ ਬੈਠੇ ਮਰੀਜ਼ ਠੀਕ ਠਾਕ ਲੱਗ ਰਹੇ ਸਨ। ਮੈਨੂੰ ਲੱਗਿਆ ਇਹਨਾਂ ਦੀ ਬਿਮਾਰੀ ਮੇਰੇ ਮੁਕਾਬਲੇ ਕੁਝ ਵੀ ਨਹੀਂ। ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੈਨੂੰ ਕੈਂਸਰ ਹੈ ਤੇ ਮੈਂ ਮਰਨ ਵਾਲੀ ਹਾਂ। ਮੈਂ ਮੰਮੀ ਡੈਡੀ ਕੋਲ ਬੈਠੀ ਸੀ ਤੇ ਰਾਕੇਸ਼ ਸਾਰੀ ਭੱਜ ਦੌੜ ਕਰ ਰਹੇ ਸਨ। ਵੀਰ ਜੀ ਵੀ ਜਦੋਂ ਪਹੁੰਚੇ ਤਾਂ ਉਹਨਾਂ ਦੀਆਂ ਅੱਖਾਂ 'ਚ ਹੰਝੂ ਸਨ। ਮੰਮੀ ਡੈਡੀ ਵੀ ਉਹਨਾਂ ਨੂੰ ਵੇਖ ਕੇ ਭਾਵੁਕ ਹੋ ਗਏ ਸਨ, ਪਰ ਮੰਮੀ ਨੇ ਆਪਣੇ ਆਪ ਤੇ ਕਾਬੂ ਪਾ ਲਿਆ ਤੇ ਕਿਹਾ ਕਿ ਅਸੀਂ ਰੋ ਕਿਉਂ ਰਹੇ ਹਾਂ? ਅਸੀਂ ਤਾਂ ਲੜਨਾ ਹੈ। ਬਹੁਤ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਹੁੰਦੀਆਂ, ਅਸੀਂ ਮੁਕਾਬਲਾ ਕਰਾਂਗੇ। ਮੈਨੂੰ ਇੱਕਦਮ ਧਿਆਨ ਆਇਆ ਕਿ ਆਸੇ-ਪਾਸੇ ਬੈਠੇ ਲੋਕ ਕੀ ਸੋਚਣਗੇ। ਮੈਂ ਆਪਣੀਆਂ ਅੱਖਾਂ ਪੂੰਝ ਲਈਆਂ। ਸਰ ਦੇ ਵਿਦਿਆਰਥੀ ਵੀ ਆ ਗਏ ਸਨ। ਉਹ ਸਾਡੇ ਕੋਲ ਨਾ ਆ ਕੇ ਦੂਰ ਹੀ ਖੜੇ ਸਨ। ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਥੋੜ੍ਹੀ ਦੇਰ ਬਾਅਦ ਮਰ ਜਾਣ ਵਾਲੇ ਵਿਅਕਤੀ ਵੱਲ ਕਿਵੇਂ ਦੇਖਣ ਤੇ ਕੀ ਗੱਲ ਕਰਨ। ਰਾਕੇਸ਼ ਰੂਪਾਲੀ ਨੂੰ ਲੈ ਕੇ ਆਏ। ਭਾਵੇਂ ਉਹਦੇ ਚਿਹਰੇ ਤੇ ਮੁਸਕਾਨ ਸੀ, ਪਰ ਜਦੋਂ ਮੈਂ ਰੋਣਾ ਸ਼ੁਰੂ ਕੀਤਾ ਤੇ ਉਹਨੂੰ ਸਮਝ ਨਾ ਆਇਆ ਕਿ ਕੀ ਕਰੇ। ਮੈਨੂੰ ਵੀ ਆਪਣੇ ਆਪ ਤੇ ਸ਼ਰਮ ਆਈ ਜਦੋਂ ਉਹਨੇ ਕਿਹਾ, ਕੋਈ ਗੱਲ ਨਹੀਂ ਮੈਡਮ, ਸਭ ਠੀਕ ਹੋ ਜਾਏਗਾ। ਸਰਜਰੀ ਵਾਲੇ OPD 'ਚ ਬਹੁਤ ਭੀੜ ਸੀ। ਸੀਨੀਅਰ ਡਾਕਟਰ ਛਾਤੀਆਂ ਦੇ ਆਪਰੇਸ਼ਨ ਦਾ ਮਾਹਰ ਸੀ। ਦੇਖਣ 'ਚ ਬਹੁਤ ਹੀ ਸਧਾਰਨ ਜਿਹਾ ਲੱਗਣ ਵਾਲਾ ਵਿਅਕਤੀ ਸੀ। ਮੈਨੂੰ ਜਦੋਂ 2 ਜੂਨੀਅਰ ਡਾਕਟਰਾਂ ਦੀ ਮੇਜ਼ ਤੇ ਲਿਜਾਇਆ ਗਿਆ ਤਾਂ ਮੈਂ ਕਹਿਣਾ ਚਾਹੁੰਦੀ ਸੀ ਕਿ ਮੈਂ ਤਾਂ ਵੱਡੇ ਡਾਕਟਰ ਨੂੰ ਹੀ ਦਿਖਾਉਣਾ ਹੀ ਹਾਂ, ਪਰ ਮੇਰੇ ਅਜਿਹਾ ਬੋਲਣ ਤੋਂ ਪਹਿਲਾਂ ਹੀ ਰਾਕੇਸ਼ ਨੇ ਉਹਨਾਂ ਨੂੰ ਰਿਪੋਰਟਾਂ ਫੜਾ ਦਿੱਤੀਆਂ। ਜੂਨੀਅਰ ਡਾਕਟਰ ਨੇ ਉਹੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਕਿੰਨੀ ਉਮਰ, ਕਿੰਨੇ ਬੱਚੇ, ਚੈੱਕਅਪ ਕਿਉਂ ਨਹੀਂ ਕਰਵਾਇਆ, ਕੀ ਤਕਲੀਫ ਸੀ, ਕੋਈ ਦਰਦ ਜਾਂ ਕੋਈ ਤਰਲ ਦਾ ਰਿਸਾਵ। ਜਵਾਬ ਦਿੰਦੇ ਹੋਏ ਮੈਨੂੰ ਲੱਗਿਆ ਕਿ ਮੈਂ ਤਾਂ ਚੰਗੀ ਭਲੀ ਤੁਰ ਤੇ ਬੋਲ ਰਹੀ ਹਾਂ, ਫਿਰ ਮੈਂ ਇੰਨੇ ਸਦਮੇ ਤੇ ਨਿਰਾਸ਼ਾ 'ਚ ਕਿਉਂ ਪਹੁੰਚ ਗਈ ਹਾਂ। ਮੈਨੂੰ ਇੱਕ ਪਰਦਾ ਲੱਗੀ ਥਾਂ ਦੇ ਅੰਦਰ ਲਿਜਾ ਕੇ ਕੱਪੜੇ ਲਾਉਣ ਲਈ ਕਿਹਾ ਗਿਆ। ਮੈਨੂੰ ਘਬਰਾਹਟ ਹੋਈ ਕਿ ਕੀ ਮੈਨੂੰ ਵੱਡਾ ਡਾਕਟਰ ਨਹੀਂ ਵੇਖੇਗਾ। ਮੈਂ ਰਾਕੇਸ਼ ਵੱਲ ਵੀ ਘੂਰਿਆ ਕਿ ਉਹ ਇਸ ਡਾਕਟਰ ਨੂੰ ਕਹੇ ਕਿ ਅਸੀਂ ਵੱਡੇ ਡਾਕਟਰ ਨੂੰ ਹੀ ਦਿਖਾਣਾ। ਮੈਂ ਅੰਦਰ ਇੱਕ ਚਿੱਟੇ ਬੈੱਡ ਤੇ ਬੈਠ ਗਈ ਤੇ ਬਟਨ ਖੋਲ ਕੇ ਆਪਣੀ ਕਮੀਜ਼ ਨੂੰ ਫੜ ਲਿਆ। ਮੈਂ ਰਾਕੇਸ਼ ਨੂੰ ਕੁਝ ਕਹਿੰਦੇ ਸੁਣਿਆ। ਕੁਝ ਹੀ ਮਿੰਟਾਂ ਬਾਅਦ ਵੱਡਾ ਡਾਕਟਰ ਮੁਸਕਰਾਉਂਦੇ ਹੋਏ ਆਇਆ ਤੇ ਚੈੱਕ ਕਰਨ ਉਪਰੰਤ ਮੈਨੂੰ ਬਾਹਰ ਆਉਣ ਲਈ ਕਿਹਾ। ਮੈਂ ਹਾਲੇ ਕਮੀਜ਼ ਦੇ ਬਟਨ ਲਗਾ ਹੀ ਰਹੀ ਸੀ ਕਿ ਉਹੀ ਜੂਨੀਅਰ ਡਾਕਟਰ ਨੇ ਆ ਕੇ ਕਿਹਾ, ਬਟਨ ਖੋਲੋ, ਮੈਂ ਚੈੱਕ ਕਰਨਾ। ਮੈਨੂੰ ਛਾਤੀ ਮੁੜ ਨੰਗੀ ਕਰਦਿਆਂ ਸ਼ਰਮ ਤਾਂ ਆਈ, ਪਰ ਕੀ ਕੀਤਾ ਜਾ ਸਕਦਾ। ਇਸ ਡਾਕਟਰ ਦਾ ਮੁਆਇਨਾ ਕਰਨ ਦਾ ਤਰੀਕਾ ਵੱਡੇ ਡਾਕਟਰ ਵਰਗਾ ਨਹੀਂ ਸੀ। ਉਹਨੇ ਬਹੁਤ ਹੀ ਆਰਾਮ ਨਾਲ ਬਿਨਾਂ ਕਿਸੇ ਦਰਦ ਦੇ ਚੈੱਕ ਕੀਤਾ ਸੀ। ਮੈਨੂੰ ਗੁੱਸਾ ਆ ਰਿਹਾ ਸੀ ਕਿ ਅਜਿਹਾ ਮੇਰੇ ਨਾਲ ਕਿਉਂ ਹੋ ਰਿਹਾ। ਫਿਰ ਵੱਡੇ ਡਾਕਟਰ ਨੇ ਉਸ ਜੂਨੀਅਰ ਡਾਕਟਰ ਨੂੰ ਬੁਲਾ ਲਿਆ ਤੇ ਉਹ ਜਲਦੀ ਜੇ ਉੱਥੋਂ ਚਲਾ ਗਿਆ। ਮੈਂ ਬਾਹਰ ਆਈ ਤਾਂ ਦੇਖਿਆ ਕਿ ਇੱਕ 50 ਕੁ ਵਰ੍ਹਿਆਂ ਦੀ ਔਰਤ ਉਸ ਨਾਲ ਗੱਲ ਕਰ ਰਹੀ ਸੀ। ਹਲਕੀ ਜਿਹੀ ਮੁਸਕਾਨ ਦੇ ਨਾਲ ਉਹ ਔਰਤ ਕਹਿ ਰਹੀ ਸੀ, ਇਹ ਬਿਮਾਰੀ ਫਿਰ ਵੀ ਚੰਗੀ ਹੈ, ਘੱਟੋ ਘੱਟ ਭੋਜਨ ਬਾਰੇ ਤਾਂ ਕੋਈ ਪਾਬੰਦੀ ਨਹੀਂ, ਜੋ ਦਿਲ ਕਰੇ ਖਾ ਲਓ। ਬਾਅਦ 'ਚ ਪਤਾ ਚੱਲਿਆ ਕਿ ਉਸ ਔਰਤ ਨੂੰ ਵੀ ਛਾਤੀ ਦਾ ਕੈਂਸਰ ਸੀ। ਡਾਕਟਰ ਨੇ ਮੈਨੂੰ ਸਾਹਮਣੇ ਪਏ ਸਟੂਲ ਤੇ ਬੈਠਣ ਲਈ ਇਸ਼ਾਰਾ ਕੀਤਾ ਤੇ ਬਹੁਤ ਸਾਰੇ ਟੈਸਟ ਕਰਾਉਣ ਤੇ ਫਿਰ ਸ਼ਨੀਵਾਰ ਨੂੰ ਗੱਲ ਕਰਨ ਲਈ ਕਿਹਾ। ਫਿਰ ਉਹਨੇ ਅਗਲੇ ਮਰੀਜ਼ ਨੂੰ ਸੱਦਾ ਭੇਜਿਆ। ਹੁਣ ਮੇਰੀ ਜ਼ਿੰਦਗੀ 'ਚ ਨਵਾਂ ਦੌਰ ਸ਼ੁਰੂ ਹੋ ਗਿਆ।
ਦਰਦ ਦਾ ਦੌਰ। ਹੁਣ ਇਹੀ ਧਿਆਨ ਰਹਿੰਦਾ ਸੀ ਕਿ ਕਿੰਨਾ ਦਰਦ ਹੋਵੇਗਾ। ਹਾਏ ਰੱਬਾ, ਖੂਨ ਟੈਸਟ, ਨਾੜਾਂ 'ਚ ਸੂਈ, ਕਿੰਨਾ ਦਰਦ ਹੋਏਗਾ। ਮੈਂ ਥੋੜ੍ਹੀ ਦੂਰ ਖੜੇ ਰਾਕੇਸ਼ ਨੂੰ ਆਪਣਾ ਦੂਜਾ ਹੱਥ ਫੜਨ ਲਈ ਬੁਲਾਇਆ। ਉਹ ਭੀੜ ਵਾਲੇ ਹਾਲ 'ਚ ਮੇਰੇ ਪਿੱਛੇ ਇੱਕ ਸਰਦਾਰ ਜੀ ਖੜੇ ਸਨ। ਉਹਨਾਂ ਨੇ ਕਿਹਾ, ਇਹਨੂੰ ਮਜ਼ਬੂਤ ਬਣਾਓ, ਸਿਰਫ ਸੂਈ ਤਾਂ ਚੁਭਣੀ ਹੈ, ਡਰਨ ਵਾਲੀ ਕੋਈ ਗੱਲ ਨਹੀਂ, ਇਹਨੂੰ ਕਮਜ਼ੋਰ ਨਾ ਬਣਾਓ। ਮੈਂ ਸ਼ਰਮਿੰਦਾ ਜੀ ਹੋ ਗਈ, ਪਰ ਰਾਕੇਸ਼ ਨੇ ਉਹਦੇ ਕਹੇ ਦੀ ਪਰਵਾਹ ਨਾ ਕੀਤੀ ਤੇ ਆ ਕੇ ਮੇਰਾ ਹੱਥ ਫੜ ਲਿਆ। ਮੈਂ ਕੱਚੀ ਜੀ ਹੋ ਕੇ ਸਰਦਾਰ ਜੀ ਵੱਲ ਵੇਖਿਆ ਤਾਂ ਉਹਨਾਂ ਨੇ ਕਿਹਾ, ਆਪਣੀ ਜ਼ਿੰਦਗੀ ਖੁਦ ਜੀਓ, ਇਹ ਤਾਂ ਬੜੀ ਮਾਮੂਲੀ ਜੀ ਗੱਲ ਹੈ। ਮੈਂ ਸਿਰ ਹਿਲਾ ਕੇ ਉਹਦੀ ਗੱਲ ਨੂੰ ਸਵੀਕਾਰ ਕੀਤਾ ਤੇ ਅਗਲਾ ਟੈਸਟ ਅਲਟਰਾਸਾਊਂਡ ਕਰਵਾਉਣ ਲਈ ਇਕੱਲੀ ਤੁਰ ਪਈ। ਇੰਨੀ ਦੇਰ 'ਚ ਬਾਕੀ ਦੋਸਤ ਮਿੱਤਰ ਵੀ ਪਹੁੰਚ ਗਏ। ਕਹਿਣ ਲਈ ਤਾਂ ਜ਼ਿਆਦਾ ਕੁਝ ਹੈ ਹੀ ਨਹੀਂ ਸੀ। ਸ਼ਸ਼ੀਕਾਂਤ ਤੇ ਸ਼ੈਲੀ ਨੇ ਮੈਨੂੰ ਜੱਫੀ ਵਿੱਚ ਲਿਆ, ਸਭ ਕੁਝ ਠੀਕ ਹੋਣ ਦੀ ਗੱਲ ਕਹੀ। ਲੋਕੀ ਸਾਡੇ ਵੱਲ ਦੇਖ ਰਹੇ ਸਨ। ਮੈਂ, ਮੰਮੀ ਤੇ ਡੈਡੀ ਕੁਰਸੀਆਂ ਤੇ ਇੱਕ ਪਾਸੇ ਬੈਠੇ ਸੀ, ਜਦੋਂ ਬਾਕੀ ਲੋਕ ਥੋੜ੍ਹੀ ਦੂਰੀ ਤੇ ਸੀ। ਮੈਨੂੰ ਫਿਰ ਇਸ ਤਰ੍ਹਾਂ ਖਿਆਲ ਆਇਆ ਕਿ ਮੈਨੂੰ ਕੈਂਸਰ ਤਾਂ ਹੈ, ਪਰ ਬਾਕੀ ਦੂਜੇ ਮਰੀਜ਼ਾਂ ਨੂੰ ਛੋਟੀ-ਮੋਟੀ ਬਿਮਾਰੀ ਹੋਏਗੀ। ਰਾਕੇਸ਼ ਦੋਸਤਾਂ ਨਾਲ ਰਿਪੋਰਟਾਂ ਦੀ ਗੱਲ ਕਰ ਰਹੇ ਸਨ। ਉਹ ਕਈ ਵਾਰ ਮੇਰੇ ਵੱਲ ਵੇਖ ਲੈਂਦੇ ਤੇ ਜੇਕਰ ਮੇਰੇ ਨਾਲ ਨਜ਼ਰ ਮਿਲ ਜਾਂਦੀ ਤਾਂ ਨਿਗਾਹ ਦੂਜੇ ਪਾਸੇ ਕਰ ਲੈਂਦੇ। ਉਹ ਨਜ਼ਰਾਂ ਦਾ ਸਾਹਮਣਾ ਕਰਨ ਤੋਂ ਕਤਰਾ ਰਹੇ ਸਨ, ਪਰ ਮੈਨੂੰ ਇਸ ਨਾਲ ਕੋਈ ਹੈਰਾਨੀ ਵੀ ਨਹੀਂ ਹੋਈ, ਕਿਉਂਕਿ ਮੈਂ ਖੁਦ ਦਾ ਸਾਹਮਣਾ ਕਰਨ ਨੂੰ ਤਿਆਰ ਨਹੀਂ ਸੀ। ਅਗਲੇ ਟੈਸਟ ਲਈ ਮੈਨੂੰ ਉਮੀਦ ਤੋਂ ਪਹਿਲਾਂ ਹੀ ਬੁਲਾ ਲਿਆ ਗਿਆ। ਉੱਥੇ ਸਿਰਫ 2 ਵਿਅਕਤੀ, ਇੱਕ ਆਦਮੀ ਤੇ ਇੱਕ ਔਰਤ ਸਨ। ਉਹਨਾਂ ਨੇ ਮੈਨੂੰ ਲੇਟਣ ਲਈ ਕਿਹਾ। ਮੇਰਾ ਖਿਆਲ ਸੀ ਕਿ ਅਲਟਰਾਸਾਊਂਡ ਛਾਤੀਆਂ ਦਾ ਹੋਏਗਾ, ਇਸ ਲਈ ਮੈਂ ਆਪਣੀ ਕਮੀਜ਼ ਦੇ ਬਟਨ ਖੋਲ੍ਹਣੇ ਸ਼ੁਰੂ ਕਰ ਦਿੱਤੇ, ਪਰ ਉਹਨਾਂ ਨੇ ਮੈਨੂੰ ਆਪਣੇ ਪੈਂਟ ਥੋੜ੍ਹੀ ਥੱਲੇ ਤੇ ਕਮੀਜ਼ ਥੋੜ੍ਹੀ ਉੱਪਰ ਚੁੱਕਣ ਲਈ ਕਿਹਾ। ਹੈਰਾਨ ਹੋ ਕੇ ਮੈਂ ਕਹੇ ਅਨੁਸਾਰ ਕੀਤਾ। ਇਹ ਟੈਸਟ ਮੇਰੇ ਦੂਜੇ ਅੰਗਾਂ, ਪੇਟ, ਜਿਗਰ, ਗੁਰਦੇ ਦਾ ਸੀ। ਲੇਟੇ-ਲੇਟੇ ਮੈਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਕਿ ਹੁਣ ਕੀ ਨਿਕਲੇਗਾ। ਉਹ ਮੇਰੇ ਬਾਰੇ ਕੁਝ ਗੱਲਬਾਤ ਕਰ ਰਹੇ ਸੀ। ਹਾਏ ਰੱਬਾ, ਕੀ ਹੁਣ ਇਹ ਮੇਰੇ ਸਾਰੇ ਸਰੀਰ 'ਚ ਫੈਲ ਗਿਆ? ਮੈਂ ਪੁੱਛਣਾ ਚਾਹੁੰਦੀ ਸੀ ਕਿ ਕੁਝ ਹੋ ਗਿਆ, ਕਿਹੜੇ ਹਿੱਸੇ 'ਚ? ਉਹ ਦਬੀ ਹੋਈ ਆਵਾਜ਼ 'ਚ ਗੱਲਾਂ ਕਰ ਰਹੇ ਸਨ ਤੇ ਮੈਂ ਕੰਨਾਂ ਉੱਤੇ ਪੂਰਾ ਜ਼ੋਰ ਦੇ ਕੇ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ। ਮੇਰਾ ਦਿਲ ਕਹਿ ਰਿਹਾ ਸੀ ਕਿ ਮੈਂ ਇੱਥੋਂ ਭੱਜ ਜਾਵਾਂ ਤੇ ਕਿਧਰੇ ਜਾ ਕੇ ਸ਼ਾਂਤੀ ਨਾਲ ਮਰਾਂ। ਉਹਨਾਂ ਨੇ ਮੈਨੂੰ ਇੱਕ ਵੱਡੀ ਗੰਢ ਦੇ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਮੈਂ ਉਹਨਾਂ ਨੂੰ ਛਾਤੀ ਦੇ ਕੈਂਸਰ ਬਾਰੇ ਦੱਸਿਆ। ਮੈਂ ਜਾਣਨਾ ਚਾਹੁੰਦੀ ਸੀ ਕਿ ਕੀ ਕੈਂਸਰ ਹੋਰ ਅੰਗਾਂ 'ਚ ਵੀ ਫੈਲ ਗਿਆ। ਉਹਨਾਂ ਨੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਤੇ ਆਪਣੀਆਂ ਨਜ਼ਰਾਂ ਮਸ਼ੀਨ ਦੀ ਸਕਰੀਨ ਤੇ ਟਿਕਾਈ ਰੱਖੀਆਂ। ਉਹਨਾਂ ਨੇ ਉਹਨੂੰ ਪੜ੍ਹਨ 'ਚ ਜਿਵੇਂ ਕਈ ਵਰ੍ਹੇ ਹੀ ਗੁਜ਼ਾਰ ਦਿੱਤੇ। ਮੈਨੂੰ ਲੱਗਿਆ ਕਿ ਮੈਂ ਬੈੱਡ ਤੇ ਪਈ ਕਈ ਵਾਰੀ ਮਰ ਚੁੱਕੀ ਹਾਂ। ਅਖੀਰਕਾਰ ਮੈਂ ਪੁੱਛ ਹੀ ਲਿਆ, ਵੀ ਕੀ ਗੱਲ, ਕੀ ਕੁਝ ਬਹੁਤ ਗਲਤ ਹੋ ਗਿਆ? ਅਸੀਂ ਚੈੱਕ ਕਰ ਰਹੇ ਹਾਂ, ਸਾਨੂੰ ਵੱਡੇ ਡਾਕਟਰ ਨੂੰ ਬੁਲਾਉਣਾ ਪਏਗਾ। ਕੀ ਤੁਸੀਂ ਇਹ ਤੋਂ ਪਹਿਲਾਂ ਕੋਈ ਅਲਟਰਾਸਾਊਂਡ ਕਰਵਾਇਆ? ਨਹੀਂ। ਕੋਈ ਦਰਦ ਹੁੰਦਾ ਹੋਵੇ? ਨਹੀਂ। ਜਾਓ ਤੇ ਖੂਬ ਪਾਣੀ ਪੀਓ, ਤੁਹਾਡਾ ਬਲੈਡਰ ਭਰਿਆ ਹੋਣਾ ਚਾਹੀਦਾ ਤੇ ਫਿਰ ਹੋਰ ਟੈਸਟ ਕੀਤਾ ਜਾਏਗਾ। ਮੈਂ ਕੈਬਿਨ ਤੋਂ ਬਾਹਰ ਆਈ। ਰਾਕੇਸ਼ ਦਿਸ ਪਏ। ਉਹ ਕਹਿੰਦੇ ਹਨ ਕਿ ਮੇਰੀ ਬੱਚੇਦਾਨੀ ਜਾਂ ਕਿਸੇ ਹਿੱਸੇ 'ਚ ਨੁਕਸ ਹੈ, ਇਹ ਫੈਲ ਗਿਆ ਹੈ। ਕਹਿ ਕੇ ਮੈਂ ਰੋਣਾ ਸ਼ੁਰੂ ਕਰਤਾ। ਉਹਨਾਂ ਨੇ ਮੈਨੂੰ ਜੱਫੀ 'ਚ ਲੈ ਕੇ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ। ਰਾਕੇਸ਼ ਕਹਿ ਰਹੇ ਸੀ ਕਿ ਸਭ ਠੀਕ ਹੋ ਜਾਏਗਾ, ਪਰ ਮੈਂ ਚੀਕ ਕੇ ਕਹਿਣਾ ਚਾਹੁੰਦੀ ਸੀ ਕਿ ਕੁਝ ਠੀਕ ਵੀ ਨਹੀਂ ਹੈ, ਇਹ ਫੈਲ ਚੁੱਕਾ ਹੈ, ਹੁਣ ਮੇਰਾ ਇਲਾਜ ਹੋ ਹੀ ਨਹੀਂ ਸਕਦਾ। ਆਪਰੇਸ਼ਨ ਕਰਨ ਦਾ ਹੁਣ ਸਵਾਲ ਹੀ ਪੈਦਾ ਨਹੀਂ ਹੁੰਦਾ। ਰਾਕੇਸ਼ ਅੰਦਰ ਡਾਕਟਰ ਨਾਲ ਗੱਲ ਕਰਨ ਗਏ। 3 ਵਿਅਕਤੀ ਪਹਿਲਾਂ ਹੀ ਕੈਬਿਨ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ। ਉਹ ਸਾਰੇ ਮੇਰੇ ਵੱਲ ਹਮਦਰਦੀ ਤੇ ਘਬਰਾਹਟ ਨਾਲ ਵੇਖਣ ਲੱਗ ਪਏ। ਮੰਮੀ ਤੇ ਡੈਡੀ ਬਾਹਰ ਬੈਠੇ ਸੀ। ਉਹਨਾਂ ਨੂੰ ਦੇਖ ਕੇ ਮੈਂ ਹਿੰਮਤ ਕਰਕੇ ਉਹਨਾਂ ਕੋਲ ਗਈ ਤੇ ਗੋਡਿਆਂ ਭਾਰ ਡਿੱਗ ਕੇ ਮੰਮੀ ਦੀ ਗੋਦੀ 'ਚ ਸਿਰ ਰੱਖ ਕੇ ਇਸ ਤਰ੍ਹਾਂ ਰੋਣਾ ਸ਼ੁਰੂ ਕਰਤਾ ਜਿਵੇਂ ਮੈਂ ਹਮੇਸ਼ਾ ਲਈ ਜਾ ਰਹੀ ਹੋਵਾਂ। ਰਾਕੇਸ਼ ਨੇ ਆ ਕੇ ਮੇਰਾ ਸਿਰ ਪਲੋਸਿਆ ਤੇ ਮੈਨੂੰ ਕੁਰਸੀ ਤੇ ਬੈਠਣ ਲਈ ਕਿਹਾ, ਪਰ ਮੈਂ ਤਾਂ ਨਿੱਕੇ ਬੱਚੇ ਦੀ ਤਰ੍ਹਾਂ ਮੰਮੀ ਦੇ ਗੋਡਿਆਂ ਨੂੰ ਚਿੰਬੜ ਕੇ ਰੋਈ ਜਾ ਰਹੀ ਸੀ। ਉਹਨਾਂ ਨੇ ਵੀ ਹੱਕੇ ਬੱਕੇ ਹੋ ਕੇ ਰਾਕੇਸ਼ ਨੂੰ ਪੁੱਛਿਆ, ਹੋਇਆ ਕੀ ਹੈ? ਬੱਚੇਦਾਨੀ 'ਚ ਕੁਛ ਹੈ ਜਿਹਨੂੰ ਚੈੱਕ ਕਰ ਰਹੇ ਹੈ, ਇਹਨੂੰ ਖੂਬ ਪਾਣੀ ਪੀ ਕੇ ਦੁਬਾਰਾ ਅਲਟਰਾਸਾਊਂਡ ਕਰਾਉਣਾ ਪਏਗਾ, ਰਾਕੇਸ਼ ਨੇ ਹੌਲੀ ਜੀ ਕਿਹਾ। ਸ਼ੈਲੀ ਪਾਣੀ ਲੈ ਕੇ ਆਈ ਸੀ। ਹੁਣ ਫਿਰ ਸਾਰੇ ਥੋੜ੍ਹੀ ਦੂਰੀ ਤੇ ਰਾਕੇਸ਼ ਦੁਆਲੇ ਇਕੱਠੇ ਹੋ ਗਏ। ਡਾਕਟਰ ਨੇ ਆ ਕੇ ਕਿਹਾ ਕਿ ਇਹ ਕੁਝ ਖਾ ਵੀ ਸਕਦੀ ਹੈ। ਸਾਰਿਆਂ ਨੇ ਸੁੱਖ ਦਾ ਸਾਹ ਲਿਆ ਕਿ ਕੁਝ ਕੰਮ ਤਾਂ ਕਰਨ ਨੂੰ ਮਿਲਿਆ। ਉਹ ਜੂਸ, ਪਾਣੀ, ਕੌਫੀ, ਪੈਟੀ, ਕੋਕ ਆਦਿ ਲੈਣ ਲਈ ਤੁਰ ਪਏ। ਮੈਂ ਖਾਣਾ ਸ਼ੁਰੂ ਕਰ ਦਿੱਤਾ। ਬਾਕੀ ਵੀ ਕਿਸੇ ਨੇ ਸਵੇਰ ਦਾ ਕੁਝ ਨਹੀਂ ਖਾਧਾ ਸੀ। ਮੈਨੂੰ ਇੱਕਦਮ ਧਿਆਨ ਆਇਆ ਕਿ ਮੈਂ ਤਾਂ ਮਰਨ ਵਾਲੀ ਹਾਂ। ਫਿਰ ਮੇਰਾ ਇਸ ਤਰ੍ਹਾਂ ਕੇਕ, ਪੈਟੀ, ਜੂਸ ਆਦਿ ਤੇ ਟੁੱਟ ਕੇ ਪੈਣਾ ਵੀ ਸ਼ਰਮ ਦੀ ਗੱਲ ਨਹੀਂ। ਅਸੀਂ ਸਾਰੇ ਹੀ ਛੇਤੀ ਖਾਣ ਲੱਗ ਗਏ ਸੀ। ਮੈਨੂੰ ਸਾਰਾ ਕੁਝ ਬਹੁਤ ਅਜੀਬ ਲੱਗਾ।
ਮੇਰੇ ਸਿਰ 'ਚ ਜਿਵੇਂ ਹਥੌੜੇ ਵੱਜ ਰਹੇ ਹੋਣ। ਮੈਂ ਆਪਣਾ ਸਿਰ ਮੰਮੀ ਦੇ ਮੋਢੇ ਤੇ ਰੱਖਿਆ ਹੀ ਸੀ ਕਿ ਇੱਕ ਔਰਤ ਆਈ ਤੇ ਉਹਨੇ ਪੁੱਛਿਆ, ਇਹਨੂੰ ਕੀ ਹੋਇਆ? ਠੀਕ ਨਹੀਂ ਹੈ, ਪੇਟ 'ਚ ਸ਼ਾਇਦ ਕੁਝ ਰਸੌਲੀ ਵਗੈਰਾ ਹੈ, ਮੰਮੀ ਨੇ ਹੌਲੀ ਜੀ ਕਿਹਾ। ਮੈਂ ਇਹਨੂੰ ਰੋਂਦੇ ਵੇਖਿਆ ਤਾਂ ਆ ਗਈ। ਇਹਨੂੰ ਕਹੋ ਕਿ ਫਿਕਰ ਨਾ ਕਰੇ। ਮੇਰੇ ਪਤੀ ਨੂੰ ਇਹ ਜਿਹੀ ਬਿਮਾਰੀ ਹੈ ਜੋ ਲੱਖਾਂ 'ਚੋਂ ਇੱਕ ਨੂੰ ਹੁੰਦੀ ਹੈ, ਪਰ ਤੁਸੀਂ ਜਿਉਣਾ ਤਾਂ ਹੈ ਹੀ। ਮੈਨੂੰ ਥੋੜ੍ਹੀ ਦਿਲਚਸਪੀ ਹੋਈ, ਉਹਦੇ ਪਤੀ ਨੂੰ ਅਜੀਬ ਬਿਮਾਰੀ ਹੈ। ਇਹ ਗੱਲ ਮੇਰੀ ਸੋਚ ਦੇ ਦਾਇਰੇ 'ਚ ਆ ਰਹੀ ਸੀ। ਡੈਡੀ ਨੇ ਪੁੱਛਿਆ, ਉਹਨਾਂ ਨੂੰ ਕੀ ਤਕਲੀਫ ਹੈ? ਇੱਕ ਕਿਸਮ ਦਾ ਕੈਂਸਰ ਹੈ। ਅਸੀਂ ਤਾਂ ਸਿਰਫ ਟੈਸਟਾਂ ਲਈ ਆਏ ਸੀ। ਇਸ ਦਾ 5 ਕਿੱਲੋ ਦੇ ਇੱਕ ਆਯੁਰਵੈਦਿਕ ਡਾਕਟਰ ਤੋਂ ਦਵਾਈ ਲੈ ਰਹੇ ਸੀ। ਇਹੀ ਤਾਂ ਜ਼ਿੰਦਗੀ ਹੈ। 5 ਸਾਲਾਂ ਤੋਂ ਉਹਨਾਂ ਨੂੰ ਇਹ ਤਕਲੀਫ ਹੈ, ਪਰ ਜ਼ਿੰਦਗੀ ਦਾ ਸਫ਼ਰ ਤਾਂ ਚੱਲਦਾ ਰਹਿੰਦਾ ਹੈ। ਜੇ ਤੁਹਾਨੂੰ ਲੋੜ ਹੋਵੇ ਤਾਂ ਉਸ ਡਾਕਟਰ ਦਾ ਪਤਾ ਦੇ ਦਿੰਦੀ ਹਾਂ। ਰਾਕੇਸ਼ ਨੇ ਉਹ ਤੋਂ ਪਤਾ ਲੈ ਕੇ ਉਹਦਾ ਧੰਨਵਾਦ ਕੀਤਾ। ਕੁਝ ਦੇਰ ਬਾਅਦ ਟੈਸਟ ਫਿਰ ਸ਼ੁਰੂ ਹੋ ਗਿਆ। ਮੈਂ ਫਿਰ ਕੰਬ ਰਹੀ ਸੀ। ਮੇਰੀਆਂ ਅੱਖਾਂ ਭਰੀਆਂ ਹੋਈਆਂ ਸਨ। ਰਾਕੇਸ਼ ਨੇ ਮੇਰੇ ਕੋਲ ਰੁਕਣ ਦੀ ਇਜਾਜ਼ਤ ਲੈ ਲਈ। ਟੈਸਟ ਤੋਂ ਬਾਅਦ ਉਹਨਾਂ ਨੇ ਲੇਡੀ ਡਾਕਟਰ ਨੂੰ ਬੁਲਾਇਆ। ਉਹਨੇ ਆ ਕੇ ਕਿਹਾ, ਇਹ ਠੀਕ ਹੈ, ਹੁਣ ਪੁੱਛੋ ਕੀ ਪੁੱਛਣਾ। ਉਹਦੇ ਸਿਰਫ ਰਸੌਲੀ ਕਹਿਣ ਤੇ ਸਾਡਾ ਬੋਝ ਉਤਰ ਗਿਆ। ਜੂਨੀਅਰ ਡਾਕਟਰਾਂ ਨੂੰ ਹਾਲੇ ਵੀ ਸਖਤ ਜਾਂ ਨਰਮ ਰਸੌਲੀ ਦੀ ਫਿਕਰ ਸੀ, ਪਰ ਵੱਡੀ ਡਾਕਟਰ ਨੇ ਉਹਨਾਂ ਦੇ ਵਹਿਮ ਨੂੰ ਖਾਰਜ ਕਰ ਦਿੱਤਾ ਤੇ ਮੈਨੂੰ ਰਿਪੋਰਟ ਔਰਤਾਂ ਦੇ ਰੋਗਾਂ ਦੀ ਮਾਹਰ ਡਾਕਟਰ ਨੂੰ ਦਿਖਾਉਣ ਲਈ ਕਿਹਾ। ਫਿਰ ਉਹਨੇ ਮੈਨੂੰ 1 ਮਹੀਨੇ ਬਾਅਦ ਦੁਬਾਰਾ ਆਉਣ ਲਈ ਕਿਹਾ ਤਾਂ ਕਿ ਰਸੌਲੀ ਦੇ ਆਕਾਰ ਦੀ ਤਬਦੀਲੀ ਦਾ ਪਤਾ ਚੱਲ ਸਕੇ। 3 ਵੱਜ ਚੁੱਕੇ ਸਨ ਤੇ ਮੈਂ ਪੂਰੀ ਤਰ੍ਹਾਂ ਥੱਕ ਚੁੱਕੀ ਸੀ। ਅਸੀਂ ਵੀਰ ਜੀ ਦੇ ਘਰ ਚਲੇ ਗਏ ਤੇ ਬਾਕੀ ਸਾਰੇ ਸ਼ਿਮਲਾ ਵਾਪਸ ਚਲੇ ਗਏ। ਹਰੇਕ ਦੇ ਚਿਹਰੇ ਤੇ ਹੁਣ ਤਣਾਅ ਤੇ ਫਿਕਰ ਸਾਫ਼ ਨਜ਼ਰ ਆਉਂਦੇ ਸੀ, ਪਰ ਮੈਂ ਇੰਨਾ ਥੱਕ ਚੁੱਕੀ ਸੀ ਕਿ ਕੁਝ ਵੀ ਸੋਚਣ ਦੀ ਹਿੰਮਤ ਨਹੀਂ ਸੀ। ਭਾਵੇਂ ਸਾਨੂੰ ਇੱਥੇ ਆਇਆਂ ਨੂੰ 3 ਦਿਨ ਹੀ ਹੋਏ ਸੀ, ਪਰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਯੁੱਗ ਹੀ ਗੁਜ਼ਰ ਗਏ ਹੋਣ। ਥੱਕ ਕੇ ਮੈਂ ਬੈੱਡ ਦੇ ਨਿਢਾਲ ਹੋਈ ਉਹ ਜਿਹੀ ਪਈ ਸੀ ਕਿ ਰਾਕੇਸ਼ ਮੇਰੇ ਕੋਲ ਲੇਟ ਕੇ ਮੈਨੂੰ ਲੋਸੀ ਜਾ ਰਹੇ ਸੀ। ਉਹਨਾਂ ਦੀ ਆਵਾਜ਼ ਤੇ ਉਹਨਾਂ ਦੇ ਹੱਥ ਮੈਨੂੰ ਬੇਹੱਦ ਸਕੂਨ ਦਿੰਦੇ ਸੀ। ਫੋਨ ਤੇ ਗੱਲਬਾਤ ਚੱਲੀ ਜਾਂਦੀ ਸੀ। ਹੁਣ ਇੱਕ ਨਵੇਂ ਡਾਕਟਰ ਮਰਵਾਹਾ ਦਾ ਨਾਮ ਆਉਣਾ ਸ਼ੁਰੂ ਹੋ ਗਿਆ ਸੀ। ਬਿਮਾਰੀ ਦਾ ਪਤਾ ਲੱਗਣ ਤੋਂ ਹੁਣ ਤੱਕ ਮੈਂ ਆਪਣੀ ਸੱਸ ਸਹੁਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ। ਉਹਨਾਂ ਨਾਲ ਗੱਲ ਕਰਨ ਦੀ ਜਿਵੇਂ ਮੇਰੀ ਹਿੰਮਤ ਹੀ ਖਤਮ ਸੀ। ਉਹ ਵੀ ਚੰਡੀਗੜ੍ਹ ਆਉਣਾ ਚਾਹੁੰਦੇ ਸੀ, ਪਰ ਮੈਂ ਇਸ ਹਾਲਤ ਵਿੱਚ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦੀ ਸੀ। ਉਹ ਕੀ ਸੋਚ ਰਹੇ ਹੋਣਗੇ ਕਿ ਮੈਂ ਕੀ ਕਰ ਲਿਆ ਹੈ। ਮੈਂ ਚਾਹੁੰਦੀ ਸੀ ਕਿ ਇੱਕ ਡਾਇਰੀ ਖਰੀਦ ਕੇ ਕੁਝ ਲਿਖਾਂ, ਪਰ ਇਹ ਕੀ? ਇੱਕ ਪਾਸੇ ਮੈਂ ਮਰ ਰਹੀ ਹਾਂ, ਦੂਜੇ ਪਾਸੇ ਆਪਣੇ ਵਿਚਾਰਾਂ ਨੂੰ ਲਿਖਣ ਬਾਰੇ ਸੋਚ ਰਹੀ ਹਾਂ। ਇਸ ਹਾਦਸੇ ਅੱਗੇ ਕਾਗਜ਼ ਤੇ ਪੈਨ ਦੀ ਕੀ ਵਿਸਾਤ। ਪਰ ਫਿਰ ਮਨ 'ਚ ਆਇਆ ਕਿ ਸਾਡਾ ਕੁਝ ਲਿਖ ਹੀ ਦਿਆਂ। ਉਤਾਰ ਚੜ੍ਹਾਅ, ਤਾਕਤ ਕਮਜ਼ੋਰੀ, ਸਮਾਂ ਹੈ ਜਾਂ ਨਹੀਂ, ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ। ਬਸ ਮੈਂ ਲਿਖਣਾ ਚਾਹੁੰਦੀ ਹਾਂ। ਅਸੀਂ ਬਾਹਰ ਗਏ ਤਾਂ ਹਰ ਕੋਈ ਕਹਿ ਰਿਹਾ ਸੀ ਕਿ ਬਹੁਤ ਗਰਮੀ ਹੈ, ਪਰ ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ। ਮੈਨੂੰ ਪਹਿਲਾਂ ਤਾਂ ਇੱਕ ਦਿਨ ਯਾਦ ਆਇਆ ਕਿ ਮੇਰੇ ਤੋਂ ਅਜਿਹੇ ਮੌਸਮ 'ਚ ਕੁਝ ਘੰਟੇ ਵੀ ਗੁਜ਼ਾਰਨੇ ਔਖੇ ਹੋ ਗਏ ਸੀ, ਪਰ ਹੁਣ ਤਾਂ ਕੁਝ ਮੈਨੂੰ ਫਰਕ ਹੀ ਨਹੀਂ ਸੀ ਪੈ ਰਿਹਾ। ਮੈਨੂੰ ਠੰਡੇ ਗਰਮ ਦਾ ਕੋਈ ਅਹਿਸਾਸ ਨਹੀਂ ਸੀ। ਹੁਣ ਅਜਿਹੇ ਹਾਲਾਤ ਵਿੱਚੋਂ ਨਿਕਲਦੇ ਹੋਏ ਸ਼ਿਕਾਇਤ ਕਰਨ ਦੀ ਗੁੰਜਾਇਸ਼ ਵੀ ਨਹੀਂ ਸੀ। ਗਰਮੀ ਹੋਵੇ ਜਾਂ ਸਿੱਲ, ਪੱਖਾ ਚੱਲ ਰਿਹਾ ਜਾਂ ਨਹੀਂ, ਮੈਨੂੰ ਕੋਈ ਧਿਆਨ ਹੀ ਨਹੀਂ ਸੀ ਆਉਂਦਾ। ਫਿਰ ਮੇਰੇ ਛੋਟੇ ਭਰਾ ਦੀਪੂ ਦਾ ਸਿੰਗਾਪੁਰ ਤੋਂ ਫੋਨ ਆਇਆ। ਮੇਰਾ ਉਹਦੇ ਨਾਲ ਵੀ ਗੱਲ ਕਰਨ ਦਾ ਕੋਈ ਮਨ ਨਹੀਂ ਸੀ, ਪਰ ਉਹ ਜ਼ਿੱਦ ਤੇ ਅੜ ਗਿਆ ਤੇ ਰਾਕੇਸ਼ ਨੇ ਮੈਨੂੰ ਫੋਨ ਫੜਾ ਦਿੱਤਾ। ਮੈਂ ਹੈਲੋ ਕਹਿੰਦੇ ਹੀ ਰੋਣਾ ਸ਼ੁਰੂ ਕਰਤਾ। ਉਹਨੇ ਕਿਹਾ, ਦੀਦੀ ਤੁਸੀਂ ਸਹੀ ਪਾਸੇ ਧਿਆਨ ਲਗਾਉਣਾ ਹੈ। ਜੀਜਾ ਜੀ ਡਾਕਟਰ ਨਾਲ ਗੱਲ ਕਰ ਰਹੇ ਹਨ, ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸ ਦਿੱਤਾ ਹੈ। ਇਹ ਸਮਾਂ ਰੋਣ ਦਾ ਨਹੀਂ, ਬਲਕਿ ਭਵਿੱਖ ਬਾਰੇ ਸੋਚਣ ਦਾ ਹੈ। ਮੈਂ ਚੀਕ ਕੇ ਕਹਿਣਾ ਚਾਹੁੰਦੀ ਸੀ ਕਿ ਮੈਨੂੰ ਭਵਿੱਖ ਵਿੱਚੋਂ ਕੀ ਲੱਭੇਗਾ, ਪਰ ਮੈਨੂੰ ਉਸ ਉੱਤੇ ਤਰਸ ਵੀ ਆਇਆ। ਉਹ ਇੰਨੀ ਦੂਰ ਬੈਠਾ ਹੋਇਆ ਮੈਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਰੋਣਾ ਬੰਦ ਕਰਕੇ ਹਾਂ ਨਾ ਠੀਕ ਹੈ ਕਹਿਣਾ ਸ਼ੁਰੂ ਕਰ ਦਿੱਤਾ। ਉਹਨੇ ਕਿਹਾ ਕਿ ਉਹਨੇ ਭਾਰਤ ਆਉਣ ਲਈ ਆਪਣੀਆਂ ਟਿਕਟਾਂ ਬੁੱਕ ਕਰਵਾ ਲਈਆਂ। ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨੂੰ ਪੂਜਾ ਤੇ ਮਾਧਵ ਦੇ ਬਾਰੇ ਸੋਚਣ ਲਈ ਕਿਹਾ। ਉਹਨੇ ਇਹ ਵੀ ਦੱਸਿਆ ਕਿ ਉਹ ਇੰਟਰਨੈਟ ਤੇ ਸਾਰਾ ਕੁਝ ਪਤਾ ਲਗਾਉਂਦਾ ਰਹਿੰਦਾ ਹੈ। ਇੱਕਦਮ ਮੈਨੂੰ ਮਹਿਸੂਸ ਹੋਇਆ ਕਿ ਮੈਂ ਫੋਨ ਤਾਂ ਜ਼ਰੂਰ ਫੜਿਆ ਹੋਇਆ, ਪਰ ਉਹਦੀ ਗੱਲ ਤਾਂ ਸੁਣ ਹੀ ਨਹੀਂ ਰਹੀ।
ਮੈਂ ਫੋਨ ਵਾਪਸ ਰਾਕੇਸ਼ ਨੂੰ ਦੇ ਦਿੱਤਾ। ਮੇਰਾ ਮਨ ਕਹਿੰਦਾ ਸੀ ਕਿ ਦੀਪੂ ਇੱਥੇ ਆਉਣ ਵਿੱਚ ਪੈਸਾ ਤੇ ਸਮਾਂ ਬਰਬਾਦ ਨਾ ਕਰੇ, ਪਰ ਅੰਦਰੋਂ ਕੁਝ ਮਾਣ ਵੀ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਭੈਣ ਭਰਾ ਭਾਵੇਂ ਕਿੰਨੇ ਵੀ ਦੂਰ ਤੇ ਕਿਹੋ ਜਿਹੇ ਵੀ ਹਾਲਾਤ ਵਿੱਚ ਹੋਣ, ਉਹ ਮੇਰੇ ਕੋਲ ਆਉਣਾ ਚਾਹੁੰਦੇ ਹਨ। ਗੋਆ ਤੋਂ ਦੀਦੀ ਆਪਣੇ ਬਿਮਾਰ ਪਤੀ ਨੂੰ ਛੱਡ ਕੇ ਇੱਕ ਵਾਰੀ ਮੇਰੇ ਕੋਲ ਆਉਣ ਲਈ ਬੇਚੈਨ ਸੀ। ਮੇਰੀ ਨਨਾਣ ਅਨੂ ਦੀਦੀ ਵੀ, ਜਿਹੜੀ ਪਿਛਲੇ 25 ਸਾਲਾਂ ਤੋਂ ਕਦੀ ਆਪਣੇ ਪਰਿਵਾਰ ਨੂੰ ਛੱਡ ਕੇ ਨਹੀਂ ਰਹਿੰਦੀ ਸੀ, ਹੁਣ ਆਉਣਾ ਚਾਹੁੰਦੀ ਸੀ। ਪਰ ਦੂਜੇ ਪਾਸੇ ਮੈਨੂੰ ਫਿਕਰ ਵੀ ਸੀ ਕਿ ਹਰੇਕ ਦੀ ਜ਼ਿੰਦਗੀ 'ਚ ਹਲਚਲ ਲਿਆ ਦਿੱਤੀ ਹੈ। ਮੈਨੂੰ ਲੱਗਦਾ ਸੀ ਕਿ ਮੈਂ ਉਹਨਾਂ ਦਾ ਸਾਹਮਣਾ ਕਰਨ ਜੋਗੀ ਨਹੀਂ ਰਹੀ। ਰਾਕੇਸ਼ ਨੇ ਮੇਰੇ ਕਹਿਣ ਤੇ ਉਹਨਾਂ ਨੂੰ ਆਪਣਾ ਪ੍ਰੋਗਰਾਮ ਲੇਟ ਕਰਨ ਲਈ ਕਹਿ ਦਿੱਤਾ। ਕੁੱਲੂ ਤੋਂ ਆਉਣ ਵਾਲੇ ਨਜ਼ਦੀਕੀ ਮਿੱਤਰਾਂ ਨੂੰ ਵੀ ਇਹੀ ਹਦਾਇਤ ਕੀਤੀ ਗਈ। ਜ਼ਿੰਦਗੀ 'ਚ ਪਹਿਲੀ ਵਾਰੀ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਅਜਿਹੇ ਸੱਚੇ ਦੋਸਤਾਂ ਦਾ ਦਾਇਰਾ ਕਿੰਨਾ ਵੱਡਾ ਹੈ, ਜਿਹੜੇ ਮੇਰੀ ਲੋੜ ਸਮੇਂ ਆਪਣੀ ਹਰ ਮਜਬੂਰੀ ਨੂੰ ਨਜ਼ਰਅੰਦਾਜ਼ ਕਰ ਸਕਦੇ ਆ। ਫਿਰ ਮੈਨੂੰ ਯਾਦ ਆਇਆ ਕਿ ਮੈਂ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਬਾਰੇ ਲਿਖਣ ਲਈ ਡਾਇਰੀ ਲਿਆਉਣਾ ਚਾਹੁੰਦੀ ਸੀ। ਦਿਲ 'ਚ ਇੱਕ ਤਾਂਘ ਵੀ ਸੀ ਕਿ ਸ਼ਾਇਦ ਲਿਖਦੀ ਲਿਖਦੇ ਹੀ ਮੇਰਾ ਪਹਿਲਾਂ ਵਾਲਾ ਵਿਅਕਤਿਤਵ ਮੁੜ ਆਪਣੀ ਥਾਂ ਲੈ ਲਵੇ, ਕਿਉਂਕਿ ਥੱਲੇ ਥੱਲੇ ਲੈ ਕੇ ਜਾਂਦਾ ਨਵਾਂ ਰੂਪ ਮੈਨੂੰ ਪਸੰਦ ਨਹੀਂ ਸੀ। ਇਹ ਨਵੀਂ ਮੈਨੂੰ ਉੱਚੀ ਬੋਲਣ ਤੋਂ ਰੋਕਦੀ ਹੈ। ਹਰ ਕਦਮ, ਹਰ ਹਰਕਤ ਭਾਰੀ ਬਣਾ ਕੇ ਮੈਨੂੰ ਅੰਦਰ ਤਾੜੀ ਰੱਖਦੀ ਸੀ। ਅਸੀਂ ਡਾਇਰੀ ਖਰੀਦ ਲਿਆਏ। ਮੇਰੇ ਫੈਸਲੇ ਨਾਲ ਰਾਕੇਸ਼ ਤਾਂ ਥੋੜੇ ਹੈਰਾਨ ਹੀ ਹੋਏ, ਪਰ ਵੀਰ ਜੀ ਇਹ ਸੁਣ ਕੇ ਹੱਕੇ ਬੱਕੇ ਰਹਿ ਗਏ ਕਿ ਮੈਂ ਇਸ ਸਮੇਂ ਦੀਆਂ ਗੱਲਾਂ ਬਾਰੇ ਲਿਖਣਾ ਚਾਹੁੰਦੀ ਹਾਂ। ਉਹਨਾਂ ਨੇ ਮੈਨੂੰ ਕਿਹਾ, ਇਹ ਨਾ ਕਰ, ਤੂੰ ਦੁਖੀ ਹੋਏਂਗੀ। ਫਿਰ ਡਾਕਟਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਅਗਲੇ ਟੈਸਟ ਸ਼ੁਰੂ ਹੋਣੇ ਸਨ। ਮੈਨੂੰ FNAC ਕਰਾਉਣ ਤੋਂ ਬਹੁਤ ਡਰ ਲੱਗਦਾ ਸੀ, ਪਰ ਰਾਕੇਸ਼ ਦਾ ਖਿਆਲ ਸੀ ਕਿ ਦੂਜੀ ਵਾਰੀ ਰਾਏ ਲੈਣੀ ਚੰਗੀ ਹੁੰਦੀ ਹੈ, ਪਰ ਇੰਨੀਆਂ ਸਲਾਹਾਂ ਲੈਣ ਦਾ ਕੀ ਫਾਇਦਾ। ਅਗਲੇ ਦਿਨ 30 ਜੁਲਾਈ ਨੂੰ ਸਵੇਰੇ 8:30 ਵਜੇ ਅਸੀਂ ਹਸਪਤਾਲ ਪਹੁੰਚ ਗਏ। PGI 'ਚ ਦਾਖਲ ਹੁੰਦਿਆਂ ਹੀ ਡਰ ਮੇਰੇ ਤੇ ਫਿਰ ਹਾਵੀ ਹੋਣ ਲੱਗ ਪਿਆ। ਕੀ ਹੋਏਗਾ, ਕਿੰਨਾ ਕੁ ਦਰਦ ਹੋਏਗਾ। ਰਾਕੇਸ਼ ਟੈਸਟ ਕਰਨ ਵਾਲੇ ਡਾਕਟਰ ਦੀ ਸਲਾਹ ਲੈਣ ਗਏ। ਉਹਨਾਂ ਨੇ ਕਿਹਾ ਕਿ ਉਹ ਰਿਪੋਰਟਾਂ ਦੇਖ ਕੇ ਹੀ ਕੁਝ ਕਹਿ ਸਕਦੇ ਆ। ਰਾਕੇਸ਼ ਨੇ ਸਲਾਈਡਾਂ ਪਹਿਲਾਂ ਹੀ ਡਾਕਟਰ ਵਿਜੇ ਲక్ష్ਮੀ ਪੰਡਤ ਤੋਂ ਲੈ ਲਈਆਂ ਸੀ। ਹੁਣ CT ਸਕੈਨ ਲਈ ਜਾਣਾ ਹੋਏਗਾ, ਰਾਕੇਸ਼ ਨੇ ਕਿਹਾ। CT ਸਕੈਨ ਦਾ ਨਾਂ ਸੁਣਦਿਆਂ ਹੀ ਮੈਨੂੰ ਦੀਦੀ ਦੀ ਕਈ ਗੱਲ ਯਾਦ ਆ ਗਈ। ਬਹੁਤ ਦਰਦ ਹੁੰਦਾ ਹੈ। ਉਹਨਾਂ ਨੂੰ ਸੂਈ ਖੁਬੋ ਕੇ ਕਿੰਨੀ ਦੇਰ ਅੰਦਰ ਹੀ ਲਗਾਈ ਰੱਖੀ। ਜਦੋਂ ਅਸੀਂ CT ਸਕੈਨ ਵਾਲੀ ਥਾਂ ਤੇ ਗਏ ਤਾਂ ਸ਼ਾਇਦ ਇਹੀ ਟੈਸਟ ਕਰਵਾਉਣ ਲਈ ਲੋਕਾਂ ਦੀ ਬਹੁਤ ਭੀੜ ਸੀ। ਇੱਕ ਆਦਮੀ ਬੈਂਚ ਤੇ ਬੈਠਾ ਹੋਇਆ ਬਹੁਤ ਕਮਜ਼ੋਰ ਹੋਇਆ ਪਿਆ ਸੀ। ਪੀਲਾ ਚਿਹਰਾ, ਚੱਲਣ 'ਚ ਅਸਮਰਥ ਹੁੰਦੇ ਹੋਏ ਵੀ ਉਹਦਾ ਸੰਘਰਸ਼ ਜਾਰੀ ਸੀ। ਕਿਸੇ ਨੇ ਉਹਦੀ ਮਾਂ ਨੂੰ ਉਹਦੀ ਸਮੱਸਿਆ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ, ਕੀਮੋ ਕਰਕੇ ਹੋਇਆ। ਹੁਣ ਕੀਮੋ ਕੀ ਹੈ? ਮੈਂ ਸੋਚ ਰਹੀ ਸੀ ਕਿ ਅਜਿਹੀ ਦਵਾਈ ਦਾ ਕੀ ਫਾਇਦਾ ਜਿਹੜੀ ਇਨਸਾਨ ਦਾ ਇਹ ਹਾਲ ਕਰਦਾ ਹੈ। ਫਿਰ ਅਚਾਨਕ ਮੈਨੂੰ ਇੱਕ ਪੁਰਾਣੀ ਸਹੇਲੀ ਸਾਡੇ ਹੋਸਟਲ ਦੀ ਸਾਥਣ ਦਿਸ ਪਈ। ਉਹ ਹੱਥ 'ਚ ਫਾਈਲ ਲਈ ਬੈਠੀ ਸੀ। ਮੈਨੂੰ ਮਿਲਣ ਲੱਗੇ ਸ਼ਰਮ ਜੀ ਆਈ ਕਿ ਹੁਣ ਇਹਨੂੰ ਕੀ ਦੱਸਾਂਗੀ। ਉਹਨੇ ਘੁੱਟ ਕੇ ਜੱਫੀ ਪਾਈ ਤੇ ਖੁੱਲ੍ਹ ਕੇ ਮੁਸਕਰਾਉਂਦੇ ਪੁੱਛਿਆ, ਤੂੰ ਇੱਥੇ ਕੀ ਕਰ ਰਹੀ ਹੈ? ਮੈਂ ਸਧਾਰਨ ਜਿਹਾ ਬਣਨ ਦੀ ਕੋਸ਼ਿਸ਼ ਉਲਟਾ ਉਹਨੂੰ ਪੁੱਛਿਆ, ਤੇ ਤੂੰ ਇੱਥੇ ਕੀ ਕਰ ਰਹੀ ਹੈ? ਉਹਨੇ ਦੱਸਿਆ, ਉਹ 6 ਮਹੀਨੇ ਤੋਂ PGI 'ਚ ਹੀ ਹੈ, ਕਿਉਂਕਿ ਉਹਦਾ ਭਰਾ ਇੱਥੇ ਦਾਖਲ ਹੈ ਤੇ ਹੁਣ ਇਸ ਪਾਸੇ ਕੋਈ ਰਿਪੋਰਟ ਲੈਣ ਆਈ ਸੀ। ਇੰਨੇ ਸਾਲਾਂ, ਲਗਭਗ 15 ਸਾਲਾਂ ਬਾਅਦ ਮਿਲਣ ਤੇ ਉਹਨੂੰ ਬਹੁਤ ਹੈਰਾਨੀ ਹੋ ਰਹੀ ਸੀ। ਫਿਰ ਉਹਨੇ ਰਾਕੇਸ਼ ਦਾ ਹਾਲ ਚਾਲ ਪੁੱਛਿਆ, ਫਿਰ ਉਹੀ ਬੱਚਿਆਂ ਦੇ ਬਾਰੇ ਸਵਾਲ। ਉਹ ਇੰਨੀ ਜੋਸ਼ 'ਚ ਸੀ ਕਿ ਸੱਚਾਈ ਦੱਸ ਕੇ ਮੈਂ ਉਹਦਾ ਦਿਲ ਖਰਾਬ ਨਾ ਕਰਨਾ ਹੀ ਠੀਕ ਸਮਝਿਆ। ਫਿਰ ਅਚਾਨਕ ਉਹਨੂੰ ਵਾਪਸ ਜਾਣ ਦਾ ਧਿਆਨ ਆਇਆ ਤੇ ਆਪਣੇ ਬਾਰੇ ਸੱਚ ਬਿਆਨ ਕਰਨ ਤੋਂ ਬਚ ਗਈ। ਸਾਡੀ ਗੱਲਬਾਤ ਇੰਨੀ ਤੇਜ਼ੀ ਨਾਲ ਹੋਈ ਕਿ ਕੁਝ ਪਲਾਂ 'ਚ ਮੈਂ ਵੀ ਭੁੱਲ ਗਈ ਕਿ ਮੈਂ ਇੱਥੇ ਕਿਉਂ ਹਾਂ। ਉਹ ਇਸ ਸਮੇਂ ਯੂਨੀਵਰਸਿਟੀ ਵਾਲੇ ਦਿਨਾਂ ਤੇ ਆਪਣੇ ਭਰਾ ਦੀ ਬਿਮਾਰੀ ਦੀ ਗੱਲ ਕਰਦੀ ਰਹੀ। ਫਿਰ ਮੈਂ ਰਾਕੇਸ਼ ਨੂੰ 2 ਪੈਕੇਟ ਹੱਥ 'ਚ ਲਿਆਉਂਦੇ ਵੇਖਿਆ, ਪਰ ਕਿਸ ਲਈ? ਮੇਰੇ 2 ਵਾਰੀ ਪੁੱਛਣ ਤੇ ਪਤਾ ਚੱਲਿਆ ਕਿ ਇਹਨਾਂ ਵਿੱਚ ਟਿਊਬਾਂ, ਬੋਤਲਾਂ, ਵੱਖ-ਵੱਖ ਸਾਈਜ਼ ਦੇ ਟੀਕੇ ਆਦਿ ਟੈਸਟਾਂ ਦਾ ਸਮਾਨ ਸੀ। ਸੂਈਆਂ ਚੁਭਣ ਦੇ ਖਿਆਲ ਨਾਲ ਮੈਨੂੰ ਫਿਰ ਘਬਰਾਹਟ ਹੋਣ ਲੱਗੀ। ਇੱਕ ਪਾਈਪ ਵੀ ਸੀ, ਇਹ ਕਿਸ ਲਈ? ਮੇਰਾ ਉੱਥੋਂ ਭੱਜ ਜਾਣ ਨੂੰ ਦਿਲ ਕਰ ਰਿਹਾ ਸੀ। ਥੋੜੇ ਸਮੇਂ ਵਿੱਚ ਹੀ ਇਨਸਾਨ ਕਿਵੇਂ ਬਦਲ ਜਾਂਦਾ ਹੈ। ਮੇਰੇ ਅੰਦਰ ਇੱਕ ਕੈਨੂਲਾ 2 ਘੰਟੇ ਲਗਾ ਕੇ ਰੱਖੀ ਗਈ। ਮੈਨੂੰ ਤਾਂ ਉਦੋਂ ਪਤਾ ਵੀ ਨਹੀਂ ਸੀ ਕਿ ਇਹਦੇ ਵਿੱਚ ਸੂਈ ਨਹੀਂ, ਸਿਰਫ ਪਾਈਪ ਹੀ ਹੈ। ਹੁਣ ਇੱਕ ਨਵੀਂ ਸ਼ੁਰੂਆਤ ਸੀ। ਮੈਨੂੰ ਆਪਣੇ ਆਪ ਤੇ ਮਾਣ ਹੋਇਆ ਕਿ ਮੈਂ ਇਹ ਪਾਰ ਕਰ ਲਿਆ। ਰਾਕੇਸ਼ ਮੈਨੂੰ ਰੂਪਾਲੀ ਦੇ ਦਫ਼ਤਰ ਲੈ ਗਏ। ਰੂਪਾਲੀ ਦੀ ਸਲਾਹ ਸੀ ਕਿ ਉਹਦੇ ਘਰ ਜਾ ਕੇ ਲੰਚ ਕੀਤਾ ਜਾਏ ਤੇ ਉੱਥੇ ਮੈਂ ਵੀ ਆਰਾਮ ਕਰ ਸਕਾਂਗੀ।
ਮੇਰਾ ਮਨ ਨਾ ਹੁੰਦੇ ਹੋਏ ਵੀ ਮੈਨੂੰ ਲੱਗਿਆ ਕਿ ਮੰਮੀ ਨੂੰ ਰੂਪਾਲੀ ਚੰਗੀ ਲੱਗ ਰਹੀ ਹੈ, ਉਹ ਜਾਣਾ ਚਾਹੁੰਦੇ ਹੈ। ਇਸ ਲਈ ਉਹਦੇ ਘਰ ਜਾ ਕੇ ਲੰਚ ਕੀਤਾ। ਰੂਪਾਲੀ ਮੈਨੂੰ ਆਪਣੇ ਠੰਡੇ ਤੇ ਆਰਾਮਦਾਇਕ ਬੈੱਡਰੂਮ 'ਚ ਲੈ ਗਈ। ਮੈਨੂੰ ਖੁਦ ਤੇ ਹੈਰਾਨੀ ਹੋਈ ਕਿ ਮੈਂ ਸੱਚਮੁੱਚ ਹੀ ਉੱਥੇ ਆਰਾਮ ਕੀਤਾ। ਮੰਮੀ 2 ਵਾਰੀ ਮੈਨੂੰ ਦੇਖਣ ਵੀ ਆਏ, ਪਰ ਮੇਰਾ ਗੱਲਾਂ ਕਰਨ ਦਾ ਮਨ ਹੋਣ ਕਾਰਨ ਮੈਂ ਅੱਖਾਂ ਬੰਦ ਕਰ ਲੈਂਦੀ ਸੀ। ਸਾਡਾ ਵਾਪਸ ਜਾਣ ਦਾ ਸਮਾਂ ਹੋਇਆ ਤਾਂ ਉਹਦੇ ਪਤੀ, ਉਹਦਾ ਬੇਟਾ ਤੇ ਇੱਕ ਔਰਤ, ਸ਼ਾਇਦ ਉਹਨਾਂ ਦੀ ਨੌਕਰਾਣੀ, ਸਾਨੂੰ ਵਿਦਾ ਕਰਨ ਆਏ। ਮੈਨੂੰ ਉਹਨਾਂ ਦੀ ਮਹਿਮਾਨ ਨਿਵਾਜ਼ੀ ਬਹੁਤ ਚੰਗੀ ਲੱਗੀ। ਰਾਕੇਸ਼ ਐਕਸ-ਰੇ ਕਰਨ ਵਾਲੇ ਡਾਕਟਰ ਨੂੰ ਬੇਨਤੀ ਕਰਕੇ ਰਿਪੋਰਟ ਛੇਤੀ ਲੈ ਆਏ। ਹੁਣ ਅਸੀਂ ਛਾਤੀ ਦੇ ਮਾਹਰ ਡਾਕਟਰ ਦੇ ਕਮਰੇ ਵਿੱਚ ਜਾਣਾ ਸੀ। ਹੁਣ ਖਾਸ ਫਿਕਰ ਸਪੈਸ਼ਲ ਵਾਰਡ ਲੈਣ ਤੇ FNAC ਟੈਸਟ ਦਾ ਸੀ। ਇਸ ਡਾਕਟਰ ਦਾ ਕਮਰਾ ਆਮ ਡਾਕਟਰਾਂ ਵਾਲਾ ਨਹੀਂ ਸੀ। ਇੱਥੇ ਇੱਕ ਸੋਫਾ ਤੇ ਮੇਜ਼ ਤੇ ਬਹੁਤ ਸਾਰੀਆਂ ਕਿਤਾਬਾਂ ਪਈਆਂ ਸਨ। ਉਹ ਇੱਕ ਵੱਡੇ ਮੇਜ਼ ਅੱਗੇ ਇੱਕ ਘੁੰਮਣ ਵਾਲੀ ਕੁਰਸੀ ਤੇ ਬੈਠਾ ਕੰਪਿਊਟਰ ਤੇ ਕੰਮ ਕਰ ਰਿਹਾ ਸੀ। ਅਸੀਂ ਹਾਲੇ ਅੰਦਰ ਗਏ ਵੀ ਨਹੀਂ ਸੀ ਕਿ ਉਹਨੇ ਕਿਹਾ, ਕੀ ਤੁਹਾਨੂੰ ਲੱਗਦਾ ਹੈ ਕਿ ਦੂਜੇ ਲੋਕਾਂ ਦੀ ਸਿਫਾਰਿਸ਼ ਪਾਉਣ ਨਾਲ ਤੁਹਾਡਾ ਕੰਮ ਛੇਤੀ ਹੋ ਜਾਏਗਾ? ਅਸੀਂ ਦੋਵੇਂ ਹੈਰਾਨ ਜਿਹੇ ਰਹਿ ਗਏ। ਰਾਕੇਸ਼ ਨੇ ਹਕਲਾਉਂਦੇ ਜਿਹੇ ਕਿਹਾ, ਨਹੀਂ, ਪਰ ਡਾਕਟਰ ਨੇ ਵਿਚਕਾਰ ਹੀ ਟੋਕਦੇ ਹੋਏ ਕਿਹਾ, ਕਿ ਮੈਂ ਤੁਹਾਨੂੰ ਕਿਹਾ ਨਹੀਂ ਸੀ ਕਿ ਤੁਸੀਂ ਟੈਸਟ ਕਰਾ ਲਓ ਤੇ ਮੈਂ ਆਪਰੇਸ਼ਨ ਕਰ ਦਿਆਂਗਾ। ਉਸ ਪ੍ਰਸ਼ਾਸਨੀ ਅਧਿਕਾਰੀ, ਕੀ ਨਾਮ ਹੈ ਉਹਦਾ, ਉਸ ਤੋਂ ਕਹਾਉਣ ਦੀ ਕੀ ਲੋੜ ਸੀ? ਉਹ ਗੁੱਸੇ 'ਚ ਤਾਂ ਨਹੀਂ, ਪਰ ਉਹਨੇ ਬੇਇੱਜ਼ਤੀ ਜ਼ਰੂਰ ਮਹਿਸੂਸ ਕੀਤੀ ਸੀ। ਮੇਰੇ ਬੋਲਣ ਲਈ ਤਾਂ ਕੁਝ ਹੈ ਹੀ ਨਹੀਂ ਸੀ। ਸੁਭਾਅ ਅਨੁਸਾਰ ਰਾਕੇਸ਼ ਬੇਚੈਨ ਸੀ। ਉਹਨੇ ਕਿਹਾ, ਮੇਰਾ ਅਜਿਹਾ ਮਤਲਬ ਨਹੀਂ ਸੀ, ਬਸ ਉਹ ਵੀ ਹਿਮਾਚਲ ਤੋਂ ਹਨ, ਇਸ ਲਈ ਉਹਨਾਂ ਨੂੰ ਫਿਕਰ ਸੀ। ਮੈਨੂੰ ਅਜਿਹੇ ਫੋਨ ਆਉਣੇ ਪਸੰਦ ਨਹੀਂ। ਰਾਕੇਸ਼ ਨੇ ਸੌਰੀ ਕਹਿ ਕੇ ਨਾਲ ਹੀ ਦੱਸਿਆ ਕਿ ਅਸੀਂ ਟੈਸਟ ਕਰਵਾ ਲਏ ਹਨ। ਡਾਕਟਰ ਨੂੰ ਥੋੜ੍ਹੀ ਹੈਰਾਨੀ ਹੋਈ। ਉਹਨਾਂ ਨੇ ਕਿਹਾ, ਤੁਹਾਨੂੰ ਪ੍ਰਾਈਵੇਟ ਕਮਰਾ ਵੀ ਮਿਲ ਜਾਏਗਾ। ਤੁਹਾਡੇ ਇਹੋ ਜਿਹੇ ਸੰਪਰਕ ਹਨ ਤਾਂ ਇਹ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ, ਪਰ ਤੁਸੀਂ ਇੰਨੀ ਕਾਹਲ ਕਿਉਂ ਕਰ ਰਹੇ ਹੋ? ਆਰਾਮ ਕਰੋ, ਫਿਲਮ ਦੇਖੋ, ਕਸੌਲੀ ਜਾ ਕੇ ਛੁੱਟੀ ਮਨਾਓ। ਕੋਈ ਜਲਦਬਾਜ਼ੀ ਦੀ ਜ਼ਰੂਰਤ ਨਹੀਂ ਹੈ। ਅਸੀਂ ਹੱਕੇ ਬੱਕੇ ਰਹਿ ਗਏ। ਇਹ ਡਾਕਟਰ ਕਹਿ ਕੀ ਰਿਹਾ ਹੈ? ਹੁਣ ਮੇਰਾ ਕੁਝ ਪੁੱਛਣ ਨੂੰ ਦਿਲ ਕਰ ਰਿਹਾ ਸੀ। ਰਾਕੇਸ਼ ਰਿਪੋਰਟਾਂ ਦਿਖਾ ਰਹੇ ਸੀ। ਉਹਨਾਂ ਨੇ ਅਲਟਰਾਸਾਊਂਡ ਦੀ ਰਿਪੋਰਟ ਦੇਖ ਕੇ ਕਿਹਾ, ਤੁਹਾਨੂੰ ਇਸਤਰੀ ਰੋਗਾਂ ਦੇ ਮਾਹਿਰ ਨੂੰ ਵੀ ਦਿਖਾਉਣਾ ਪਏਗਾ। FNAC ਦੀ ਰਿਪੋਰਟ ਕਿੱਥੇ ਹੈ? ਰਾਕੇਸ਼ ਨੇ ਦੱਸਿਆ ਕਿ ਉਹ ਟੈਸਟ ਕਰਵਾਉਣ ਵਾਲੇ ਡਾਕਟਰ ਕੋਲ ਗਏ ਸੀ ਤੇ ਉਹ CMC ਦੀ ਦਿੱਤੀ ਰਿਪੋਰਟ ਦੇਖ ਰਹੇ ਹੈ। ਪਰ ਮੈਨੂੰ ਵੀ ਰਿਪੋਰਟ ਚਾਹੀਦੀ ਹੈ, ਉਹਨੇ ਰੁੱਖੇਪਣ ਨਾਲ ਕਿਹਾ। ਮੈਂ ਝਿਜਕਦੇ ਹੋਏ ਪੁੱਛਿਆ, ਆਪਰੇਸ਼ਨ ਕਦੋਂ ਹੋਣਾ ਹੈ? ਕੀ ਛਾਤੀ ਕੱਢ ਦਿੱਤੀ ਜਾਏਗੀ? ਨਹੀਂ, ਹੁਣ ਸਮਾਂ ਬਦਲ ਗਿਆ। ਕੱਢਣ ਦੀ ਕੋਈ ਲੋੜ ਨਹੀਂ, ਹੁਣ ਛਾਤੀ ਨੂੰ ਸੰਭਾਲ ਲਿਆ ਜਾਂਦਾ ਹੈ। ਦਰਦ ਕਿੰਨਾ ਕੁ ਹੁੰਦਾ? ਦਰਦ ਨਹੀਂ ਹੁੰਦਾ। ਪ੍ਰਕਿਰਿਆ ਲੰਮੀ ਹੈ ਪਰ ਦਰਦ ਵਾਲੀ ਨਹੀਂ। ਪਹਿਲਾਂ ਸਰਜਰੀ, ਫਿਰ ਕੀਮੋ, ਫਿਰ ਰੇਡੀਏਸ਼ਨ, ਫਿਰ ਦੁਬਾਰਾ ਉਹੀ ਸ਼ਬਦ ਕੀਮੋ। ਪਰ ਦਰਦ ਕਿਸ 'ਚ ਜ਼ਿਆਦਾ ਹੁੰਦਾ, ਸਰਜਰੀ, ਕੀਮੋ ਜਾਂ ਰੇਡੀਏਸ਼ਨ? ਮੈਂ ਪੁੱਛਿਆ। ਹੁਣ ਘੱਟੋ ਘੱਟ ਉਹ ਡਾਕਟਰ ਮੁਸਕਰਾ ਤਾਂ ਪਿਆ। ਆਪਰੇਸ਼ਨ ਨਾਲ ਦਰਦ ਨਹੀਂ ਹੁੰਦਾ, ਤੁਹਾਨੂੰ ਪਤਾ ਵੀ ਨਹੀਂ ਚੱਲੇਗਾ, ਪਰ ਤੁਹਾਨੂੰ ਬਾਂਹ ਵਾਲੀਆਂ ਕਸਰਤਾਂ ਕਰਨੀਆਂ ਪੈਣਗੀਆਂ, ਨਹੀਂ ਤਾਂ ਬਾਂਹ ਆਕੜ ਜਾਂਦੀ ਹੈ। ਪਰ ਕੀਮੋ ਦੀ ਪ੍ਰਕਿਰਿਆ ਲੰਮੀ ਤੇ ਪਰੇਸ਼ਾਨੀ ਵਾਲੀ ਹੈ, ਦਰਦ ਵਾਲੀ ਨਹੀਂ। ਰੇਡੀਏਸ਼ਨ ਨਾਲ ਕੋਈ ਦਰਦ ਨਹੀਂ ਹੁੰਦਾ। ਹੁਣ ਮੈਨੂੰ ਘੱਟੋ ਘੱਟ ਇਹ ਮਹਿਸੂਸ ਹੋਇਆ ਕਿ ਹਾਲਾਤ ਆਮ ਵਾਂਗ ਹੋ ਸਕਦੇ ਆ। ਡਾਕਟਰ ਨੇ ਫਿਰ ਦੁਬਾਰਾ ਪੁੱਛਿਆ, ਪਰ ਤੁਸੀਂ ਆਪਰੇਸ਼ਨ ਲਈ ਕਾਹਲ ਕਿਉਂ ਕਰ ਰਹੇ ਹੋ? ਰਾਕੇਸ਼ ਨੇ ਕਿਹਾ, ਡਾਕਟਰ ਸਾਹਿਬ, ਜੇਕਰ ਆਪਰੇਸ਼ਨ ਦੀ ਤਾਰੀਖ ਦੱਸ ਦਿੰਦੇ ਤਾਂ ਮੈਂ ਪ੍ਰਾਈਵੇਟ ਕਮਰੇ ਲਈ ਅਰਜ਼ੀ ਦੇ ਦਿਆਂ। ਪਹਿਲਾਂ ਰਿਪੋਰਟਾਂ ਆ ਜਾਣ ਦਿਓ। ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ ਕਮਰਾ ਤੁਹਾਨੂੰ ਮਿਲ ਹੀ ਜਾਏਗਾ। ਮੇਰੀ OPD ਸ਼ਨੀਵਾਰ ਨੂੰ ਹੈ, ਉਦੋਂ ਅਸੀਂ ਸਾਰੀ ਗੱਲ ਕਰ ਲਾਂਗੇ। ਪਰ ਇਹ ਸਾਰੀਆਂ ਚੀਜ਼ਾਂ 'ਚ 15-20 ਦਿਨ ਲੱਗ ਸਕਦੇ ਆ। ਤੁਸੀਂ ਪੜ੍ਹੇ ਲਿਖੇ ਹੋ, ਇੰਟਰਨੈਟ 'ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ। ਰਾਕੇਸ਼ ਟੈਸਟਾਂ ਵਾਲੇ ਡਾਕਟਰ ਕੋਲ ਜਾ ਕੇ ਵਾਪਸ ਆਏ ਤਾਂ ਪਰੇਸ਼ਾਨ ਸੀ। ਹੋ ਸਕਦਾ ਹੈ FNAC ਟੈਸਟ ਦੁਬਾਰਾ ਕਰਨਾ ਪਵੇ। ਮੈਂ ਜਦੋਂ CMC ਦਾ ਸੂਈ ਦਾ ਤਜਰਬਾ ਯਾਦ ਕੀਤਾ ਤਾਂ ਮੇਰਾ ਨਵਾਂ ਬਣਿਆ ਆਤਮ ਵਿਸ਼ਵਾਸ ਡੋਲਣ ਲੱਗ ਪਿਆ। ਅਸੀਂ ਘਰ ਵਾਪਸ ਚਲੇ ਗਏ। ਫਿਰ ਦੁਬਾਰਾ ਡਾਕਟਰਾਂ ਤੇ ਦੋਸਤਾਂ ਨੂੰ ਅਣਗਿਣਤ ਫੋਨ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ। ਥਾਂ ਥਾਂ ਤੋਂ ਸਲਾਹਾਂ ਆ ਰਹੀਆਂ ਸਨ। ਰਾਕੇਸ਼ ਨੇ ਆਨੰਦ, ਅਸ਼ੋਕ ਤੇ ਮਨੂ ਵੱਲੋਂ ਦੱਸੇ ਦਿੱਲੀ ਦੇ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਦੇ ਡਾਕਟਰ ਹਰਿਤ ਚਤੁਰਵੇਦੀ ਨਾਲ ਗੱਲ ਕੀਤੀ। ਵੀਨਾ ਦੀਦੀ ਵੀ ਦਿਨ 'ਚ ਘੱਟੋ ਘੱਟ 3 ਵਾਰੀ ਫੋਨ ਕਰ ਰਹੇ ਸੀ ਤੇ ਰਾਕੇਸ਼ ਉਹਨਾਂ ਨੂੰ ਹਰ ਛੋਟੀ ਗੱਲ ਦਾ ਵੇਰਵਾ ਦੇ ਰਹੇ ਸੀ। ਏਮਜ਼ ਵਿੱਚ ਅਨੂ ਦੀਦੀ ਦੇ ਰਿਸ਼ਤੇਦਾਰ ਡਾਕਟਰ ਮਰਵਾਹਾ, ਡਾਕਟਰ ਮਲਨ ਆਦਿ ਨਾਲ ਬਰਾਬਰ ਸੰਪਰਕ ਬਣਿਆ ਹੋਇਆ ਸੀ। ਕੁਝ ਕਹਿੰਦੇ PGI ਸਭ ਤੋਂ ਵਧੀਆ ਤੇ ਕੁਝ RG ਤੇ ਕੁਝ ਟਾਟਾ ਮੈਮੋਰੀਅਲ ਨੂੰ ਵਧੀਆ ਦੱਸ ਰਹੇ ਸੀ। ਕੁਝ ਦੇ ਲਈ ਏਮਜ਼ ਤੋਂ ਵਧੀਆ ਥਾਂ ਕੋਈ ਨਹੀਂ ਸੀ। ਕੰਮ 'ਚ ਰੁੱਝੇ ਹੋਣ ਕਾਰਨ ਰਾਕੇਸ਼ ਦੀ ਆਵਾਜ਼ ਵੀ ਹੁਣ ਪਹਿਲਾਂ ਵਰਗੀ ਹੋ ਗਈ ਸੀ।
ਫੋਨ ਕਰਨ ਦੇ ਸਮੇਂ ਨੂੰ ਛੱਡ ਕੇ ਉਹ ਜ਼ਿਆਦਾਤਰ ਮੇਰੇ ਕੋਲ ਹੀ ਰੁਕ ਕੇ ਗੱਲਾਂ ਕਰਦੇ ਰਹਿੰਦੇ ਤੇ ਪਲੋਸਦੇ ਹੋਏ ਮੈਨੂੰ ਹੌਸਲਾ ਦਿੰਦੇ ਰਹਿੰਦੇ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਸੀ ਕਿ ਜਦੋਂ ਪਹਿਲਾਂ ਫਿਕਰ ਨਾ ਕਰਨ ਲਈ ਕਹਿੰਦੇ ਸਨ ਤਾਂ ਮੈਂ ਮੰਨ ਲੈਂਦੀ ਸੀ, ਪਰ ਹੁਣ ਹਾਲਾਤ ਬਦਲ ਗਏ ਆ। ਉਹਨਾਂ ਦੇ ਆਪਣੇ ਵੱਸ 'ਚ ਕੁਝ ਨਹੀਂ ਰਹਿ ਗਿਆ। ਉਹ ਬਾਰ-ਬਾਰ ਕਹੀ ਜਾਂਦੇ ਜੋ ਹੋ ਗਿਆ ਸੋ ਹੋ ਗਿਆ, ਹੁਣ ਅੱਗੇ ਬਾਰੇ ਸੋਚੀਏ। ਸਾਰੇ ਦੋਸਤ ਮਿੱਤਰ ਗੱਲ ਕਰਨਾ ਚਾਹੁੰਦੇ ਸੀ, ਪਰ ਉਹੀ ਗੱਲਾਂ, ਸਭ ਠੀਕ ਹੋ ਜਾਏਗਾ, ਸਕਾਰਾਤਮਕ ਸੋਚੋ ਆਦਿ। ਮੈਂ ਬਸ ਹਾਂਜੀ ਹਾਂਜੀ ਕਰੀ ਜਾਂਦੀ ਸੀ। ਮੈਂ ਰਾਕੇਸ਼ ਨੂੰ ਕਿਹਾ ਕਿ ਮੈਂ ਕਿਸੇ ਨਾਲ ਫੋਨ ਤੇ ਗੱਲ ਨਹੀਂ ਕਰਨੀ, ਸਿਰਫ ਇੱਕ ਫੋਨ ਕਰਨ ਵਾਲੇ ਸਰ ਨੂੰ ਮੈਂ ਨਾ ਨਹੀਂ ਕਰ ਸਕਦੀ। ਪਰ ਰਾਕੇਸ਼ ਦੀ ਗੱਲ ਮੈਨੂੰ ਸਹੀ ਵੀ ਲੱਗੀ। ਉਹਨਾਂ ਨੇ ਕਿਹਾ, ਤੂੰ ਡਰਦੀ ਕਿਸ ਗੱਲ ਤੋਂ ਹੈ? ਜੀ ਤੂੰ ਡਰਦੀ ਹੈ ਉਹ ਤਾਂ ਹੋ ਚੁੱਕਾ ਹੈ। ਮੁਆਇਨੇ ਤੋਂ ਬਾਅਦ ਡਾਕਟਰਾਂ ਨੇ ਕੈਂਸਰ ਦੱਸ ਹੀ ਦਿੱਤਾ। ਡਰ ਤਾਂ ਇਸ ਚੀਜ਼ ਦਾ ਸੀ, ਉਹਨੇ ਤੋਂ ਅੱਗੇ ਗੱਲ ਕਰਨ ਤੋਂ ਕਿਉਂ ਡਰਨਾ? ਇੱਕ ਤਰ੍ਹਾਂ ਨਾਲ ਰਾਕੇਸ਼ ਸਹੀ ਕਹਿ ਰਹੇ ਸੀ, ਪਰ ਮੈਂ ਉਹਨਾਂ ਨੂੰ ਆਪਣੇ ਇੱਕ ਹੋਰ ਡਰ ਦੇ ਬਾਰੇ ਨਹੀਂ ਦੱਸਿਆ। ਉਹ ਸੀ ਦਰਦ। ਸ਼ਾਮ ਤੱਕ ਰਾਕੇਸ਼ ਤੇ ਬਾਕੀ ਸਾਰਿਆਂ ਦੀ ਇੱਕ ਗੱਲ ਤੇ ਸਹਿਮਤੀ ਬਣੀ ਗਈ। ਹੁਣ ਅਸੀਂ ਦੂਜੀ ਸਲਾਹ ਲੈਣ ਦਿੱਲੀ ਦੇ ਰਾਜੀਵ ਗਾਂਧੀ ਇੰਸਟੀਚਿਊਟ ਜਾਣਾ ਸੀ। ਅਸੀਂ ਵੀਰ ਜੀ ਦੀ ਆਲਟੋ ਵਿੱਚ ਸ਼ੁੱਕਰਵਾਰ ਸਵੇਰੇ ਚੱਲਣਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਬਾਰ-ਬਾਰ ਜੰਮ ਤੇ ਮਰ ਰਹੀ ਹਾਂ। ਮੈਨੂੰ ਇੱਕਦਮ ਇਹ ਸੋਚ ਕੇ ਹੈਰਾਨੀ ਹੋਈ ਕਿ ਕੈਂਸਰ ਦਾ ਪਤਾ ਲੱਗਿਆ ਸਿਰਫ 5 ਦਿਨ ਹੀ ਹੋਏ ਹੈ। ਇਹ 5 ਦਿਨ 5 ਵਰ੍ਹਿਆਂ ਵਰਗੇ ਜਾਪ ਰਹੇ ਹੈ। ਇਹ 5 ਦਿਨਾਂ ਤੋਂ ਪਹਿਲਾਂ ਜ਼ਿੰਦਗੀ ਜਿਵੇਂ ਬਹੁਤ ਪੁਰਾਣੀ ਤੇ ਧੁੰਦਲੀ ਜਿਹੀ ਹੋ ਚੁੱਕੀ ਸੀ। ਉਹ ਲੰਮੀ ਸੈਰ, ਦਿਲ ਖੋਲ ਕੇ ਹੱਸਣਾ, ਸਵਾਦ ਖਾਣੇ ਬਣਾਉਣੇ, ਯੋਗ ਕਰਨਾ, ਕਿਤਾਬਾਂ ਲਿਖਣੀਆਂ ਜਿਵੇਂ ਪਿਛਲੇ ਜ਼ਮਾਨੇ ਦੀ ਗੱਲ ਸੀ। ਮੈਨੂੰ ਹੁਣ ਰਾਕੇਸ਼ ਦੇ ਮਾਤਾ-ਪਿਤਾ ਨਾਲ ਵੀ ਗੱਲ ਕਰਨੀ ਪਈ। ਉਹਨਾਂ ਨੂੰ ਬਹੁਤ ਫਿਕਰ ਸੀ। ਭਾਵੇਂ ਰਾਕੇਸ਼ ਉਹਨਾਂ ਨੂੰ ਵਿਸ਼ਵਾਸ ਦਿਵਾ ਰਹੇ ਸਨ ਕਿ ਜਦੋਂ ਲੋੜ ਪਈ ਉਹਨਾਂ ਨੂੰ ਸੱਦ ਲਿਆ ਜਾਏਗਾ, ਪਰ ਉਹਨਾਂ ਦੀ ਤਸੱਲੀ ਨਹੀਂ ਹੋ ਰਹੀ ਸੀ। ਮੇਰੇ ਆਪਣੇ ਪਰਿਵਾਰ ਦੇ ਸਾਰੇ ਲੋਕ, ਮਾਤਾ-ਪਿਤਾ, ਭਰਾ ਸਾਰੇ ਰਾਕੇਸ਼ ਦੇ ਮੂੰਹ ਵੱਲ ਵੇਖ ਰਹੇ ਸਨ, ਕਿਉਂਕਿ ਉਹਨਾਂ ਨੂੰ ਭਰੋਸਾ ਸੀ ਕਿ ਉਹ ਸਹੀ ਫੈਸਲਾ ਹੀ ਕਰਨਗੇ। ਜਦੋਂ ਉਹਨਾਂ ਨੇ ਮੇਰੀ ਹਾਲਤ ਅਨੁਸਾਰ ਰਾਕੇਸ਼ ਨੂੰ ਪੂਰੇ ਪ੍ਰਬੰਧ ਕਰਦੇ ਵੇਖਿਆ ਤਾਂ ਉਹਨਾਂ ਦੇ ਮਨ 'ਚ ਉਹਨਾਂ ਲਈ ਪਿਆਰ ਤੇ ਇੱਜ਼ਤ ਹੋਰ ਵੀ ਵੱਧ ਗਈ। ਉਹਨਾਂ ਨੂੰ ਰਾਕੇਸ਼ ਦੇ ਫੈਸਲਿਆਂ ਤੇ ਰੱਬ ਵਰਗਾ ਵਿਸ਼ਵਾਸ ਸੀ ਤੇ ਉਹ ਬੇਫਿਕਰ ਸੀ ਕਿ ਉਹਨਾਂ ਨੂੰ ਇਹਨਾਂ ਗੱਲਾਂ ਦੀ ਫਿਕਰ ਕਰਨ ਦੀ ਲੋੜ ਨਹੀਂ। ਡੈਡੀ ਬਹੁਤ ਵਾਰੀ ਕਹੀ ਜਾ ਰਹੇ ਸਨ, ਅਸੀਂ ਤਾਂ ਸਭ ਕੁਝ ਕਿਵੇਂ ਕਰ ਲੈਂਦੇ, ਸਾਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ। ਅੰਗ 9ਵਾਂ, ਦੂਜੇ ਡਾਕਟਰਾਂ ਦੀ ਰਾਏ। 1 ਅਗਸਤ 2008 ਸ਼ੁੱਕਰਵਾਰ ਸਵੇਰੇ ਅਸੀਂ ਰਾਜੀਵ ਗਾਂਧੀ ਇੰਸਟੀਚਿਊਟ ਲਈ ਤੁਰ ਪਏ। ਸਫ਼ਰ ਬਹੁਤ ਲੰਮਾ ਸੀ, ਜਿਵੇਂ ਇਸ ਸਮੇਂ ਸਾਰੇ ਸਫ਼ਰਾਂ ਦੌਰਾਨ ਹੁੰਦਾ ਸੀ। ਇਸ ਵਾਰੀ ਵੀ ਕਾਰ 'ਚ ਚੁੱਪੀ ਸੀ, ਸਿਰਫ ਬਹੁਤ ਜ਼ਰੂਰੀ ਫੋਨ ਕੀਤੇ ਗਏ। ਪਹਿਲੀ ਵਾਰੀ ਰਿਪੋਰਟ ਆਉਣ ਤੇ ਸਮੇਂ ਤਰ੍ਹਾਂ ਹੁਣ ਵੀ ਮੈਨੂੰ ਲੱਗ ਰਿਹਾ ਸੀ ਕਿ ਜ਼ਿੰਦਗੀ ਖਤਮ ਹੁੰਦੀ ਜਾ ਰਹੀ ਹੈ। ਫਿਰ ਦੁਬਾਰਾ ਮੈਨੂੰ ਖਾਲੀ ਪੇਟ ਰਹਿਣਾ ਪੈ ਰਿਹਾ ਸੀ। ਅਸੀਂ ਹੱਥ ਫੜੇ ਹੋਏ ਸਨ। ਪਰ ਰਾਕੇਸ਼ ਦੇ ਮਨ 'ਚ ਕੀ ਚੱਲ ਰਿਹਾ ਹੋਏਗਾ ਇਹਨਾਂ ਦਿਨਾਂ 'ਚ? ਮੈਂ ਆਪਣੇ ਦੁੱਖ ਤੇ ਦੋਵੇਂ ਪਾਸੇ ਤੇ ਮਾਤਾ-ਪਿਤਾ ਬਾਰੇ ਹੀ ਸੋਚਦੀ ਰਹਿ ਗਈ ਸੀ। ਮੇਰਾ ਪਤੀ, ਹਰ ਕੋਈ ਉਹਦੇ ਉੱਤੇ ਸਾਰੀ ਜ਼ਿੰਮੇਵਾਰੀ ਸੁੱਟ ਕੇ ਸੁਰਖਰੂ ਹੋ ਗਿਆ ਸੀ। ਪਰ ਇਸ ਤਰ੍ਹਾਂ ਕਿਉਂ? ਉਹ ਇਕੱਲੇ ਇਸ ਤਰ੍ਹਾਂ ਕਿਉਂ ਤਕਲੀਫ ਸਹਿੰਦੇ ਰਹਿਣ? ਕਾਰ 'ਚ ਬੈਠਿਆ ਹੋਇਆ ਮੈਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਉਹ ਕਿੰਨੀ ਜ਼ਿਆਦਾ ਪਰੇਸ਼ਾਨੀ 'ਚ ਸਨ। 15 ਸਾਲਾਂ 'ਚ ਅਸੀਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਵਾਰੀ ਇਕੱਠੇ ਸਫ਼ਰ ਕੀਤਾ ਸੀ। ਗੱਡੀ 'ਚ ਬੈਠਣ ਤੋਂ ਬਾਅਦ ਡਰਾਈਵਰ ਆਪ ਹੀ ਠਿਕਾਣੇ ਸਿਰ ਪਹੁੰਚਦਾ ਰਹਿੰਦਾ ਸੀ ਤੇ ਰਾਕੇਸ਼ ਸੌਂ ਜਾਂਦੇ ਸੀ। ਪਰ ਅੱਜ ਇਸ 6 ਘੰਟੇ ਦੇ ਸਫ਼ਰ ਦੌਰਾਨ ਉਹਨਾਂ ਨੇ ਇੱਕ ਝਪਕੀ ਵੀ ਨਾ ਲਈ। ਜਿਵੇਂ-ਜਿਵੇਂ ਘੰਟੇ ਗੁਜ਼ਰਦੇ ਗਏ ਮੈਂ ਉਹਨਾਂ ਵੱਲ ਕਦੀ-ਕਦੀ ਨਿਗਾਹ ਮਾਰ ਲੈਂਦੀ, ਪਰ ਉਹ ਸਿਰਫ ਸਿੱਧੇ ਬੈਠੇ ਸਾਹਮਣੇ ਦੇਖੀ ਜਾ ਰਹੇ ਸਨ। ਮੈਨੂੰ ਉਹਨਾਂ ਦਾ ਦਰਦ ਮਹਿਸੂਸ ਹੋਇਆ ਤਾਂ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਸਿਰਫ ਮੈਂ ਹੀ ਉਹਨਾਂ ਦੀ ਪਰੇਸ਼ਾਨੀ ਨੂੰ ਸਮਝ ਸਕਦੀ ਸੀ। ਮੇਰੀ ਤਰ੍ਹਾਂ ਹੀ ਬਿਨਾਂ ਕਿਸੇ ਕਸੂਰ ਦੇ ਉਹਨਾਂ ਦੀ ਜ਼ਿੰਦਗੀ ਵੀ ਕਿੰਨੀ ਬਦਲ ਗਈ ਸੀ। ਰਾਕੇਸ਼ ਦੀ ਜ਼ਿੰਦਗੀ ਨੂੰ ਇੰਨਾ ਦੁਖਦਾਈ ਬਣਾਉਣ ਲਈ ਦੋਸ਼ੀ ਤਾਂ ਮੈਂ ਹੀ ਸੀ। ਅਸੀਂ ਹਸਪਤਾਲ ਪਹੁੰਚ ਗਏ। ਇਮਾਰਤ ਬਾਹਰੋਂ ਹੀ ਪ੍ਰਭਾਵਸ਼ਾਲੀ ਲੱਗ ਰਹੀ ਸੀ। ਚੰਡੀਗੜ੍ਹ 'ਚ ਸਾਰੇ ਇਹਦਾ ਨਾਂ ਰਾਜੀਵ ਗਾਂਧੀ ਜਾਂ RGCI ਲੈ ਰਹੇ ਸੀ, ਪਰ ਮੈਂ ਇਹਦਾ ਬੋਰਡ ਦੇਖਿਆ ਤਾਂ ਪਤਾ ਚੱਲਿਆ ਕਿ ਪੂਰਾ ਨਾਂ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਹੈ। ਸਾਡਾ ਦੋਸਤ ਆਨੰਦ ਨੋਟੇ ਉੱਥੇ ਹਾਜ਼ਰ ਸੀ। ਉਹ ਜਦੋਂ ਸਾਡੇ ਕੋਲ ਆਇਆ ਤਾਂ ਮੈਂ ਰੋ ਪਈ, ਪਰ ਇਹ ਰੋਣਾ ਪਹਿਲਾਂ ਦੀ ਤਰ੍ਹਾਂ ਉੱਚੀ ਜਾਂ ਸੁੱਕੀਆਂ ਲੈ ਕੇ ਨਹੀਂ ਸੀ, ਬਲਕਿ ਥੋੜ੍ਹੇ ਜਿਹੇ ਹੰਝੂ ਸੀ। ਉਹਨੇ ਮੈਨੂੰ ਜੱਫੀ 'ਚ ਲੈ ਕੇ ਕਿਹਾ ਕਿ ਇਹ ਹਸਪਤਾਲ ਚੰਗਾ ਹੈ,
ਉਹਨੇ ਬਾਕੀ ਲੋਕਾਂ ਦੀ ਤਰ੍ਹਾਂ ਕੁਝ ਨਹੀਂ ਹੋਏਗਾ, ਤੂੰ ਬਿਲਕੁਲ ਠੀਕ ਹੈ ਆਦਿ ਨਹੀਂ ਕਿਹਾ, ਜੋ ਮੈਨੂੰ ਚੰਗਾ ਲੱਗਿਆ। ਫਿਰ ਉਹਨੇ ਡਾਕਟਰ ਦਾ ਨਾਂ ਤੇ ਉਹਨੂੰ ਮਿਲਣ ਦਾ ਸਮਾਂ ਪੁੱਛਿਆ। ਮੈਂ ਆਸੇ-ਪਾਸੇ ਵੇਖਿਆ। ਇਹ ਤਾਂ ਹਸਪਤਾਲ ਨਾਲੋਂ ਹੋਟਲ ਜ਼ਿਆਦਾ ਲੱਗਦਾ ਹੈ। ਮੈਂ ਅਜਿਹਾ ਆਧੁਨਿਕ ਤੇ ਸਾਫ਼ ਸੁਥਰਾ ਹਸਪਤਾਲ ਪਹਿਲਾਂ ਕਦੇ ਨਹੀਂ ਵੇਖਿਆ ਸੀ। ਰਾਕੇਸ਼ ਨੇ ਕਾਊਂਟਰ ਤੇ ਬੈਠੀ ਲੜਕੀ ਨੂੰ ਡਾਕਟਰ ਹਰਿਤ ਚਤੁਰਵੇਦੀ ਬਾਰੇ ਪੁੱਛਿਆ। ਸਾਨੂੰ ਦੱਸਿਆ ਗਿਆ ਕਿ ਉਹ ਆਪਰੇਸ਼ਨ ਥੀਏਟਰ 'ਚ ਹਨ ਤੇ ਉੱਥੇ ਹੀ ਸਾਨੂੰ ਮਿਲ ਲੈਣਗੇ। ਡਾਕਟਰ ਦੀ OT ਵਿੱਚ ਮਿਲਣ ਦੀ ਗੱਲ ਕੁਝ ਅਜੀਬ ਹੀ ਲੱਗੀ, ਪਰ ਰਾਕੇਸ਼ ਨੇ ਪਹਿਲਾਂ ਹਸਪਤਾਲ ਦੇ CEO ਨੂੰ ਮਿਲਣ ਦਾ ਫੈਸਲਾ ਕੀਤਾ। ਉਹ ਹਿਮਾਚਲ ਦੇ ਕਿਨੌਰ ਇਲਾਕੇ ਤੋਂ ਸੀ ਤੇ ਸਭ ਨੇ ਉਸ ਨਾਲ ਗੱਲ ਕਰ ਲਈ ਸੀ। ਬਹੁਤ ਹੀ ਸਲੀਕੇ ਵਾਲਾ, ਚੁਸਤ ਤੇ ਸਿਰਫ ਕੰਮ ਦੀ ਗੱਲ ਕਰਨ ਵਾਲਾ ਵਿਅਕਤੀ ਸੀ। ਸਾਨੂੰ ਬੈਠਣ ਦਾ ਇਸ਼ਾਰਾ ਕਰਕੇ ਉਹਨੇ ਕਿਹਾ, ਮੈਨੂੰ ਵਿਪਾ ਰਾਓ ਦਾ ਫੋਨ ਆ ਗਿਆ ਸੀ, ਦੱਸੋ ਕਿਸ ਤਰ੍ਹਾਂ ਦੀ ਹਾਲਤ ਹੈ। ਮੈਂ ਰੋਣਾ ਸ਼ੁਰੂ ਕਰ ਦਿੱਤਾ, ਪਰ ਇੱਕ ਪਹਿਲਾ ਅਣਜਾਣ ਵਿਅਕਤੀ ਸੀ ਜਿਹਨੇ ਮੈਨੂੰ ਸਪਸ਼ਟ ਸ਼ਬਦਾਂ 'ਚ ਕਿਹਾ, ਇਹ ਨਹੀਂ ਚੱਲੇਗਾ। ਜੇਕਰ ਤੁਸੀਂ ਇਸ ਤਰ੍ਹਾਂ ਵਿਹਾਰ ਕਰੋਗੇ ਤਾਂ ਤੁਸੀਂ ਠੀਕ ਨਹੀਂ ਹੋ ਸਕਦੇ। ਤੁਹਾਨੂੰ ਆਸ਼ਾਵਾਦੀ ਤੇ ਬਹਾਦਰ ਬਣਨਾ ਪਏਗਾ। ਬਹੁਤ ਜ਼ਿਆਦਾ ਕੇਸਾਂ 'ਚ ਲੋਕੀ ਠੀਕ ਹੋ ਕੇ ਹੀ ਜਾਂਦੇ ਆ, ਪਰ ਇਹਦੇ ਨਾਲ ਤੁਹਾਨੂੰ ਖੁਦ ਤੇ ਭਰੋਸਾ ਬਣਾਉਣਾ ਹੀ ਪਏਗਾ। ਫਿਰ ਉਹਨੇ ਆਪਣੇ ਲੋਕ ਸੰਪਰਕ ਅਫਸਰ PRO ਨੂੰ ਬੁਲਾਇਆ। ਉਹ ਮੈਨੂੰ ਥੋੜ੍ਹਾ ਅਜੀਬ ਜਿਹਾ ਆਦਮੀ ਲੱਗਿਆ, ਪਰ ਬਾਅਦ 'ਚ ਮੈਂ ਮਹਿਸੂਸ ਕੀਤਾ ਕਿ ਉਹ RGCI ਲਈ ਸਭ ਤੋਂ ਵਧੀਆ PRO ਹੈ। CEO ਨੇ ਸਾਨੂੰ ਉਹਦੇ ਨਾਲ ਜਾਣ ਲਈ ਕਿਹਾ ਤੇ ਕਿਹਾ ਕਿ ਜੇ ਲੋੜ ਪਈ ਤਾਂ ਇਹ ਡਾਕਟਰ ਦੀਵਾਨ ਨਾਲ ਵੀ ਗੱਲ ਕਰ ਲਏਗਾ। ਰਾਕੇਸ਼ ਨੇ ਛੇਤੀ ਦੇ ਕੇ ਕਿਹਾ ਕਿ ਉਹਨੇ ਡਾਕਟਰ ਹਰਿਤ ਨਾਲ ਗੱਲ ਕੀਤੀ ਹੈ, ਉਹ ਵੀ ਠੀਕ ਹੈ, ਕੋਈ ਸਮੱਸਿਆ ਨਹੀਂ, ਕਹਿ ਕੇ CEO ਨੇ ਸਾਨੂੰ ਤੋਰ ਦਿੱਤਾ। ਅਸੀਂ PRO ਦੇ ਪਿੱਛੇ ਉਹਦੀ ਕੈਬਿਨ 'ਚ ਗਏ। ਉਹਨੇ ਮੈਨੂੰ ਪੁੱਛਿਆ ਕਿ ਮੈਂ ਕਿਹੜੇ ਰੱਬ ਨੂੰ ਮੰਨਦੀ ਹਾਂ। ਮੈਂ ਹੈਰਾਨ ਪਰੇਸ਼ਾਨ, ਰੱਬ ਇੱਥੇ ਕਿੱਥੋਂ ਆ ਗਿਆ, ਉਹ ਵੀ ਹਸਪਤਾਲ 'ਚ। ਉਹਨੇ ਫਿਰ ਕਿਹਾ, ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜੇ ਰੱਬ ਨੂੰ ਮੰਨਦੇ ਹੋ। ਮੈਂ ਦੇਵਤਿਆਂ ਦੇ ਬਾਰੇ ਸੋਚਣ ਲੱਗੀ। ਕਮਰੇ 'ਚ ਇੱਕੋ ਕੁਰਸੀ ਸੀ ਤੇ ਮੈਂ ਬੈਠੀ ਸੀ ਤੇ ਮੈਂ ਰਾਕੇਸ਼ ਖੜੇ ਸੀ। ਮੇਰੇ ਮਨ 'ਚ ਖਿਆਲ ਆਇਆ ਕਿ ਸਾਰੇ ਦੇਵਤਿਆਂ ਨੇ ਮੇਰਾ ਕੀਤਾ ਕੀ ਹੈ, ਪਰ ਮੈਂ ਇਸ ਖਿਆਲ ਨੂੰ ਦੇਖ ਲਿਆ। ਉਹਨੇ ਫਿਰ ਮੁਸਕਰਾਉਂਦੇ ਹੋਏ ਕਿਹਾ, ਜਿਹੜੇ ਦੇਵੀ ਦੇਵਤੇ ਨੂੰ ਤੁਸੀਂ ਪ੍ਰਾਰਥਨਾ ਕਰਦੇ ਹੋ, ਜਿਸ ਉੱਤੇ ਤੁਹਾਨੂੰ ਵਿਸ਼ਵਾਸ ਹੈ। ਮੈਂ ਸਾਰੇ ਦੇਵੀ ਦੇਵਤਿਆਂ ਬਾਰੇ ਸੋਚਣਾ ਸ਼ੁਰੂ ਕਰਤਾ। ਪਹਿਲਾਂ ਦੇਵੀਆਂ, ਫਿਰ ਸ਼ੋਰ, ਫਿਰ ਪਹਿਲਾਂ ਦੇਵੀਆਂ, ਇੱਕ ਸ਼ੇਰ ਤੇ ਸਵਾਰ, ਦੂਜੀ ਨੇ ਜੀਭ ਕੱਢੀ ਹੋਈ, ਤੀਜੀ ਜੋ ਬਹੁਤ ਹੀ ਸੋਹਣੀ ਸੀ ਪਰ ਮੇਰਾ ਉਹਨਾਂ ਤੇ ਵਿਸ਼ਵਾਸ ਨਹੀਂ ਸੀ। ਫਿਰ ਇੱਕ ਬਹੁਤ ਹੀ ਲੰਮੇ ਨੱਕ ਵਾਲਾ ਆਦਮੀ ਜਿਹਨੂੰ ਸਾਡੇ ਪਰਿਵਾਰ 'ਚ ਬਹੁਤ ਮੰਨਦੇ ਸੀ ਪਰ ਮੇਰਾ ਵਿਸ਼ਵਾਸ ਨਹੀਂ। ਫਿਰ ਹੋਰ ਦੇਵੀ ਦੇਵਤਾ ਸੀ ਜੋ ਬੱਦਲਾਂ 'ਚ ਤੈਰਦੇ ਸੀ। ਮੈਂ ਉਹਨਾਂ ਨੂੰ ਕੈਲੰਡਰਾਂ, ਪੋਸਟਰਾਂ ਆਦਿ TV ਸੀਰੀਅਲਾਂ 'ਚ ਵੇਖਿਆ, ਪਰ ਕੀ ਮੇਰਾ ਉਹਨਾਂ ਤੇ ਵਿਸ਼ਵਾਸ ਹੈ? ਨਹੀਂ। ਫਿਰ ਸਾਈਂ ਬਾਬਾ, ਨਹੀਂ, ਮੇਰਾ ਨਿੱਜੀ ਤੌਰ ਤੇ ਉਹਨਾਂ 'ਚ ਬਿਲਕੁਲ ਵਿਸ਼ਵਾਸ ਨਹੀਂ ਸੀ। ਮੇਰੇ ਆਪਣੇ ਮਾਤਾ ਪਿਤਾ ਤੇ ਸਹੁਰਾ ਪਰਿਵਾਰ ਉਹਨਾਂ ਨੂੰ ਬਹੁਤ ਮੰਨਦੇ ਸੀ। ਉਹਨਾਂ ਦਾ ਸਾਈਂ ਬਾਬਾ ਤੇ ਚੰਗਾ ਵਿਸ਼ਵਾਸ ਸੀ, ਇੱਥੋਂ ਤੱਕ ਕਿ ਮੈਂ ਵੀ ਉਹਨਾਂ ਤੇ ਵਿਸ਼ਵਾਸ ਕਰਨ ਲੱਗ ਪਈ ਸੀ। ਪਰ ਹੁਣ ਉਹਨਾਂ ਨੇ ਮੇਰੀ ਜ਼ਿੰਦਗੀ 'ਚ ਕੀ ਕਰ ਦਿੱਤਾ। ਚੱਲ ਮੈਂ ਤਾਂ ਭੈੜੀ ਹੋਵਾਂਗੀ, ਪਰ ਮੇਰੇ ਸੱਸ ਸਹੁਰਾ ਤੇ ਰਾਕੇਸ਼, ਉਹਨਾਂ ਦੇ ਰੱਬ ਨੇ ਉਹਨਾਂ ਨਾਲ ਇਸ ਤਰ੍ਹਾਂ ਕਿਉਂ ਕੀਤਾ। ਮਾਂ ਜੀ ਤਾਂ ਕਿੰਨਾ ਜ਼ਿਆਦਾ ਦੁੱਖ ਭੁਗਤਿਆ। ਪਹਿਲਾਂ ਬੇਟਾ ਚਲਾ ਗਿਆ, ਫਿਰ ਨੂੰਹ, ਹੁਣ ਕੋਈ ਪੋਤਾ ਪੋਤੀ ਵੀ ਨਹੀਂ, ਸਿਰਫ ਮੈਂ ਹੀ ਤਾਂ ਉਹਨਾਂ ਦੀ ਕੋਈ ਆਸ ਸੀ। ਹੁਣ ਮੈਂ ਵੀ ਮਰ ਰਹੀ ਸੀ। ਉਹਨਾਂ ਦਾ ਰੱਬ ਕਿੱਥੇ ਹੈ? ਨਹੀਂ, ਮੈਂ ਇਸ ਰੱਬ 'ਚ ਵਿਸ਼ਵਾਸ ਨਹੀਂ ਕਰਦੀ। ਜੇ ਉਹ ਸੱਚਮੁੱਚ ਰੱਬ ਹੁੰਦੇ ਤਾਂ ਮੇਰੀ ਸੱਸ ਦੀ ਅੰਤਾਂ ਦੀ ਸ਼ਰਧਾ ਲਈ, ਮੇਰੇ ਸਹੁਰੇ ਦੇ ਪਿਆਰ ਤੇ ਮੇਰੇ ਪਤੀ ਦੀ ਦਰਿਆ ਦਿਲੀ ਦੇ ਬਦਲੇ ਮੇਰੇ ਨਾਲ ਇਹ ਕੁਝ ਨਾ ਹੁੰਦਾ। ਰੱਬ ਮੈਨੂੰ ਨਹੀਂ ਬਲਕਿ ਉਹਨਾਂ ਨੂੰ ਸਜ਼ਾ ਦੇ ਰਿਹਾ ਹੈ। ਨਹੀਂ, ਮੈਂ ਉਸ 'ਚ ਵਿਸ਼ਵਾਸ ਨਹੀਂ ਕਰਦੀ। ਫਿਰ ਸ਼ਿਵ ਜੀ, ਮੈਂ ਕਿਸੇ ਹੱਦ ਤੱਕ ਉਹਨਾਂ ਨੂੰ ਪਸੰਦ ਕਰਦੀ ਹਾਂ। ਬਹੁਤ ਵਾਰੀ ਜਦੋਂ ਅਸੀਂ ਪਹਾੜਾਂ ਤੇ ਚੜ੍ਹਦੇ ਤੇ ਚੋਟੀਆਂ ਤੇ ਪਹੁੰਚਣਾ ਹੁੰਦਾ ਤਾਂ ਅਸੀਂ ਸ਼ਕਤੀ ਲਈ ਸ਼ਿਵ ਜੀ ਨੂੰ ਪ੍ਰਾਰਥਨਾ ਕਰਦੇ ਸੀ। ਪਹਾੜਾਂ ਦੇ ਸਿਖਰ ਤੇ ਜਾ ਕੇ ਜਿਵੇਂ ਨਵੀਂ ਜ਼ਿੰਦਗੀ ਮਿਲ ਜਾਂਦੀ ਸੀ। ਕੋਈ ਤਾਂ ਰੱਬ ਦੇਵੀ ਦੇਵਤਾ ਹੋਏਗਾ ਜਿਹਨੂੰ ਤੁਸੀਂ ਮੰਨਦੇ ਹੋਵੋ, ਜਿਹਦੀ ਫੋਟੋ ਤੁਹਾਡੇ ਘਰ 'ਚ ਹੋਵੇ। PRO ਨੇ ਮੇਰੇ ਖਿਆਲਾਂ ਦੀ ਲੜੀ ਨੂੰ ਤੋੜਦੇ ਹੋਏ ਕਿਹਾ। ਹੁਣ ਮੈਨੂੰ ਵੀ ਬੇਚੈਨੀ ਜੀ ਹੋ ਰਹੀ ਸੀ। ਪਹਾੜਾਂ ਤੇ ਤਾਂ ਸ਼ਿਵ ਜੀ ਨੂੰ ਯਾਦ ਕਰਨਾ ਹੀ ਠੀਕ ਸੀ, ਪਰ ਮੇਰਾ ਵਿਸ਼ਵਾਸ ਸ਼ਾਇਦ ਨਹੀਂ। ਹਾਂ ਦੱਸੋ, PRO ਨੇ ਬੇਚੈਨੀ ਨਾਲ ਕਿਹਾ। ਕਹਿ ਨਹੀਂ ਸਕਦੀ, ਮੈਂ ਝੂਠ ਨਹੀਂ ਬੋਲ ਸਕਦੀ।
ਅਸਲ 'ਚ ਮੈਂ ਜ਼ਿਆਦਾ ਧਾਰਮਿਕ ਨਹੀਂ ਹਾਂ। ਠੀਕ ਹੈ, ਪਰ ਤੁਹਾਡੇ ਘਰ 'ਚ ਕਿਸੇ ਦੇਵਤਾ ਦੀ ਫੋਟੋ ਤਾਂ ਹੋਏਗੀ। ਫਿਰ ਮੈਂ ਰਾਕੇਸ਼ ਵੱਲ ਵੇਖਿਆ ਤੇ ਕਿਹਾ, ਜੇ ਕੋਈ ਹੈ ਜਿਸ ਉੱਤੇ ਮੈਨੂੰ ਵਿਸ਼ਵਾਸ ਹੈ। ਹਾਂ ਹਾਂ, ਉਹ ਵਿਅਕਤੀ ਨੇ ਸਿਰ ਹਿਲਾ ਕੇ ਹੱਲਾਸ਼ੇਰੀ ਦਿੰਦੇ ਹੋਏ ਕਿਹਾ, ਤਾਂ ਉਹ ਰਾਕੇਸ਼ ਹੈ। ਰਾਕੇਸ਼? ਉਹ ਸਮਝਣਾ ਚਾਹ ਰਿਹਾ ਸੀ ਕਿ ਰਾਕੇਸ਼ ਕਿਹੜਾ ਰੱਬ ਹੈ। ਮੇਰੇ ਪਤੀ ਰਾਕੇਸ਼। ਸਾਰੀਆਂ ਗੱਲਾਂ ਦੇ ਬਾਵਜੂਦ ਮੇਰਾ ਉਹਨਾਂ ਤੇ ਹੀ ਵਿਸ਼ਵਾਸ ਹੈ। ਪੀਆਰ ਉਹ ਹੱਕਾ ਬੱਕਾ ਰਹਿ ਗਿਆ। ਮੈਨੂੰ ਇਹਨਾਂ ਤੇ ਵਿਸ਼ਵਾਸ ਹੈ, ਇਹੀ ਮੇਰੇ ਦੇਵਤਾ ਹਨ। ਮੈਂ ਫਿਰ ਆਪਣੀ ਗੱਲ ਦੁਹਰਾਈ। ਉਸ ਆਦਮੀ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ ਤੇ ਫਿਰ ਚਲੋ ਠੀਕ ਹੈ ਕਹਿ ਕੇ ਚੁੱਪ ਕਰ ਗਿਆ। ਫਿਰ ਉਹਨੇ ਮੈਨੂੰ ਤਣਾਅ ਦਾ ਮਤਲਬ ਸਮਝਾਉਣਾ ਸ਼ੁਰੂ ਕੀਤਾ। ਮੈਨੂੰ ਲੱਗ ਰਿਹਾ ਸੀ ਉਹ ਸਮਾਂ ਬਰਬਾਦ ਕਰ ਰਿਹਾ, ਪਰ ਉਹ ਬਿਨਾਂ ਕੋਈ ਵਿਗਿਆਨਕ ਕਾਰਨ ਦਿੱਤੇ ਬੋਲੀ ਜਾ ਰਿਹਾ ਸੀ। ਮੈਂ ਸੁਣੀ ਜਾ ਰਹੀ ਸੀ। ਉਹਨੇ ਮੈਨੂੰ ਦੱਸਿਆ ਕਿ ਬਿਮਾਰੀ ਤੋਂ ਠੀਕ ਹੋਣ 'ਚ ਵਿਸ਼ਵਾਸ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮੈਨੂੰ ਲੱਗ ਰਿਹਾ ਸੀ ਕਿ ਫਲਸਫਾ ਇੱਕ ਪਾਸੇ ਹੈ ਤੇ ਅਸਲ ਜ਼ਿੰਦਗੀ ਇੱਕ ਪਾਸੇ। ਮੈਨੂੰ ਉੱਥੋਂ ਭੱਜਣ ਦੀ ਬੇਚੈਨੀ ਸੀ। ਪੀਆਰਓ ਨੇ ਚਾਹ ਮੰਗਵਾ ਲਈ ਤੇ ਸਾਨੂੰ ਜ਼ਬਰਦਸਤੀ ਪੀਣੀ ਵੀ ਪਈ। ਫਿਰ ਉਹਨੇ ਹਸਪਤਾਲ ਦੇ 2 ਕੁ ਮੁਲਾਜ਼ਮਾਂ ਬਾਰੇ ਦੱਸਿਆ ਜਿਨ੍ਹਾਂ ਨੂੰ ਕੈਂਸਰ ਹੋਇਆ ਤੇ ਉਹ ਠੀਕ ਹੋ ਗਏ। ਉਹਨੇ ਇੱਕ ਨਰਸ ਬਾਰੇ ਦੱਸਿਆ ਜਿਹਨੂੰ ਚੌਥੀ ਪੱਧਰ ਤੇ ਪਹੁੰਚੇ ਕੈਂਸਰ ਦਾ ਪਤਾ ਚੱਲਿਆ, ਪਰ ਹੁਣ ਉਹ ਠੀਕ ਹੋਣ ਤੋਂ ਬਾਅਦ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਹੀ ਮੁੜ ਡਿਊਟੀ ਨਿਭਾ ਰਹੀ ਹੈ। ਫਿਰ ਉਹਨੇ ਸਾਨੂੰ ਹਸਪਤਾਲ ਦਾ ਚੱਕਰ ਲਗਾਉਣ ਤੇ ਡਾਕਟਰ ਨੂੰ ਮਿਲ ਕੇ ਫੈਸਲਾ ਕਰਨ ਲਈ ਕਿਹਾ। ਜਦੋਂ ਉਹਨੇ ਸਾਨੂੰ ਜਾਣ ਦੀ ਇਜਾਜ਼ਤ ਦਿੱਤੀ ਤਾਂ ਅਸੀਂ ਇਸ ਤਰ੍ਹਾਂ ਦੌੜੇ ਜਿਵੇਂ ਜੇਲ੍ਹ ਤੋਂ ਛੁੱਟ ਕੇ ਆਏ ਹੋਈਏ, ਪਰ ਬਾਹਰ ਆ ਕੇ ਮੈਨੂੰ ਇੰਝ ਵੀ ਲੱਗਿਆ ਕਿ ਜਿਵੇਂ ਮੇਰੇ ਹੰਝੂ ਸੁੱਕ ਗਏ ਹੋਣ। ਹਸਪਤਾਲ 'ਚ ਘੁੰਮਦੇ ਹੋਏ ਮੈਂ ਮਹਿਸੂਸ ਕੀਤਾ ਕਿ ਇੱਥੇ ਹਰ ਕੋਈ ਉਸੇ ਬਿਮਾਰੀ ਕੈਂਸਰ ਕਾਰਨ ਹੀ ਆਇਆ, ਕਿਉਂਕਿ ਹਸਪਤਾਲ ਹੀ ਕੈਂਸਰ ਲਈ ਹੈ। ਪਰ ਉੱਥੇ ਕੋਈ ਵੀ ਰੋ ਨਹੀਂ ਰਿਹਾ ਸੀ। ਜਿੱਥੋਂ ਤੱਕ ਮੈਨੂੰ ਨਜ਼ਰ ਆਇਆ, ਕੋਈ ਬਹੁਤਾ ਦੁਖੀ ਵੀ ਨਹੀਂ ਸੀ। ਹਰ ਕੋਈ ਆਪਣਾ ਕੰਮ ਕਰੀ ਜਾ ਰਿਹਾ ਸੀ। ਫਾਈਲਾਂ ਹੱਥ ਵਿੱਚ ਲੈ ਕੇ ਡਾਕਟਰ ਨੂੰ ਮਿਲਣ ਦੀ ਉਡੀਕ, ਡਾਕਟਰਾਂ ਨਾਲ ਗੱਲਬਾਤ, ਮੁਸਕਰਾਉਣਾ, ਚਾਹ, ਪਕੌੜੇ, ਪੈਟੀ ਯਾਦ ਖਾਣਾ, ਸਭ ਕੁਝ ਤਾਂ ਸਧਾਰਨ ਤੌਰ ਤੇ ਚੱਲ ਰਿਹਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਉਹਨਾਂ ਨੂੰ ਕੈਂਸਰ ਨਹੀਂ, ਕੋਈ ਹੋਰ ਬਿਮਾਰੀ ਹੈ। ਮੇਰੇ ਮਨ 'ਚ ਪੀਜੀਆਈ ਨਾਲੋਂ ਇੱਥੇ ਵੱਖਰੀ ਭਾਵਨਾ ਸੀ, ਕਿਉਂਕਿ ਉੱਥੇ ਮੈਂ ਆਪਣੇ ਆਪ ਨੂੰ ਵਿਰਲੀ ਸਮਝ ਰਹੀ ਸੀ। ਇੱਥੇ ਮੈਨੂੰ ਬਾਕੀ ਸਾਰਿਆਂ ਨਾਲ ਸਾਂਝ ਮਹਿਸੂਸ ਹੋਈ। ਉਹਨਾਂ ਸਾਰਿਆਂ ਨੂੰ ਸਧਾਰਨ ਤਰੀਕੇ ਨਾਲ ਜ਼ਿੰਦਗੀ ਬਿਤਾਉਂਦੇ ਵੇਖ ਕੇ ਮੇਰੇ ਮਨ ਦਾ ਬੋਝ ਘਟ ਗਿਆ ਤੇ ਆਤਮ ਵਿਸ਼ਵਾਸ ਵੱਧ ਗਿਆ। ਮੈਨੂੰ ਲੱਗਿਆ ਕਿ ਇੱਥੇ ਤਾਂ ਮੇਰੇ ਨਾਲੋਂ ਵੀ ਘੱਟ ਉਮਰ ਦੇ ਮਰੀਜ਼ ਹੈ। ਇੱਥੇ ਸਾਰੇ ਕੈਂਸਰ ਦੇ ਮਰੀਜ਼ ਮਰਦੇ ਨਹੀਂ, ਬਲਕਿ ਬਹੁਤ ਸਾਰੇ ਠੀਕ ਹੋ ਰਹੇ ਆ। ਹੁਣ ਮੇਰੇ ਮਨ 'ਚ ਇਸ ਵਿਚਾਰ ਨੇ ਜ਼ੋਰ ਫੜਿਆ, ਹੋ ਸਕਦਾ ਮੈਂ ਨਾ ਮਰਾਂ ਤੇ ਸੱਚਮੁੱਚ ਹੀ ਠੀਕ ਹੋ ਜਾਵਾਂ। ਅਸੀਂ ਇਮਾਰਤ ਦੇ ਪਿਛਲੇ ਪਾਸੇ ਬਣੀ ਕੈਂਟੀਨ 'ਚ ਜਾ ਕੇ ਕੌਫੀ ਪੀਤੀ, ਇਡਲੀ ਖਾਧੀ। ਡਾਕਟਰ ਆਪਰੇਸ਼ਨ ਥੀਏਟਰ ਤੋਂ ਬਾਹਰ ਨਹੀਂ ਆਏ ਸੀ। ਅਸੀਂ ਚੰਡੀਗੜ੍ਹ ਵਾਪਸ ਵੀ ਜਾਣਾ ਸੀ, ਕਿਉਂਕਿ ਅਗਲੇ ਦਿਨ ਪੀਜੀਆਈ ਦੇ ਓਪੀਡੀ ਪਹੁੰਚਣਾ ਸੀ। ਇਸ ਲਈ ਅਸੀਂ ਆਪਰੇਸ਼ਨ ਥੀਏਟਰ ਵੱਲ ਹੀ ਤੁਰ ਪਏ। ਇੱਥੇ ਹਲਕੇ ਨੀਲੇ ਰੰਗ ਦੇ ਕੁੜਤੇ ਪਜਾਮੇ ਤੇ ਹਰੇ ਮਾਸਕ ਪਾਈ ਲੋਕੀ ਇੱਧਰ ਉੱਧਰ ਆਪਣੇ ਕੰਮ 'ਚ ਮਸਤ ਘੁੰਮ ਰਹੇ ਸਨ। ਮੈਨੂੰ ਘਬਰਾਹਟ ਹੋਈ ਕਿ ਅਸੀਂ ਕਿਧਰੇ ਮੁੱਖ ਥਾਂ ਤੇ ਹੀ ਨਾ ਪਹੁੰਚ ਜਾਈਏ ਜਿੱਥੇ ਕੱਟ-ਵੱਢ ਵਾਲਾ ਕੰਮ ਚੱਲ ਰਿਹਾ। ਜਲਦੀ ਇੱਕ ਸਾਂਵਲੇ ਰੰਗ ਦੀ ਸੋਹਣੀ ਕੁੜੀ ਸਾਡੇ ਕੋਲ ਆਈ ਤਾਂ ਰਾਕੇਸ਼ ਨੇ ਦੱਸਿਆ ਕਿ ਅਸੀਂ ਡਾਕਟਰ ਹਰਿਤ ਨੂੰ ਮਿਲਣ ਆਏ ਹਾਂ। ਉਹਦੇ ਕਹਿਣ ਤੇ ਅਸੀਂ ਉਹਦੇ ਪਿੱਛੇ ਤੁਰ ਪਏ। ਕੰਮਕਾਜੀ ਲੜਕੀਆਂ ਦੀ ਤਰ੍ਹਾਂ ਉਹ ਬੜੀ ਤੇਜ਼ ਤੁਰ ਰਹੀ ਸੀ। ਇੱਕ ਨਿੱਕੇ ਜਿਹੇ ਕਮਰੇ 'ਚ ਜਾ ਕੇ ਉਹਨੇ ਮੈਨੂੰ ਲੇਟਣ ਲਈ ਕਿਹਾ। ਮੈਂ ਵੀ ਸੋਚਿਆ, ਆਖਰਕਾਰ ਔਰਤ ਹੀ ਹੈ, ਇਸ ਨਰਸ ਨੂੰ ਵੀ ਆਪਣੀ ਮਰਜ਼ੀ ਚਲਾ ਲੈਣ ਦਿਓ। ਉਹਦੇ ਚੈੱਕ ਕਰਨ ਸਮੇਂ ਰਾਕੇਸ਼ ਬਾਹਰ ਖੜੇ ਸੀ। ਮੈਂ ਉਸ ਲੜਕੀ ਨੂੰ ਕਹਿਣਾ ਚਾਹੁੰਦੀ ਸੀ ਕਿ ਅਸੀਂ ਤਾਂ ਡਾਕਟਰ ਹਰਿਤ ਨੂੰ ਮਿਲਣ ਆਏ ਹਾਂ, ਪਰ ਹਿੰਮਤ ਨਾ ਪਈ। ਚੈੱਕਅਪ ਕਰਦੇ ਉਹਨੇ ਹੱਥ ਧੋਤੇ ਤੇ ਮੈਨੂੰ ਬੈਠਣ ਲਈ ਕਿਹਾ। ਰਾਕੇਸ਼ ਨੇ ਅੰਦਰ ਆ ਕੇ ਰਿਪੋਰਟਾਂ ਵਿਖਾਈਆਂ ਤਾਂ ਉਹਨੇ ਕੁਝ ਟੈਸਟ ਕਰਵਾਉਣ ਲਈ ਕਿਹਾ, ਜਿਸ 'ਚ ਇੱਕ ਕਾਫੀ ਮਹਿੰਗਾ ਟੈਸਟ PET CT ਵੀ ਸੀ। ਜਦ ਮੈਂ ਅੱਗੇ ਦੀ ਕਾਰਵਾਈ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਪਹਿਲਾਂ ਬਾਇਓਪਸੀ ਹੋਏਗੀ, ਜਿਸ ਨਾਲ ਕੈਂਸਰ ਦੀ ਸਟੇਜ ਪਤਾ ਲੱਗ ਜਾਏਗੀ। ਜੇ ਪਹਿਲੀ ਸਟੇਜ ਮਤਲਬ ਸ਼ੁਰੂਆਤ ਤੇ ਹੋਇਆ ਤਾਂ ਸਿਰਫ ਕੀਮੋ ਨਾਲ ਕੰਮ ਚੱਲ ਜਾਏਗਾ। ਜੇਕਰ ਸਟੇਜ ਦੂਜੀ ਹੋਈ ਤਾਂ ਕੀਮੋ ਤੇ ਰੇਡੀਏਸ਼ਨ। ਮੈਂ ਉਹਦੇ ਠੀਕ ਹੋਣ ਦੀ ਸੰਭਾਵਨਾ ਬਾਰੇ ਪੁੱਛਿਆ ਤੇ ਉਹਦਾ ਜਵਾਬ 80 ਤੋਂ 85% ਸੀ। ਇਹਨੂੰ ਸਮਝਾਉਂਦੇ ਹੋਏ ਉਹਨੇ ਕਿਹਾ, ਸਰਜਰੀ 70%, ਕੀਮੋ 10%, ਰੇਡੀਏਸ਼ਨ 5%। ਇਹਦੇ ਦੁਬਾਰਾ ਹੋਣ ਦੀ ਸੰਭਾਵਨਾ 6 ਤੋਂ 18% ਦੱਸੀ ਗਈ ਹੈ। ਮੈਨੂੰ ਇਹ ਸੁਣ ਕੇ ਘਬਰਾਹਟ ਹੋਈ। ਇਹਨਾਂ ਸਭ ਕੁਝ ਭੁਗਤ ਕੇ ਫਿਰ ਦੁਬਾਰਾ? ਪਰ ਉਹਨੇ ਲਾਪਰਵਾਹੀ ਦੇ ਅੰਦਾਜ਼ 'ਚ ਮੋਢੇ ਹਿਲਾ ਕੇ ਕਿਹਾ, ਕੁਝ ਪੱਕਾ ਨਹੀਂ ਕਹਿ ਸਕਦੇ, ਹੋ ਸਕਦਾ ਹੈ। ਜਦੋਂ ਅਸੀਂ ਡਾਕਟਰ ਹਰਿਤ ਦੇ ਬਾਰੇ ਪੁੱਛਿਆ ਤਾਂ ਉਹਨੇ ਮੁਸਕਰਾ ਕੇ ਕਿਹਾ, ਫਿਕਰ ਨਾ ਕਰੋ, ਮੈਂ ਵੀ ਉਸੇ ਟੀਮ ਦਾ ਹਿੱਸਾ। ਮੇਰਾ ਨਾਮ ਡਾਕਟਰ ਗੀਤਾ ਹੈ। ਮੈਨੂੰ ਇਹ ਡਾਕਟਰ ਕੁਝ ਚੰਗੀ ਲੱਗੀ, ਜੋ ਨੌਜਵਾਨ ਤੇ ਸੁੰਦਰ ਹੋਣ ਦੇ ਨਾਲ ਨਾਲ ਥੋੜੀ ਹਮਦਰਦੀ ਵਾਲਾ ਵਤੀਰਾ ਵੀ ਰੱਖਦੀ ਸੀ। ਉਹ ਨਾ ਹੀ ਜ਼ਿਆਦਾ ਬੇਪਰਵਾਹ ਤੇ ਨਾ ਹੀ ਜ਼ਿਆਦਾ ਗੰਭੀਰ ਸੀ। ਮੈਂ ਉਹਨੂੰ ਥੋੜੀ ਦਲੇਰੀ ਨਾਲ ਪੁੱਛਿਆ, ਤੁਸੀਂ ਮੇਰੀਆਂ ਰਿਪੋਰਟਾਂ ਵੇਖ ਲਈਆਂ ਹਨ?
ਤੁਹਾਡਾ ਮਨ ਕੀ ਕਹਿੰਦਾ ਹੈ ਕਿ ਮੈਨੂੰ RGCI ਆਪਰੇਸ਼ਨ ਕਰਾਉਣਾ ਚਾਹੀਦਾ ਜਾਂ PGI? ਉਹ ਮੇਰੇ ਵੱਲ ਵੇਖ ਕੇ ਮੁਸਕਰਾਈ ਤੇ ਫਿਰ ਕੁਝ ਦੇਰ ਸੋਚਣ ਲੱਗੀ। ਮੈਂ ਫਿਰ ਪੁੱਛਿਆ, ਇੱਕ ਡਾਕਟਰ ਜਾਂ ਮੁਲਾਜ਼ਮ ਦੇ ਤੌਰ ਤੇ ਨਹੀਂ ਬਲਕਿ ਇੱਕ ਇਨਸਾਨ ਦੇ ਤੌਰ ਤੇ ਤੁਸੀਂ ਅਜਿਹੇ ਹਾਲਾਤ 'ਚ ਕੀ ਕਰਦੇ? ਉਹਨੇ ਕਿਹਾ, ਬਹੁਤ ਘੱਟ ਲੋਕ ਅਜਿਹੇ ਸਵਾਲ ਕਰਦੇ ਆ, ਪਰ ਚਲੋ ਜੇਕਰ ਮੈਂ ਹੁੰਦੀ ਤਾਂ ਮੈਂ ਆਪਰੇਸ਼ਨ ਲਈ ਇਹ ਥਾਂ ਹੀ ਚੁਣਦੀ। ਡਾਕਟਰ ਚੁਣਨਾ ਤੁਹਾਡਾ ਆਪਣਾ ਅਧਿਕਾਰ ਹੈ। ਤੁਹਾਨੂੰ ਆਪਣੇ ਡਾਕਟਰ ਤੇ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ। ਹੁਣ ਤਾਂ ਸਾਡੇ ਭਾਰਤ ਵਿੱਚ ਵੀ ਹਾਲਾਤ ਇੰਨੇ ਬਦਲ ਗਏ ਹਨ ਕਿ ਤੁਸੀਂ ਆਪਣਾ ਡਾਕਟਰ ਖੁਦ ਚੁਣ ਸਕਦੇ ਹੋ। ਮੇਰਾ ਫੈਸਲਾ ਇਸੇ ਹਸਪਤਾਲ ਦਾ ਹੋਣਾ ਸੀ। ਹਾਂ, ਡਾਕਟਰ ਹਰਿਤ ਅੱਧੇ ਘੰਟੇ 'ਚ ਆ ਜਾਣਗੇ, ਤੁਸੀਂ ਮਿਲ ਲੈਣਾ। ਖਰਚੇ ਦੇ ਬਾਰੇ ਪੁੱਛਣ ਤੇ ਉਹਨੇ ਕਿਹਾ ਕਿ ਇਹ ਰਿਪੋਰਟਾਂ ਤੇ ਨਿਰਭਰ ਕਰਦਾ ਹੈ। ਪਹਿਲਾਂ ਤਾਂ ਇਹ ਟੈਸਟ PET CT 24,000 ਰੁਪਏ ਦਾ ਸੀ, ਪਰ ਬਾਕੀ ਟੈਸਟਾਂ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਸੀ। ਫਿਰ ਕੈਂਸਰ ਦੀ ਕਿਸਮ ਦੇ ਅਨੁਸਾਰ ਆਪਰੇਸ਼ਨ ਦਾ ਖਰਚਾ 60,000 ਤੋਂ ਲੈ ਕੇ 1.5 ਲੱਖ ਤੱਕ ਹੈ, ਕਿਉਂਕਿ ਇਹ ਦੇਖਣਾ ਹੋਏਗਾ ਕਿ ਲੰਪੈਕਟਮੀ ਹੋਏਗਾ ਜਾਂ ਮਮਟੈਕਟਮੀ, ਤੇ ਫਿਰ ਇਹ ਛਾਤੀ ਤੇ ਜਾਂ ਦੋਹਾਂ ਤੇ। ਕੀਮੋ ਦਾ ਖਰਚਾ ਵੀ ਲੋੜ ਅਨੁਸਾਰ ਹੋਵੇ। ਕੀਮੋ ਦੀ ਦਵਾਈ ਮਹਿੰਗੀ ਹੁੰਦੀ ਹੈ, ਪਰ ਅੱਜ ਕੱਲ੍ਹ ਇਹਦੇ ਸਸਤੇ ਬਦਲ ਵੀ ਆ ਗਏ ਹਨ। ਫਿਰ ਰੇਡੀਏਸ਼ਨ 2 ਤੋਂ 3 ਹਫ਼ਤੇ ਤੱਕ ਚੱਲੇਗੀ, ਜੋ ਹਿਸਟੋਪੈਥੋਲੋਜੀ ਦੇ ਨਤੀਜਿਆਂ ਤੇ ਨਿਰਭਰ ਕਰਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਪੂਰੇ ਇਲਾਜ ਦੀ ਕੀਮਤ 1.5 ਲੱਖ ਤੋਂ 2.5 ਲੱਖ ਦੇ ਵਿੱਚ ਆਏਗੀ। PGI ਬਾਰੇ ਮੇਰੇ ਪੁੱਛਣ ਤੇ ਉਹਨੇ ਕਿਹਾ ਕਿ PGI ਵੀ ਠੀਕ ਹੈ। ਅਸੀਂ ਦੂਜਿਆਂ ਦੀ ਮਹਾਰਤ ਬਾਰੇ ਕੁਝ ਨਹੀਂ ਕਹਿ ਸਕਦੇ, ਆਪਣੇ ਬਾਰੇ ਮੈਂ ਕਹਿ ਸਕਦੀ ਹਾਂ, ਕਿਉਂਕਿ ਅਸੀਂ ਸਿਰਫ ਕੈਂਸਰ ਦੇ ਆਪਰੇਸ਼ਨ ਕਰਦੇ ਹਾਂ, ਇਸ ਲਈ ਅਸੀਂ ਜ਼ਰੂਰ ਮਾਹਰ ਹਾਂ। ਪਰ ਚੋਣ ਤੁਸੀਂ ਕਰਨੀ ਹੈ। ਤੁਸੀਂ ਅਜਿਹਾ ਡਾਕਟਰ ਚੁਣੋ ਜਿਸ ਉੱਤੇ ਤੁਹਾਨੂੰ ਵਿਸ਼ਵਾਸ ਤੇ ਭਰੋਸਾ ਹੈ। ਹੁਣ ਮੇਰੇ ਅੰਦਰ ਵੱਡਾ ਬਦਲਾਵ ਸੀ। ਸਦਮਾ ਘਟ ਰਿਹਾ ਸੀ। ਪਤਾ ਨਹੀਂ ਇਹ ਬੀਤਦੇ ਸਮੇਂ ਦਾ ਅਸਰ ਸੀ ਜਾਂ ਹਸਪਤਾਲ ਦਾ। ਸ਼ਾਇਦ ਦੋਹਾਂ ਨੇ ਰਲ ਕੇ ਅਸਰ ਪਾਇਆ ਸੀ। ਬਿਮਾਰੀ ਦਾ ਪਤਾ ਲੱਗਿਆ ਸਿਰਫ 6 ਦਿਨ ਨਿਕਲੇ ਸੀ, ਪਰ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਕਈ ਵਰ੍ਹੇ ਨਿਕਲ ਗਏ ਹੋਣ। ਲੋਕ ਸੱਚੀ ਤਾਂ ਕਹਿੰਦੇ ਆ ਕਿ ਭੈੜਾ ਸਮਾਂ ਬੜੀ ਹੌਲੀ ਹੌਲੀ ਨਿਕਲਦਾ ਹੈ। ਡਾਕਟਰ ਗੀਤਾ ਦੀ ਤਰ੍ਹਾਂ ਡਾਕਟਰ ਹਰਿਤ ਵੀ ਕਾਫੀ ਖੂਬਸੂਰਤ ਸੀ। ਸਾਨੂੰ ਦੇਖਦੇ ਮੁਸਕਰਾਏ। ਉਹਨਾਂ ਦੀ ਆਵਾਜ਼ ਤੇ ਚਿਹਰੇ ਤੇ ਹਮਦਰਦੀ ਸੀ। ਅਸੀਂ ਤਿੰਨੇ ਉਹਨਾਂ ਦੇ ਕੈਬਿਨ ਵੱਲ ਚਲੇ ਗਏ। ਉਹਨਾਂ ਨੇ ਰਿਪੋਰਟਾਂ ਦੇਖੀਆਂ, ਡਾਕਟਰ ਗੀਤਾ ਵਾਲੀਆਂ ਗੱਲਾਂ ਹੀ ਕਹੀਆਂ। ਸਾਡੀ ਰਿਪੋਰਟ ਦੇਖਦਿਆਂ ਡਾਕਟਰ ਕੋਲ ਹੋਰ ਲੋਕ ਵੀ ਆਉਂਦੇ ਰਹੇ। ਬਿਨਾਂ ਕਿਸੇ ਤਕੱਲਫ ਦੇ ਉਹ ਸਭਨਾਂ ਦਾ ਹਾਲ ਚਾਲ ਪੁੱਛਦੇ ਰਹੇ। ਸਭ ਦੇਖ ਕੇ ਮੇਰਾ ਮਨ ਹਲਕਾ ਹੁੰਦਾ ਗਿਆ। ਰਾਕੇਸ਼ ਦੇ ਆਪਰੇਸ਼ਨ ਦਾ ਸਮਾਂ ਪੁੱਛਣ ਤੇ ਉਹਨਾਂ ਦਾ ਜਵਾਬ ਸੀ ਕਿ ਟੈਸਟਾਂ ਬਾਅਦ 1-2 ਦਿਨਾਂ 'ਚ ਹੋਣਾ ਚਾਹੀਦਾ ਹੈ। PGI ਦੇ ਬਾਰੇ ਉਹਨਾਂ ਦਾ ਜਵਾਬ ਡਾਕਟਰ ਗੀਤਾ ਵਾਲਾ ਹੀ ਸੀ। ਆਨੰਦ ਦਾ ਵਿਸ਼ਵਾਸ ਜ਼ਿਆਦਾ RGCI 'ਚ ਸੀ, ਕਿਉਂਕਿ ਉਹ ਸਿੱਧੇ ਹੀ ਸੱਚਾਈ ਦੱਸ ਦਿੰਦੇ ਹਨ। ਤੁਸੀਂ ਬਿਲਕੁਲ ਠੀਕ ਹੋ ਜਾਣਾ, ਆਨੰਦ ਨੇ ਕਿਹਾ। ਤੁਹਾਨੂੰ ਕਿਵੇਂ ਪਤਾ? ਦੇਖਿਆ ਨਹੀਂ ਕਿ ਉਹਨਾਂ ਨੇ ਕਿਹਾ ਤੁਹਾਡੇ ਠੀਕ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਪਿਛਲੇ ਸਾਲ ਮੈਂ ਆਪਣੇ ਚਾਚਾ ਜੀ ਨੂੰ ਇੱਥੇ ਲੈ ਕੇ ਆਇਆ ਤੇ ਉਹਨਾਂ ਨੇ ਸਾਫ਼ ਕਹਿਤਾ ਸੀ ਕਿ ਹਾਲਤ ਖਰਾਬ ਹੈ। ਹੁਣ ਤੁਸੀਂ ਵਾਪਸ ਚੰਡੀਗੜ੍ਹ ਲਈ ਤੁਰ ਪਏ। ਹੁਣ ਅਸੀਂ ਵਾਪਸ ਚੰਡੀਗੜ੍ਹ ਲਈ ਤੁਰ ਪਏ। ਫੋਨ ਮੁੜ ਵੱਜਣੇ ਸ਼ੁਰੂ ਹੋ ਗਏ, ਪਰ ਹੁਣ ਫੋਨ ਸੁਣਨ ਤੱਕ ਦਾ ਕੰਮ ਵੀ ਰਾਕੇਸ਼ ਨੇ ਖੁਦ ਸੰਭਾਲ ਕੇ ਮੈਨੂੰ ਵਿਹਲੀ ਕਰ ਦਿੱਤਾ ਸੀ। ਹੁਣ ਆਪਣੀ ਜਾਣ ਪਛਾਣ ਦੇ ਡਾਕਟਰਾਂ ਨਾਲ ਗੱਲ ਹੋ ਰਹੀ ਸੀ। ਕੁਝ PGI ਨੂੰ ਚੰਗਾ ਕਹਿ ਰਹੇ ਸੀ, ਪਰ ਕੁਝ ਕਹਿੰਦੇ ਸੀ ਕਿ ਮੁਹਾਰਤ ਤੋਂ ਜ਼ਿਆਦਾ RGCI ਦੀ ਹੈ। ਪਰ ਇਹ ਪ੍ਰਾਈਵੇਟ ਹਸਪਤਾਲ ਹੈ। ਦੋਵੇਂ ਥਾਵਾਂ ਤੇ ਗੁਣ ਦੋਸ਼ ਪਰਖ ਕੇ ਆਖਰ RGCI ਲਈ ਮਨ ਬਣਾਇਆ ਗਿਆ। ਹੁਣ ਬਾਕੀ ਸਾਰਿਆਂ ਦੇ ਸੁਰ ਵੀ ਇਹੀ ਹੋ ਗਏ ਕਿ RGCI ਵਧੀਆ ਹੈ, ਕਿਉਂਕਿ ਸਿੱਧੀ ਤਰ੍ਹਾਂ ਤੁਹਾਨੂੰ ਕੋਈ ਨਹੀਂ ਕਹਿੰਦਾ ਕਿ ਇਹੀ ਕਰੋ। ਅਗਲੇ ਦਿਨ ਅਸੀਂ PGI ਗਏ ਤਾਂ ਰਾਕੇਸ਼ ਨੇ ਡਾਕਟਰ ਨੂੰ ਹਲਕਾ ਜਿਹਾ ਦੱਸ ਹੀ ਦਿੱਤਾ ਕਿ ਅਸੀਂ RGCI ਸ਼ਿਫਟ ਕਰਨਾ ਹੈ। ਉਹਦੇ ਲਈ ਵੀ ਅਸੀਂ ਉਹਦੇ ਕਈ ਮਰੀਜ਼ਾਂ 'ਚੋਂ ਇੱਕ ਸੀ, ਇਸ ਲਈ ਉਹਨੂੰ ਕੋਈ ਫਰਕ ਨਹੀਂ ਪੈਣਾ ਸੀ। ਡਾਕਟਰ ਹਰਿਤ ਚਤੁਰਵੇਦੀ ਨੂੰ ਵੀ ਉਹ ਜਾਣਦੀ ਸੀ। RGCI 'ਚ ਸ਼ਿਫਟ ਕਰਨ ਦੇ ਕਈ ਕਾਰਨ ਸੀ। PGI ਦੇ ਡਾਕਟਰਾਂ ਨੇ ਬਾਰ-ਬਾਰ ਕਿਹਾ ਸੀ ਕਿ ਆਪਰੇਸ਼ਨ 15-20 ਦਿਨਾਂ ਬਾਅਦ ਹੀ ਹੋਏਗਾ। ਦੂਜੀ ਗੱਲ, ਇੱਥੇ ਟੈਸਟ ਹੋਣ ਤੇ ਰਿਪੋਰਟਾਂ ਮਿਲਣ 'ਚ ਦੇਰ ਲੱਗਦੀ ਸੀ। ਇਸ ਤੋਂ ਇਲਾਵਾ RGCI ਖਾਸ ਤੌਰ ਤੇ ਕੈਂਸਰ ਦਾ ਹੀ ਹਸਪਤਾਲ ਸੀ ਤੇ ਉੱਥੇ ਜਾ ਕੇ ਮੇਰਾ ਕੈਂਸਰ ਪ੍ਰਤੀ ਨਜ਼ਰੀਆ ਬਦਲ ਗਿਆ ਸੀ। ਬਾਕੀ ਮਰੀਜ਼ਾਂ ਨੂੰ ਸੰਘਰਸ਼ ਕਰਦੇ ਤੇ ਜ਼ਿੰਦਗੀ ਜਿਉਂਦੇ ਦੇਖਦੇ ਹੀ ਮੈਨੂੰ ਲੱਗਿਆ ਸੀ ਕਿ ਮੈਨੂੰ ਵੀ ਹੁਣ ਰੋਣਾ ਧੋਣਾ ਛੱਡ ਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ। ਇਸ ਤਰ੍ਹਾਂ ਬਿਮਾਰੀ ਦਾ ਪਤਾ ਲੱਗਣ ਤੋਂ 8 ਦਿਨਾਂ ਬਾਅਦ ਹੀ ਅਸੀਂ ਦਿੱਲੀ ਦੀ RGCI ਵਿੱਚ ਸੀ। ਇੱਕ ਵਾਰੀ 8 ਅਗਸਤ 2008 ਆਪਰੇਸ਼ਨ ਦੀ ਤਾਰੀਖ ਨਿਸ਼ਚਿਤ ਕੀਤੀ ਗਈ। ਸਾਡੇ ਭਰਾ ਭੈਣਾਂ ਡਾਕਟਰ ਦੋਸਤਾਂ ਨੂੰ ਮਿਲ ਕੇ ਸਾਰੇ ਦੋਸਤ ਦਿੱਲੀ ਆਉਣਾ ਚਾਹੁੰਦੇ ਸੀ। ਰਾਕੇਸ਼ ਨੇ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਇਹ ਕਹਿ ਕੇ ਰੋਕਿਆ ਕਿ ਲੋੜ ਪਈ ਤਾਂ ਉਹਨਾਂ ਨੂੰ ਸੱਦ ਲਿਆ ਜਾਏਗਾ। ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਆਵੇ। ਰਾਕੇਸ਼ ਦੇ
ਮਾਤਾ ਪਿਤਾ ਦੇ ਬਹੁਤ ਫਿਕਰ ਵਾਲੇ ਫੋਨ ਆ ਰਹੇ ਸੀ ਤੇ ਮੈਨੂੰ ਲੱਗਿਆ ਕਿ ਅਸੀਂ ਉਹਨਾਂ ਨੂੰ ਰੋਕਣ ਲਈ ਕਿੰਨੇ ਸਵਾਰਥੀ ਹੋ ਰਹੇ ਹਾਂ। ਕੋਈ ਮਦਦ ਨਾ ਕਰ ਸਕਣ ਦੀ ਸੂਰਤ ਵਿੱਚ ਉਹ ਅੰਦਰੋਂ ਕਿੰਨੇ ਦੁਖੀ ਹੋ ਰਹੇ ਹੋਣਗੇ। ਪਰ ਅਖੀਰ ਉਹਨਾਂ ਦੇ ਫੈਸਲੇ ਦਾ ਫੋਨ ਆਈ ਗਿਆ ਕਿ ਆਪਰੇਸ਼ਨ ਸਮੇਂ ਜ਼ਰੂਰ ਹਾਜ਼ਰ ਹੋਣਗੇ। ਆਖਿਰ ਇਹ ਹਾਦਸਾ ਇਕੱਲੀ ਮੇਰੇ ਲਈ ਨਹੀਂ, ਉਹਨਾਂ ਨਾਲ ਵੀ ਹੋਇਆ ਸੀ। ਸ਼ਸ਼ੀਕਾਂਤ ਦੇ ਮਾਤਾ ਪਿਤਾ ਦਾ ਫੋਨ ਆਇਆ ਕਿ 8 ਤਾਰੀਖ ਨੂੰ ਆਪਰੇਸ਼ਨ ਨਾ ਕਰਾਇਆ ਜਾਏ ਕਿਉਂਕਿ ਇਹ ਦਿਨ ਅਸ਼ੁਭ ਹੈ, ਇਸ ਲਈ 9 ਤਰੀਕ ਲੈ ਲਈ ਜਾਏ। ਭਾਵੇਂ ਹੁਣ ਸ਼ੁਭ ਅਸ਼ੁਭ ਵਾਲੀ ਕੋਈ ਗੱਲ ਨਹੀਂ ਰਹਿ ਗਈ ਸੀ, ਪਰ ਮੈਂ ਵੀ ਬੜੀ ਡਰ ਗਈ। ਜਦੋਂ ਕਾਰ ਦਿੱਲੀ ਵੱਲ ਭੇਜੀ ਜਾ ਰਹੀ ਸੀ ਤੇ ਮੈਂ ਵੀ ਸੋਚਣਾ ਸ਼ੁਰੂ ਕੀਤਾ ਕਿ 9 ਤਰੀਕ ਰੱਖਣ 'ਚ ਅਰਜ਼ੀ ਕੀ ਹੈ। ਪਹਿਲਾਂ ਮੈਂ ਅਜਿਹੀਆਂ ਗੱਲਾਂ ਤੇ ਕਦੀ ਵਿਸ਼ਵਾਸ ਨਹੀਂ ਕੀਤਾ ਸੀ, ਪਰ ਹੁਣ ਜਿਉਂਦੇ ਰਹਿਣ ਦੀ ਤਾਂਘ ਜ਼ੋਰ ਪਕੜ ਰਹੀ ਸੀ। ਫਿਰ ਦਿੱਲੀ ਆਉਣ ਤੋਂ ਪਹਿਲਾਂ ਮੈਂ ਚੰਡੀਗੜ੍ਹ ਵਿੱਚ ਵੀ ਤਾਂ ਅਜਿਹਾ ਕੁਝ ਹੀ ਕੀਤਾ ਸੀ। ਉਦੋਂ ਅੰਕਲ ਨੇ ਕਿਹਾ ਸੀ ਕਿ ਇਹ ਕਾਲਾ ਕੱਪੜਾ ਆਪਣੇ ਨੰਗੇ ਸਰੀਰ ਤੇ ਲਪੇਟ ਕੇ ਫਿਰ ਉਹਨੂੰ ਕੁਝ ਕਾਲੀ ਦਾਲ ਦੇ ਨਾਲ ਮੰਦਰ 'ਚ ਦੇ ਦੇਣਾ। ਅਸਲ 'ਚ ਰਾਕੇਸ਼, ਜਿਨ੍ਹਾਂ ਨੇ ਕਦੀ ਅਜਿਹੀਆਂ ਗੱਲਾਂ 'ਚ ਵਿਸ਼ਵਾਸ ਨਹੀਂ ਕੀਤਾ ਸੀ, ਖੁਦ ਇਹ ਕੱਪੜਾ ਲੈ ਕੇ ਆਏ ਤੇ ਮੈਂ ਰਾਕੇਸ਼ ਦੀ ਗੱਲ ਰੱਖਣ ਲਈ ਇਹ ਕੁਝ ਕਰ ਵੀ ਲਿਆ ਸੀ। ਹੁਣ ਮੈਂ ਝਿਜਕਦੇ ਹੋਏ ਰਾਕੇਸ਼ ਨੂੰ ਆਪਰੇਸ਼ਨ ਦੀ ਤਾਰੀਖ 9 ਤੇ ਲੈ ਕੇ ਜਾਣ ਲਈ ਕਿਹਾ ਤੇ ਉਹ ਮੰਨ ਗਏ। ਦਿੱਲੀ ਆਨੰਦ ਦੇ ਘਰ 'ਚ ਬਹੁਤ ਹੀ ਆਰਾਮ ਵਾਲਾ ਮਾਹੌਲ ਸੀ। ਉਹਦੀ ਪਤਨੀ ਲਵਲੀਨ, ਬੱਚੇ ਤੇ ਸਾਲੇ ਰੂਪੂ ਭੇਸ਼ ਨੇ ਬੜਾ ਆਮ ਦੀ ਤਰ੍ਹਾਂ ਵਿਹਾਰ ਕੀਤਾ। ਉਹਨਾਂ ਨੇ ਮੈਨੂੰ ਉਹ ਨਹੀਂ ਕਿਹਾ ਜੋ ਬਾਕੀ ਸਾਰੇ ਕਹਿੰਦੇ ਸੀ, ਫਿਕਰ ਨਾ ਕਰੋ, ਕੁਝ ਨਹੀਂ ਹੋਏਗਾ, ਬਲਕਿ ਉਹਨਾਂ ਨੇ ਇਹ ਕਿਹਾ ਕਿ ਜੋ ਹੋ ਗਿਆ ਸੋ ਹੋ ਗਿਆ, ਹੁਣ ਅੱਗੇ ਧਿਆਨ ਦਿਓ ਕਿ ਕੀ ਕੀਤਾ ਜਾ ਸਕਦਾ ਹੈ। ਇਹ ਪਰਿਵਾਰ ਸੱਚਮੁੱਚ ਬਹੁਤ ਸਮਝਦਾਰ ਸੀ। ਜਦੋਂ ਰਾਕੇਸ਼ ਤੇ ਮੈਂ ਸੈਰ ਲਈ ਗਏ ਤਾਂ ਰਾਕੇਸ਼ ਬੋਲਦੇ ਰਹੇ ਤੇ ਮੈਂ ਸੁਣਦੀ ਰਹੀ। ਉਹਨਾਂ ਨੇ ਕਹਿਣਾ ਸ਼ੁਰੂ ਕੀਤਾ, ਸਕਾਰਾਤਮਕ ਬਣ, ਤੈਨੂੰ ਸਹੀ ਤਰੀਕੇ ਨਾਲ ਸੋਚਣਾ ਹੀ ਪਏਗਾ। ਮੈਂ ਸਿਰਫ ਸਿਰ ਹਿਲਾ ਦਿੱਤਾ ਕਿਉਂਕਿ ਮੈਂ ਹੁਣ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਸੀ। ਫਿਰ ਨੇਮਬੱਧ ਤਰੀਕੇ ਨਾਲ ਸਾਡੇ ਦਿਨ ਗੁਜ਼ਰਨੇ ਸ਼ੁਰੂ ਹੋ ਗਏ। ਹਰ ਰੋਜ਼ ਸਵੇਰੇ ਅਸੀਂ ਸੈਰ ਲਈ ਜਾਂਦੇ, ਫਿਰ ਹਸਪਤਾਲ ਟੈਸਟਾਂ ਲਈ ਜਾਂਦੇ, ਸ਼ਾਮ ਨੂੰ ਘਰ ਵਾਪਸ ਆ ਕੇ ਆਨੰਦ ਨਾਲ ਵੱਖ-ਵੱਖ ਵਿਸ਼ਿਆਂ ਤੇ ਗੱਲਾਂ ਕਰਦੇ ਰਹਿੰਦੇ। ਰਾਕੇਸ਼ ਜਾਂ ਫੋਨ ਕਰਦੇ ਜਾਂ ਇੰਟਰਨੈਟ ਤੇ ਬੈਠੇ ਰਹਿੰਦੇ। ਰਾਤ ਨੂੰ ਵੀ ਮੇਰੇ ਸੌਂ ਜਾਣ ਤੱਕ ਗੱਲਾਂ ਕਰਦੇ ਰਹਿੰਦੇ। 4 ਤਾਰੀਖ ਨੂੰ ਅਸੀਂ ਡਾਕਟਰ ਨੂੰ ਮਿਲੇ ਤਾਂ ਮੇਰਾ ਵਿਹਾਰ ਕਾਫੀ ਕਾਬੂ ਵਿੱਚ ਸੀ। ਮੈਨੂੰ ਪਤਾ ਸੀ ਕਿ ਮੈਂ ਦਰਦ, ਟੀਕੇ ਤੇ ਸਾਰੇ ਟੈਸਟਾਂ ਤੋਂ ਭੱਜ ਨਹੀਂ ਸਕਦੀ। ਹੁਣ ਆਨੰਦ, ਅਸ਼ੋਕ ਤੇ ਉਹਨਾਂ ਦੇ ਪਰਿਵਾਰ, ਇੱਥੇ ਤੱਕ ਕਿ ਹਸਪਤਾਲ ਵੀ ਮੈਨੂੰ ਸਕੂਨ ਦਿੰਦੇ ਸਨ। ਇੱਕ ਵਾਰੀ ਟੈਸਟ ਕਰਵਾਉਣ ਜਾਂਦੇ ਹੋਏ ਮੈਂ PRO ਨੂੰ ਮਿਲੀ ਤਾਂ ਮੈਨੂੰ ਲੱਗਿਆ ਕਿ ਵਿਅਕਤੀ PRO ਦੇ ਕੰਮ ਲਈ ਬਿਲਕੁਲ ਸਹੀ ਹੈ। ਆਖਰਕਾਰ ਮੈਂ RGCI 'ਚ ਪਹੁੰਚ ਗਈ ਸੀ। PET-CT, MRI, FNAC। 6 ਅਗਸਤ ਨੂੰ PET-CT ਰਾਹੀਂ ਪਤਾ ਚੱਲ ਗਿਆ ਕਿ ਕੈਂਸਰ ਸਿਰਫ ਸੱਜੀ ਛਾਤੀ 'ਚ ਹੈ, ਅੱਗੇ ਨਹੀਂ ਫੈਲਿਆ। ਅੰਡਕੋਸ਼ 'ਚ ਇੱਕ ਰਸੌਲੀ ਜ਼ਰੂਰ ਸੀ, ਪਰ ਉਹ ਕੈਂਸਰ ਵਾਲੀ ਨਹੀਂ ਸੀ। ਉਸ ਤੋਂ ਮਗਰੋਂ ਦੋਵੇਂ ਛਾਤੀਆਂ ਦਾ FNAC ਹੋਇਆ। ਟੈਸਟ ਕਰਦਿਆਂ ਦਰਦ ਹੋਣ ਤੇ ਮੈਂ ਸੁੰਨ ਕਰਨ ਵਾਲੀ ਦਵਾਈ ਲਈ ਕਹਿ ਦਿੱਤਾ। ਇਸ ਸਮੇਂ ਤੱਕ ਰਾਕੇਸ਼ ਨੇ ਏਮਸ ਤੇ ਮੰਡੀ, ਸੋਲਨ, ਸ਼ਿਮਲਾ ਦੇ ਸੈਂਕੜੇ ਡਾਕਟਰਾਂ ਦੀ ਸਲਾਹ ਲੈ ਲਈ ਸੀ। ਇਸ ਤੋਂ ਇਲਾਵਾ ਮਾਨਚੈਸਟਰ, ਬੰਗਲੌਰ ਤੇ ਮੁੰਬਈ ਦੇ ਟਾਟਾ ਮੈਮੋਰੀਅਲ ਹਸਪਤਾਲਾਂ ਦੇ ਡਾਕਟਰ ਨਾਲ ਵੀ ਰਿਪੋਰਟਾਂ ਦੀ ਜਾਣਕਾਰੀ ਸਾਂਝੀ ਕੀਤੀ ਸੀ। ਸ਼ੁਭ ਚਿੰਤਕਾਂ ਦੇ ਫੋਨ ਆ ਰਹੇ ਸਨ ਤੇ ਉਹ ਦਿੱਲੀ ਆਉਣ ਦੀ ਜ਼ਿੱਦ ਕਰ ਰਹੇ ਸਨ, ਪਰ ਰਾਕੇਸ਼ ਉਹਨਾਂ ਨੂੰ ਟਾਲੀ ਜਾ ਰਹੇ ਸਨ। ਅਮਰੀਕਾ ਤੋਂ ਸਨੇਹ ਵੀ ਹਰ ਰੋਜ਼ ਫੋਨ ਕਰ ਰਹੀ ਸੀ। ਉਹਨੇ ਆਪਣੇ ਪਤੀ ਦੇਵੇਸ਼ ਨੂੰ ਟਿਕਟ ਬੁੱਕ ਕਰਾਉਣ ਲਈ ਕਹਿਤਾ ਸੀ ਕਿ ਉਹ ਸਾਰੇ ਇਹ ਤਾਂ ਨਹੀਂ ਸੋਚ ਰਹੇ ਸੀ ਕਿ ਮੈਂ ਮਰਨ ਵਾਲੀ ਹਾਂ ਤੇ ਆਖਰੀ ਵਾਰੀ ਮੈਨੂੰ ਮਿਲ ਜਾਣ। ਇਹ ਖਿਆਲ ਮੇਰੇ ਦਿਮਾਗ 'ਚ ਬਹੁਤ ਵਾਰੀ ਆ ਜਾਂਦਾ। ਮੈਂ ਕਿਸੇ ਨੂੰ ਵੀ ਮਿਲਣਾ ਜਾਂ ਉਹਨਾਂ ਦਾ ਸਾਹਮਣਾ ਕਰਨਾ ਨਹੀਂ ਚਾਹੁੰਦੀ ਸੀ। ਉਹਨਾਂ ਦੇ ਆਉਣ ਨਾਲ ਸਮੇਂ ਤੇ ਪੈਸੇ ਦੀ ਬਰਬਾਦੀ ਹੋਣੀ ਸੀ, ਇਸ ਲਈ ਉਹਨਾਂ ਨਾਲ ਗੱਲ ਕਰਨ ਤੇ ਆਉਣ ਤੋਂ ਰੋਕਣ ਦਾ ਕੰਮ ਮੈਂ ਸੰਭਾਲ ਲਿਆ। ਫਿਰ ਵੀ ਕੋਈ 20 ਕੁ ਬੰਦਿਆਂ ਨੇ ਨਾ ਕਰਦਿਆਂ ਵੀ ਆਉਣ ਦਾ ਪ੍ਰੋਗਰਾਮ ਬਣਾ ਹੀ ਲਿਆ ਸੀ। ਹੁਣ 9 ਅਗਸਤ ਆਪਰੇਸ਼ਨ ਦੀ ਮਿਤੀ ਹੋਣ ਕਰਕੇ ਮੈਂ 8 ਤਾਰੀਖ ਨੂੰ ਹਸਪਤਾਲ ਦਾਖਲ ਹੋਣਾ ਸੀ। ਹੌਲੀ-ਹੌਲੀ ਮੈਨੂੰ ਆਪਰੇਸ਼ਨ ਤੋਂ ਡਰ ਲੱਗਣਾ ਸ਼ੁਰੂ ਹੋ ਗਿਆ ਤੇ ਮੈਨੂੰ ਆਪਣੀ ਉਸ ਛਾਤੀ ਨਾਲ ਆਪਣਾਪਣ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਜਿਹਨੂੰ ਕੱਢ ਦਿੱਤਾ ਜਾਣਾ ਸੀ। ਪਰ ਦੂਜੇ ਪਾਸੇ ਮੇਰਾ ਮਨ ਲੰਪੈਕਟਮੀ ਦੀ ਥਾਂ ਮਾਸਕੈਟਮੀ ਦੇ ਹੱਕ 'ਚ ਸੀ, ਕਿਉਂਕਿ ਮੈਨੂੰ ਡਰ ਸੀ ਕਿ ਜੇਕਰ ਕੈਂਸਰ ਥੋੜ੍ਹਾ ਜਿਹਾ ਵੀ ਫੈਲ ਗਿਆ ਹੋਇਆ ਤਾਂ ਦੂਜੀ ਵਾਰੀ ਆਪਰੇਸ਼ਨ ਨਾ ਕਰਨਾ ਪਵੇ। ਅਖੀਰ 'ਚ ਫੈਸਲਾ ਹੋਇਆ ਕਿ FNAC ਤੋਂ ਬਾਅਦ ਸੱਜੀ ਛਾਤੀ ਦੀ ਮਾਸਕੈਟਮੀ ਅਤੇ ਜੇਕਰ ਲੋੜ ਪਈ ਤਾਂ ਖੱਬੀ ਛਾਤੀ ਦੀ ਲੰਪੈਕਟਮੀ ਕੀਤੀ ਜਾਣੀ। ਸਾਡੇ ਡਾਕਟਰ ਦੋਸਤ ਇੱਕ ਹੋਰ ਗੱਲ ਯਕੀਨੀ ਬਣਾਉਣ ਲਈ ਕਹਿ ਰਹੇ ਸੀ ਕਿ ਆਪਰੇਸ਼ਨ ਸਿਰਫ ਡਾਕਟਰ ਹਰਿਤ ਹੀ ਕਰੇ, ਹੋਰ ਕੋਈ ਨਹੀਂ। ਉਹਨਾਂ ਦੀ ਜਾਣਕਾਰੀ ਅਨੁਸਾਰ ਦਿੱਲੀ 'ਚ ਆਮ ਤੌਰ ਤੇ ਜੂਨੀਅਰ ਡਾਕਟਰ ਆਪਰੇਸ਼ਨ ਕਰ ਦਿੰਦੇ ਸਨ। ਹੁਣ ਮੈਨੂੰ ਇਸ ਗੱਲ ਦੀ ਵੀ ਫਿਕਰ ਹੋ ਗਈ। ਮੈਨੂੰ ਆਪਣੇ ਵਿਹਾਰ ਬਾਰੇ ਸੋਚ ਕੇ ਧਿਆਨ ਆਇਆ ਕਿ ਇਨਸਾਨ ਵਿੱਚ ਜਿਉਂਦੇ ਰਹਿਣ ਦੀ ਇੱਛਾ ਕਿੰਨੀ ਅੰਦਰ ਤੱਕ ਸਮਾਈ ਹੋਈ ਹੈ।
ਮਰਨ ਨੂੰ ਤਿਆਰ ਵਾਲੀ ਸੋਚ ਦੇ ਬਾਵਜੂਦ ਮੈਂ ਹੁਣ ਵਧੀਆ ਇਲਾਜ ਭਾਲ ਰਹੀ ਸੀ। ਹੁਣ ਮੈਂ ਕਾਫੀ ਸਮਝਦਾਰ ਵੀ ਹੋ ਗਈ ਸੀ। ਸਾਰੇ ਪਾਸੇ ਤੋਂ ਮੈਨੂੰ ਕਿਹਾ ਜਾ ਰਿਹਾ ਸੀ ਕਿ ਸਕਾਰਾਤਮਕ ਸੋਚ, ਪੋਜ਼ਿਟਿਵ ਸੋਚ, ਆਪਣੇ ਉਹਨਾਂ ਸੁਪਨੇ, ਆਪਣੀਆਂ ਇੱਛਾਵਾਂ ਦੇ ਬਾਰੇ ਸੋਚ ਜਿਨ੍ਹਾਂ ਨੂੰ ਤੂੰ ਪੂਰਾ ਕਰਨਾ ਚਾਹੁੰਦੀ ਹੈ। ਮੇਰਾ ਉਹਨਾਂ ਨੂੰ ਕਹਿਣ ਨੂੰ ਦਿਲ ਕਰਦਾ ਸੀ, ਕਿਹੜੇ ਸੁਪਨੇ? ਪਿਛਲੇ 39 ਵਰ੍ਹਿਆਂ 'ਚ ਤਾਂ ਮੈਨੂੰ ਪੋਜ਼ਿਟਿਵ ਸੋਚਣ ਦੀ ਲੋੜ ਨਹੀਂ ਪਈ। ਆਪਣੀਆਂ ਛੋਟੀਆਂ-ਮੋਟੀਆਂ ਇੱਛਾਵਾਂ ਤਾਂ ਮੈਂ ਪੂਰੀਆਂ ਕਰਦੀ ਹੀ ਰਹੀ ਹਾਂ। ਹੁਣ ਕੋਈ ਅਧੂਰੀ ਇੱਛਾ ਹੈ ਹੀ ਨਹੀਂ। ਪਰ ਮੈਂ ਇਹ ਸਾਰੀਆਂ ਗੱਲਾਂ ਕਹਿ ਕੇ ਦਿਲ ਹੀ ਤੋੜਨਾ ਚਾਹੁੰਦੀ ਸੀ। ਰਾਕੇਸ਼ ਮੈਨੂੰ ਕਹਿੰਦੇ, ਤੂੰ ਇਹ ਸੋਚ ਕੇ ਤੈਨੂੰ ਚੰਗੀ ਸਿਹਤ ਚਾਹੀਦੀ ਹੈ, ਆਪਣੇ ਆਪ ਨਾਲ ਸ਼ੀਸ਼ੇ ਅੱਗੇ ਖੜੀ ਹੋ ਕੇ ਗੱਲ ਕਰ। ਪਰ ਇਹ ਸਾਰਾ ਕੁਝ ਮੈਨੂੰ ਮੂਰਖਾਂ ਵਾਲੀ ਗੱਲ ਲੱਗਦਾ ਸੀ। ਭਾਵੇਂ ਮੈਂ ਆਪਣੇ ਹੋਣ ਵਾਲੇ ਇਲਾਜ ਨੂੰ ਸਵੀਕਾਰ ਕਰ ਲਿਆ ਸੀ, ਪਰ ਸਕਾਰਾਤਮਕ ਜਾਂ ਪੋਜ਼ਿਟਿਵ ਜਾਂ ਆਸ਼ਾਵਾਦੀ ਸੋਚ ਹਾਲੇ ਵੀ ਮੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਈ ਸੀ। ਫਿਰ 8 ਤਰੀਕ ਆ ਗਈ। ਅਸੀਂ ਹਸਪਤਾਲ 'ਚ ਸ਼ਿਫਟ ਹੋ ਗਏ। ਫਿਰ ਉਹੀ ਹਰੇਕ ਆਉਣ ਵਾਲੇ ਦਾ ਮਿਲਣਾ, ਮੈਨੂੰ ਕਹਿਣਾ ਕਿ ਫਿਕਰ ਵਾਲੀ ਕੋਈ ਗੱਲ ਨਹੀਂ। ਅਸੀਂ ਉਹ ਰੈਸਟ ਹਾਊਸ ਦੇਖਣ ਗਏ ਜਿੱਥੇ ਮੇਰੇ ਮਾਤਾ-ਪਿਤਾ, ਸੱਸ-ਸਹੁਰਾ ਤੇ ਕੁਝ ਦੋਸਤ ਠਹਿਰੇ ਸੀ। ਬਾਕੀ ਸਾਰੇ ਕੈਂਸਰ ਦੇ ਮਰੀਜ਼ ਦੇ ਰਿਸ਼ਤੇਦਾਰ ਵੀ ਉੱਥੇ ਹੀ ਸਨ। ਮੇਰਾ ਮਨ ਭਰ ਆਇਆ ਕਿ ਮੈਂ ਆਪਣੇ ਸਕੀ ਸੰਬੰਧੀਆਂ ਨੂੰ ਕਿੰਨਾ ਔਖਾ ਕਰ ਰਹੀ ਹਾਂ। ਹਸਪਤਾਲ 'ਚ ਅਸੀਂ 2 ਵਿਅਕਤੀਆਂ ਵਾਲਾ ਕਮਰਾ ਚੁਣ ਲਿਆ, ਜਿਸ 'ਚ ਦੋਵੇਂ ਬੈੱਡਾਂ ਨੂੰ ਇੱਕ ਸਕਰੀਨ ਨਾਲ ਅਲੱਗ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਇੱਕ ਸੋਫਾ, ਮੇਜ਼, ਟੀਵੀ ਤੇ ਸਾਂਝਾ ਬਾਥਰੂਮ ਵੀ ਸੀ। ਸਰਦਾ ਸਾਲਾ ਕਰਨਲ ਕਿਸ਼ੋਰ ਹੈਦਰਾਬਾਦ ਤੋਂ ਆਉਂਦੇ ਹੋਏ ਅਜਮੇਰ ਸ਼ਰੀਫ ਜਾ ਕੇ ਆਏ ਸਨ। ਉਹਨਾਂ ਨੇ ਤਾਬੀਜ਼ ਲਿਆ ਕੇ ਮੈਨੂੰ ਦਿੱਤਾ, ਕਿਹਾ ਇਹਨੂੰ ਆਪਣੇ ਸਿਰਹਾਣੇ ਥੱਲੇ ਰੱਖ ਲੈ, ਸਭ ਠੀਕ ਹੋ ਜਾਏਗਾ। ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ 9 ਸਾਲ ਪਹਿਲਾਂ ਉਹਨਾਂ ਨੂੰ ਵੱਡੀ ਆਂਦਰ ਦਾ ਕੈਂਸਰ ਹੋਇਆ ਸੀ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਵੀ ਮੇਰੇ ਬਾਰੇ ਫਿਕਰ ਕਰਨ ਲੱਗੇ ਹੋਏ ਸਨ। ਪਰ ਫਿਰ ਮੈਨੂੰ ਧਿਆਨ ਆਇਆ ਕਿ ਮੇਰੀ ਬਿਮਾਰੀ ਨਾਲ ਪਿਤਾ ਜੀ ਤੇ ਮਾਂ ਜੀ ਨੂੰ ਕਿੰਨਾ ਸਦਮਾ ਲੱਗਾ ਹੋਏਗਾ। ਪਿਤਾ ਜੀ ਨੇ ਮੈਨੂੰ ਭਭੂਤੀ ਦਿੱਤੀ, ਕਿਹਾ ਇਹਨੂੰ ਆਪਣੇ ਸਰੀਰ, ਖਾਸ ਕਰਕੇ ਜਿਸ ਹਿੱਸੇ ਦਾ ਆਪਰੇਸ਼ਨ ਹੋਣਾ ਉਸ ਉੱਤੇ ਮਲ ਲੈ, ਕੁਝ ਨਹੀਂ ਹੋਏਗਾ, ਬਾਬਾ ਤੇਰਾ ਧਿਆਨ ਰੱਖਣਗੇ। ਹਰ ਇੱਕ ਦੀਆਂ ਫਿਕਰ ਨਾਲ ਭਿੱਜੀਆਂ ਭਾਵਨਾਵਾਂ ਨਾ ਕਰਨ ਦੀ ਹਿੰਮਤ ਨਾ ਹੋਣ ਕਾਰਨ ਮੈਂ ਸਭ ਕੁਝ ਕਹੇ ਅਨੁਸਾਰ ਕਰਦੀ ਰਹੀ। ਸ਼ਸ਼ੀਕਾਂਤ ਵਰਗੇ ਕੁਝ ਹੋਰ ਲੋਕ ਮਾਹੌਲ ਨੂੰ ਹਲਕਾ ਬਣਾਈ ਰੱਖਦੇ। ਹੁਣ ਜਦੋਂ ਮੈਨੂੰ ਪਤਾ ਸੀ ਕਿ ਮੇਰੀ ਇੱਕ ਛਾਤੀ ਚਲੀ ਜਾਣੀ ਹੈ ਤਾਂ ਮੈਂ ਬਾਥਰੂਮ ਦੇ ਸ਼ੀਸ਼ੇ 'ਚ ਕਈ ਵਾਰੀ ਇਹਨੂੰ ਟੋਹ ਕੇ ਵੇਖਿਆ। 39 ਸਾਲਾਂ ਤੋਂ ਸਰੀਰ ਦੇ ਇਸ ਹਿੱਸੇ ਨੂੰ ਮੈਂ ਕਦੀ ਖਾਸ ਅਹਿਮੀਅਤ ਨਹੀਂ ਦਿੱਤੀ ਸੀ, ਪਰ ਇਹਦੇ ਖੋ ਜਾਣ ਦਾ ਖਿਆਲ ਹੁਣ ਮੈਨੂੰ ਉਦਾਸ ਕਰ ਰਿਹਾ ਸੀ। ਡੈਡੀ, ਮੰਮੀ ਤੇ ਬਾਕੀ ਦੋਸਤ ਸ਼ਾਂਤ ਸਨ, ਪਰ ਮਾਂ ਜੀ, ਪਿਤਾ ਜੀ ਤੇ ਵੀਰ ਜੀ ਦੀ ਪਰੇਸ਼ਾਨੀ ਉਹਨਾਂ ਦੇ ਚਿਹਰੇ ਤੇ ਸਾਫ਼ ਦਿਸ ਰਹੀ ਸੀ। ਮੇਰਾ ਮਨ ਉਹਨਾਂ ਨੂੰ ਦੁਖੀ ਦੇਖ ਕੇ ਪਰੇਸ਼ਾਨ ਹੋ ਰਿਹਾ ਸੀ। ਸ਼ਾਲਿਨੀ ਵੀ ਕਦੀ ਰੋਣ ਲੱਗ ਪੈਂਦੀ, ਕਦੀ ਪ੍ਰਾਰਥਨਾ ਕਰਨ ਲੱਗ ਪੈਂਦੀ। ਮੇਰੇ ਨਾਲ ਘੱਟ ਹੀ ਗੱਲ ਕਰ ਰਹੀ ਸੀ। ਇੱਕ ਵਾਰੀ ਜਿਹੜੀ ਨਰਸ ਨੂੰ ਖੁਦ ਨੂੰ ਕੈਂਸਰ ਹੋ ਚੁੱਕਾ ਸੀ ਤੇ ਲਗਾਤਾਰ ਮੇਰੇ ਕੋਲ ਚੱਕਰ ਲਗਾਉਂਦੀ ਸੀ, ਉਹਨੇ ਸ਼ਾਲਿਨੀ ਨੂੰ ਝਿੜਕ ਕੇ ਕਹਿ ਹੀ ਦਿੱਤਾ ਸੀ ਕਿ ਜਾਂ ਤਾਂ ਉਹ ਆਪਣੇ ਆਪ ਤੇ ਕਾਬੂ ਕਰੇ ਜਾਂ ਫਿਰ ਚਲੀ ਜਾਏ। ਹਸਪਤਾਲ ਦੇ ਡਾਕਟਰ ਬਹੁਤ ਹੀ ਖੁਸ਼ ਤਬੀਅਤ, ਸ਼ਾਂਤ ਤੇ ਰਾਹਤ ਦੇਣ ਵਾਲੇ ਸੀ। ਡਾਕਟਰ ਹਰਿਤ ਰਾਕੇਸ਼ ਨਾਲ ਆਪਰੇਸ਼ਨ ਦੀ ਚੋਣ ਬਾਰੇ ਗੱਲਬਾਤ ਕਰਦੇ ਉਹਨਾਂ ਨੇ ਫੈਸਲਾ ਕੀਤਾ ਕਿ ਖੱਬੀ ਛਾਤੀ ਦੇ ਕਿਸੇ ਹਿੱਸੇ ਨੂੰ ਫਰੀਜ਼ ਕਰਕੇ ਲੰਪੈਕਟਮੀ ਹੋਏਗੀ ਤੇ ਸੱਜੀ ਛਾਤੀ ਦੀ ਮਾਸਟੈਕਟਮੀ ਇਸ ਤੋਂ ਪਹਿਲਾਂ ਅਲਟਰਾਸਾਊਂਡ ਦੇ ਨਿਰਦੇਸ਼ਾਂ ਮੁਤਾਬਕ ਚੱਲਦੇ ਹੋਏ FNAC ਹੋਣਾ ਸੀ। ਹਿਮਾਚਲੀ ਨੌਜਵਾਨ ਲੜਕੀ। ਕੈਂਸਰ ਭੁਗਤ ਚੁੱਕੀ ਨਰਸ ਇੱਕ ਨੌਜਵਾਨ ਹਿਮਾਚਲੀ ਲੜਕੀ ਨੂੰ ਮੇਰੇ ਕਮਰੇ 'ਚ ਲੈ ਕੇ ਆਈ। ਇਹ ਲੜਕੀ ਖੂਬਸੂਰਤ, ਆਤਮ ਵਿਸ਼ਵਾਸ ਨਾਲ ਭਰਪੂਰ ਤੇ ਚੰਗੀ ਅੰਗਰੇਜ਼ੀ ਬੋਲਣ ਵਾਲੀ ਸੀ। ਉਹ RGCI ਤੀਜੀ ਵਾਰ ਆਈ ਸੀ। ਉਹਦੇ ਪਤੀ ਨੂੰ ਹੱਡੀਆਂ ਦਾ ਕੈਂਸਰ ਸੀ। ਇਹ ਦੇਖ ਕੇ ਮੇਰੇ ਮਨ 'ਚ ਇਹ ਵਿਸ਼ਵਾਸ ਵੱਧ ਗਿਆ ਕਿ ਮੇਰੇ ਵਰਗੇ ਬਹੁਤ ਲੋਕ ਹਨ। ਘੱਟੋ ਘੱਟ ਇਸ ਹਸਪਤਾਲ ਦੇ ਡਾਕਟਰ ਤੇ ਨਰਸਾਂ ਮਰੀਜ਼ਾਂ ਦੀ ਮਾਨਸਿਕ ਅਵਸਥਾ ਨੂੰ ਸਮਝਦੇ ਸਨ। ਉਸ ਨੌਜਵਾਨ ਲੜਕੀ ਨੇ ਥੋੜ੍ਹੀ ਦੇਰ ਵਿੱਚ ਹੀ ਮੈਨੂੰ ਵਿਸ਼ਵਾਸ ਦਿਵਾਇਆ ਕਿ ਇਹ ਹਸਪਤਾਲ ਚੰਗਾ ਹੈ ਤੇ ਮੈਂ ਠੀਕ ਹੋ ਜਾਣਾ ਹੈ। ਉਹਨੇ ਕਿਹਾ, ਜੇਕਰ ਤੁਹਾਨੂੰ ਇਹ ਬਿਮਾਰੀ ਹੋ ਜਾਏ ਤਾਂ ਇਸ ਨੂੰ ਸਵੀਕਾਰ ਕਰਕੇ ਪੂਰਾ ਇਲਾਜ ਕਰਵਾਓ। ਮੈਂ ਤਾਂ ਇਹਨੂੰ ਜ਼ਿੰਦਗੀ ਦਾ ਹਿੱਸਾ ਮੰਨ ਕੇ ਚੱਲਦੀ ਹਾਂ। ਮੈਂ ਅੱਜ ਤੱਕ ਆਪਣੇ ਪਤੀ ਦੇ ਸਾਹਮਣੇ ਕਦੀ ਨਹੀਂ ਰੋਈ। ਜੇ ਤੁਸੀਂ ਖੁਦ ਦਲੇਰ ਬਣੋ ਤਾਂ ਹੀ ਤੁਹਾਡੇ ਮਰੀਜ਼ ਸਾਥੀ ਵਿੱਚ ਦਲੇਰੀ ਆਏਗੀ। ਮੈਨੂੰ ਵੀ ਅਚਾਨਕ ਧਿਆਨ ਆਇਆ ਕਿ ਰਾਕੇਸ਼ ਵੀ ਸਿਰਫ ਸ਼ੁਰੂ 'ਚ ਇੱਕ ਵਾਰੀ ਛੱਡ ਕੇ ਕਦੀ ਵੀ ਨਹੀਂ ਰੋਏ। ਉਹ ਹਮੇਸ਼ਾ ਮੈਨੂੰ ਸਹਾਰਾ ਦੇਣ ਲਈ ਹਾਜ਼ਰ ਰਹਿੰਦੇ ਤੇ ਇਲਾਜ ਦੌਰਾਨ ਹਰ ਗੱਲ ਬਾਰੇ ਗਹਿਰਾਈ ਨਾਲ ਸੋਚਦੇ। ਫਿਰ ਵੀ ਇੱਕ ਵਾਰੀ RGCI 'ਚ ਟੈਸਟ ਸਮੇਂ ਉਹਨਾਂ ਨੇ ਕਿਹਾ ਕਿ ਉਹ ਸੋਚ ਰਹੇ ਸੀ ਕਿ ਸ਼ਾਇਦ PGI ਦੇ ਟੈਸਟਾਂ 'ਚ ਗਲਤੀ ਲੱਗੀ ਹੋਵੇ, ਪਰ ਇਹ ਨਹੀਂ ਹੋਇਆ। ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਤੁਹਾਡੀ ਸੋਚ ਕਿੰਨੀ ਵੱਖਰੀ ਹੁੰਦੀ ਹੈ। ਆਮ ਤੌਰ ਤੇ ਰਾਕੇਸ਼ ਦੀ ਸੋਚ ਬਹੁਤ ਤਰਕਸ਼ੀਲ ਸੀ, ਪਰ ਮੇਰੇ ਮਾਮਲੇ 'ਚ ਅਜਿਹਾ ਵੀ ਸੋਚਣ ਲੱਗ ਪਏ ਸਨ।
ਮਾਂ ਜੀ, ਮੇਰੀ ਸੱਸ ਵੀ ਇਹੀ ਸੋਚਦੇ ਸੀ ਕਿ ਰਿਪੋਰਟ ਗਲਤ ਸਾਬਤ ਹੋ ਜਾਏਗੀ, ਪਰ ਇਹਦੇ ਲਈ ਉਹ ਸਾਈਂ ਬਾਬਾ ਤੇ ਭਰੋਸਾ ਕਰ ਰਹੇ ਸਨ ਕਿ ਬਾਬਾ ਕੋਈ ਨੁਕਸਾਨ ਨਹੀਂ ਹੋਣ ਦੇਣਗੇ। ਫਰਕ ਇਹ ਸੀ ਕਿ ਰਾਕੇਸ਼ ਦੀ ਸੋਚ ਉਹਦੀ ਵਿਗਿਆਨਕ ਸੋਚ ਤੇ ਆਧਾਰਿਤ ਸੀ ਕਿ ਬਹੁਤ ਵਾਰੀ ਟੈਸਟਾਂ 'ਚ ਗਲਤੀ ਵੀ ਲੱਗ ਜਾਂਦੀ ਹੈ। ਮੇਰਾ ਮਨ ਉਹਨਾਂ ਬਾਰੇ ਸੋਚ ਕੇ ਦੁਖੀ ਹੋ ਰਿਹਾ ਸੀ। ਮੈਂ ਤਾਂ ਉਸ ਸਮੇਂ ਤੋਂ ਕੈਂਸਰ ਨੂੰ ਸਵੀਕਾਰ ਕਰ ਲਿਆ ਸੀ ਜਦੋਂ ਐਕਸਰੇ ਵਾਲੇ ਡਾਕਟਰ ਨੇ ਮੈਮੋਗ੍ਰਾਮ ਦੀ ਰਿਪੋਰਟ ਬਾਰੇ ਸੰਦੇਹ ਕੀਤਾ ਸੀ। ਮੈਨੂੰ ਹੈਰਾਨੀ ਸੀ ਕਿ ਇੱਕ ਪਾਸੇ ਰਾਕੇਸ਼ ਸਾਰੇ ਬੰਦੋਬਸਤ ਕਰ ਰਹੇ ਸਨ, ਦੂਜੇ ਪਾਸੇ ਗਲਤੀ ਨਿਕਲਣ ਦੀ ਆਸ ਵੀ ਬਣਾਈ ਰੱਖੀ ਸੀ। ਪਰ ਇੱਕ ਗੱਲ ਜ਼ਰੂਰ ਹੈ ਕਿ ਸੱਚਾਈ ਨਾ ਸਵੀਕਾਰ ਕਰਨ ਦੀ ਮਾਨਸਿਕ ਸਥਿਤੀ ਵਿੱਚ ਵੀ ਉਹਨਾਂ ਨੇ ਕਾਰਵਾਈ ਨਹੀਂ ਛੱਡੀ। ਧੰਨਵਾਦ।